ਰਾਧਾ ਹਾਂਜੀ ਸ਼ੁਰੂ। ਬਾਣੀ ਹਜ਼ੂਰ ਸੁਆਮੀ ਜੀ ਮਹਾਰਾਜ ਸਤਿਗੁਰੂ ਭਗਤੀ ਵਚਨ 18ਵਾਂ ਸ਼ਬਦ 5ਵਾਂ। ਸਤ ਗੁਰ ਕਾ ਨਾਮ ਪੁਕਾਰੋ, ਸਤ ਗੁਰ ਕੋ ਹੀਅਰੇ ਧਾਰੋ, ਸਤ ਗੁਰ ਕਾ ਨਾਮ ਪੁਕਾਰੋ, ਸਤ ਗੁਰ ਕੋ ਹੀਅਰੇ ਧਾਰੋ। ਪਰਮ ਸੰਤ ਸਤਿਗੁਰੂ ਹਜ਼ੂਰ ਸੁਆਮੀ ਜੀ ਮਹਾਰਾਜ ਸਾਨੂੰ ਸਤਿਗੁਰਾਂ ਦੇ ਬਚਨਾਂ ਦੇ ਉੱਤੇ ਚੱਲਣ ਦੀ, ਉਹਨਾਂ ਦੇ ਉੱਤੇ ਭਰੋਸਾ ਰੱਖਣ ਦੀ ਨਸੀਹਤ ਦੇ ਰਹੇ ਨੇ, ਕਿਉਂਕਿ ਸਿੱਖ ਉਦੋਂ ਤੱਕ ਸਿੱਖ ਹੀ ਨਹੀਂ ਹੈ ਜਦੋਂ ਤੱਕ ਸਤਿਗੁਰਾਂ ਦੀ ਸਿੱਖਿਆ 'ਤੇ ਨਹੀਂ ਚੱਲਦਾ। ਔਰ ਸਿੱਖਿਆ 'ਤੇ ਚੱਲਣ ਵਾਸਤੇ ਸਭ ਤੋਂ ਪਹਿਲਾਂ ਇੱਕ ਡੋਰ ਜਿਹੜੀ ਹੈ ਭਰੋਸੇ ਵਾਲੀ ਹੋਣੀ ਬਹੁਤ ਜ਼ਰੂਰੀ ਹੈ, ਕਿਉਂਕਿ ਜਦੋਂ ਤੱਕ ਸਾਨੂੰ ਕਿਸੇ 'ਤੇ ਭਰੋਸਾ ਨਾ ਹੋਵੇ, ਅਸੀਂ ਉਹਦੇ ਕੋਲੋਂ ਕੋਈ ਜਾਣਕਾਰੀ ਲੈ ਵੀ ਲਈਏ ਅਤੇ ਉਦੋਂ ਤੱਕ ਮਨ ਡਾਵਾਂਡੋਲ ਬਣਿਆ ਰਹਿੰਦਾ ਹੈ, ਜਦੋਂ ਤੱਕ ਅਸੀਂ ਉਹਨੂੰ ਪੂਰਾ ਚੰਗੀ ਤਰ੍ਹਾਂ ਵੈਰੀਫਾਈ ਨਹੀਂ ਕਰ ਲੈਂਦੇ। ਕਿਸ ਵੇਲੇ ਅਸੀਂ ਰਸਤੇ 'ਤੇ ਜਾ ਰਹੇ ਹੋਈਏ, ਸਾਨੂੰ ਰਸਤੇ ਦਾ ਨਾ ਪਤਾ ਹੋਵੇ, ਕਿਸੇ ਵੇਲੇ ਸਾਨੂੰ ਮੁਸ਼ਕਿਲ ਲੱਗੇ ਕਿ ਪਤਾ ਨਹੀਂ ਅਸੀਂ ਰਸਤੇ 'ਤੇ ਠੀਕ ਜਾ ਰਹੇ ਹਾਂ ਕਿਸ ਤਰ੍ਹਾਂ ਹੈ। ਕਈ ਵਾਰੀ ਸੜਕ 'ਤੇ ਸਾਨੂੰ ਅਣਜਾਣ ਬੰਦੇ ਮਿਲਦੇ ਨੇ, ਅਸੀਂ ਉਹਨਾਂ ਨੂੰ ਪੁੱਛਦੇ ਜ਼ਰੂਰ ਹਾਂ, ਪਰ ਜਿਸ ਤਰ੍ਹਾਂ ਉਹਨਾਂ ਨੂੰ ਦੇਖ ਕੇ ਵੇਖ ਕੇ ਸਾਡਾ ਅੰਦਰ ਖਿਆਲ ਉੱਠਦੇ ਨੇ, ਅਸੀਂ ਰਸਤਾ ਹਰ ਇੱਕ ਨੂੰ ਪੁੱਛ ਲੈਂਦੇ ਹਾਂ, ਪਰ ਜ਼ਰੂਰੀ ਨਹੀਂ ਹੈ ਕਿ ਪੁੱਛੇ ਰਸਤੇ ਦੇ ਉੱਤੇ ਭਰੋਸਾ ਕਰਕੇ ਉਸੇ ਤਰ੍ਹਾਂ ਅਸੀਂ ਚੱਲੀ ਜਾਈਏ। ਕਰਕੇ ਥੋੜ੍ਹੀ ਦੂਰ ਫਿਰ ਜਾ ਕੇ ਫਿਰ ਕਿਸੇ ਨੂੰ ਫਿਰ ਪੁੱਛਦੇ ਹਾਂ ਕਿ ਇਹ ਰਸਤਾ ਇੱਧਰ ਹੀ ਜਾਂਦਾ ਹੈ। ਅਤੇ ਜੇ ਸਾਨੂੰ ਕੋਈ ਆਪਣਾ ਬੰਦਾ ਨਾਲ, ਕੋਈ ਸਾਡੇ ਕਾਰ ਦੇ ਵਿੱਚ, ਗੱਡੀ ਦੇ ਵਿੱਚ ਕੋਈ ਐਸਾ ਬੰਦਾ ਬੈਠਾ ਹੋਵੇ ਜਿਹਦੇ 'ਤੇ ਸਾਨੂੰ ਪੂਰਨ ਵਿਸ਼ਵਾਸ ਹੋਵੇ ਕਿ ਇਹ ਵਾਕਈ ਹੀ ਇਸ ਰਸਤੇ ਦਾ ਵਾਕਫਕਾਰ ਹੈ, ਇਹ ਰਸਤੇ 'ਤੇ ਆਉਂਦਾ ਜਾਂਦਾ ਹੈ, ਇਹਨੂੰ ਸਾਰੇ ਰਸਤੇ ਦਾ ਪਤਾ ਹੈ, ਅਤੇ ਅਸੀਂ ਫਿਰ ਬਾਰ-ਬਾਰ ਆਪਣਾ ਟਾਈਮ ਵੇਸਟ ਨਹੀਂ ਕਰਾਂਗੇ। ਫਿਰ ਅਸੀਂ ਸਿਰਫ ਅਤੇ ਸਿਰਫ ਇੱਕ ਵਾਰੀ ਜਿਸ ਤਰ੍ਹਾਂ ਪੁੱਛਿਆ ਉਹ ਸਾਨੂੰ ਦੱਸੀ ਜਾਂਦਾ, ਸਾਨੂੰ ਬੋਲਣ ਦੀ ਲੋੜ ਵੀ ਨਹੀਂ ਪੈਂਦੀ। ਕੋਈ ਵੀ ਮੋੜ ਆਉਂਦਾ ਹੈ ਅਤੇ ਉਹ ਜਿਹੜਾ ਨਾਲ ਬੈਠਾ ਗਾਈਡ ਉਹ ਕਹੀ ਜਾਂਦਾ ਕਿ ਬਈ ਸੱਜੇ ਖੱਬੇ ਇੱਧਰ ਕਰ ਲਾ, ਇੱਥੇ ਚੱਲਣਾ ਹੈ, ਅਤੇ ਅਸੀਂ ਉਸੇ ਤਰੀਕੇ ਨਾਲ ਚੱਲੀ ਜਾਂਦੇ ਹਾਂ। ਨਾ ਮਨ 'ਤੇ ਕੋਈ ਬੋਝ ਹੀ ਹੁੰਦਾ ਹੈ ਔਰ ਨਾ ਹੀ ਸਾਡਾ ਟਾਈਮ ਖਰਾਬ ਹੁੰਦਾ ਹੈ, ਔਰ ਆਪਣੇ ਟਾਈਮ ਸਿਰ ਅਸੀਂ ਆਪਣੇ ਮੰਜ਼ਿਲ 'ਤੇ ਪਹੁੰਚ ਜਾਂਦੇ ਹਾਂ। ਅਤੇ ਲੇਕਿਨ ਜੇ ਰਸਤੇ ਦੇ ਵਿੱਚ ਇਸ ਤਰ੍ਹਾਂ ਖਿਲਾਰ ਕੇ ਕਦੀ ਕਿਸੇ ਨੂੰ ਪੁੱਛਦੇ ਹਾਂ, ਕਦੀ ਕਿਸੇ ਨੂੰ ਪੁੱਛਦੇ ਹਾਂ, ਮਨ 'ਚ ਡਾਵਾਂਡੋਲੀ ਵੀ ਰਹਿੰਦੀ ਹੈ, ਟਾਈਮ ਵੀ ਵੇਸਟ ਹੁੰਦਾ ਹੈ। ਇਸੇ ਤਰ੍ਹਾਂ ਜਦੋਂ ਸਾਡੇ ਲਾਈਫ ਦੇ ਵਿੱਚ, ਜ਼ਿੰਦਗੀ ਦੇ ਵਿੱਚ ਅਸੀਂ ਤਾਂ ਨਹੀਂ ਆਪਣੇ ਕਿਸੇ ਵੀ ਬੁੱਧੀ ਨਾਲ ਜਾਂ ਆਪਣੇ ਅੱਖਾਂ ਦੇ ਨਾਲ ਉਹਨਾਂ ਨੂੰ ਪਛਾਣ ਸਕਦੇ ਜਾਂ ਉਹਨਾਂ ਨੂੰ ਲੱਭ ਸਕਦੇ। ਆਪ ਹੀ ਦਇਆ ਕਿਰਪਾ ਕਰਕੇ ਸਾਨੂੰ ਆਪਣਾ ਹੱਥ ਫੜਾ ਦਿੰਦੇ ਨੇ, ਆਪਣਾ ਆਪ ਜਣਾ ਦਿੰਦੇ ਨੇ, ਅਤੇ ਫਿਰ ਚਾਹੀਦਾ ਕੀ ਹੈ, ਸਿੱਖ ਦਾ ਕੀ ਕੰਮ ਹੈ ਕਿ ਫਿਰ ਉਸੇ ਹੀ ਰਸਤੇ ਦੇ ਉੱਤੇ ਪੱਕਾ ਹੋ ਕੇ ਚੱਲੇ, ਡਾਵਾਂਡੋਲੀ ਛੱਡ ਦੇਵੇ। ਜੇ ਇਹਦੀ ਡਾਵਾਂਡੋਲੀ ਬਣੀ ਰਹੇਗੀ ਅਤੇ ਇਹਦਾ ਟਾਈਮ ਜਿਹੜਾ ਆ ਉਹ ਖਰਾਬ ਹੋਏਗਾ। ਸਤਿਗੁਰਾਂ ਨੇ ਛੱਡਣਾ ਨਹੀਂ ਹੈ ਇਹਨੂੰ, ਇਹ ਨਹੀਂ ਕਿ ਕੋਈ ਕਿਸੇ ਤਰ੍ਹਾਂ ਦਾ ਕੋਈ ਇਹਨੂੰ ਭੁੱਲ ਜਾਣਗੇ ਜਾਂ ਛੱਡ ਦੇਣਗੇ ਜਾਂ ਕੁਛ, ਪਰ ਇਹਦੀ ਜਿਹੜੀ ਹੈ ਉਹ ਡਾਵਾਂਡੋਲੀ ਕਰਕੇ ਇਹਦਾ ਟਾਈਮ ਜ਼ਰੂਰ ਖਰਾਬ ਹੋਏਗਾ। ਗੁਰੂ ਮਹਾਰਾਜ ਨੇ ਫਰਮਾਉਣਾ ਕਿ ਬਈ ਇਹ ਸਤਿਗੁਰਾਂ ਨੇ ਜਿਹੜਾ ਘੋਲਾ ਘੋਲਿਆ ਹੈ, ਇਹ ਕੋਈ ਰੰਗ 'ਤੇ ਖੇਡੇਗਾ, ਐਸੀ ਕੋਈ ਗੱਲ ਨਹੀਂ। ਪਰ ਇਹ ਹੈ ਕਿ ਆਪਣੇ ਕਈ ਵਾਰੀ ਭਰਮਾਂ ਵਹਿਮਾਂ ਕਰਕੇ ਅਸੀਂ ਲੇਟ ਹੋਈ ਜਾਂਦੇ ਹਾਂ। ਉਹਨਾਂ ਦਾ ਬੜਾ ਲੰਬਾ ਦਾਈਆ ਹੈ, ਕਿਉਂਕਿ ਸੁਰਤ ਕਹਿ ਲਈਏ, ਆਤਮਾ ਕਹਿ ਲਈਏ, ਕਦੀ ਮਰਦੀ ਨਹੀਂ ਹੈ। ਇਹ ਸਰੀਰ ਮਿਲਿਆ ਜਾਂ ਦੇਹ ਮਿਲੀ ਹੈ, ਇਹ ਟਾਈਮ ਨਾਲ ਪੈਦਾ ਹੁੰਦੀ ਹੈ, ਟਾਈਮ ਨਾਲ ਖਤਮ ਹੋ ਜਾਂਦੀ ਹੈ। ਸੁਰਤ ਨੇ ਤਾਂ ਕਿਤੇ ਨਹੀਂ ਕਿਤੇ ਖਤਮ ਹੋਣਾ।
ਸਤਿਗੁਰੂ ਉਸ ਸੁਰਤ ਨੂੰ ਆਪਣੇ ਘਰ ਲਿਜਾਣ ਵਾਸਤੇ ਆਏ ਨੇ। ਜਿਸ ਤਰ੍ਹਾਂ ਪਿਛਲੇ ਸ਼ਾਸਤਰ ਵਿੱਚ ਦੱਸਿਆ ਸੀ ਕਿ ਗੁਰੂ ਤੇ ਕਦੀ ਆਉਂਦਾ ਜਾਂਦਾ ਨਹੀਂ, ਗੁਰੂ ਤਾਂ ਹਮੇਸ਼ਾ ਹੀ ਮੌਜੂਦ ਹੋ ਆਇਆ, ਸਾਨੂੰ ਇੱਥੇ ਲੈ ਕੇ ਹੀ ਜਾਣਾ ਹੈ ਉਸਨੇ। ਇਸ ਕਰਕੇ ਉਹ ਇੰਤਜ਼ਾਰ ਕਰਦੇ ਨੇ ਸਾਡਾ ਕਿ ਕਦੋਂ ਅਸੀਂ ਉਹ ਡਾਵਾਂਡੋਲੀ ਛੱਡੀਏ, ਕਦੋਂ ਅਸੀਂ ਉਹਨਾਂ ਦੇ ਵਚਨਾਂ 'ਤੇ ਚੱਲਣਾ ਸ਼ੁਰੂ ਹੋਈਏ। ਚਾਹੇ ਸਾਨੂੰ ਦੇਰ ਲੱਗਦੀ ਹੈ, ਲੈ ਆਉਂਦੇ ਨੇ ਜ਼ਰੂਰ, ਐਸਾ ਕੋਈ ਨਹੀਂ ਹੈ ਕਿ ਲੈ ਕੇ ਨਹੀਂ ਆਉਂਦੇ। ਕਈ ਸਤਿਗੁਰਾਂ ਦੇ ਐਸੇ ਮੁੱਝੇ, ਕਈ ਸਾਖੀਆਂ ਅਸੀਂ ਸਾਨੂੰ ਧਿਆਨ 'ਚ ਹੋਣਗੀਆਂ। ਗੁਰੂ ਮਹਾਰਾਜ ਨੇ ਫਰਮਾਉਣਾ, ਕਿਸੇ ਵੇਲੇ ਸਤਿਗੁਰਾਂ ਦੇ ਦਰ ਦੇ ਵਿੱਚ ਕੋਈ ਕੁੱਕਰ, ਕਿਸੇ ਵੇਲੇ ਕੋਈ ਬੋਲ, ਗੁਰੂ ਮਹਾਰਾਜ ਨੇ ਕਹਿਣਾ ਇਹ ਫਲਾਣੀ ਸੁਰਤ ਹੈ, ਇਹਨੇ ਫਲਾਣੇ ਟਾਈਮ ਦੇ ਉੱਤੇ ਆ ਗੁਸਤਾਖੀ ਕੀਤੀ, ਤੇ ਬਈ ਉੱਥੇ ਉਦੋਂ ਨਹੀਂ ਬਚਨ ਮੰਨਿਆ, ਤੇ ਬਈ ਹੁਣ ਅੱਗੇ ਉਹਨੂੰ ਫਿਰ ਸੇਵਾ ਦੇ ਵਿੱਚ ਲੈਣ ਦਾ ਕਿਸੇ ਨਾ ਕਿਸੇ ਤਰ੍ਹਾਂ। ਕਿਸੇ ਵੇਲੇ ਕੋਈ ਹੋਰ ਕਿਸੇ ਜੂਨ 'ਚ ਹੀ ਉਹਨੂੰ ਮਨੁੱਖ ਦਾ ਚੋਲਾ ਦੇ ਕੇ ਆਪਣੀ ਸੇਵਾ 'ਚ ਲੈਣ ਦਾ। ਤੇ ਉਹ ਸਤਿਗੁਰ ਛੱਡਦੇ ਨਹੀਂ ਇਹਨੂੰ ਕਿਸੇ ਹਾਲਤ 'ਚ ਵੀ। ਪਰ ਜਿਹੜਾ ਗੈਪ ਪੈ ਜਾਂਦਾ ਹੈ ਜਿਹੜਾ ਵਿੱਚ, ਉਹ ਤਾਂ ਦੁਖਦਾਈ ਹੁੰਦਾ ਹੈ। ਇਸ ਕਰਕੇ ਸਤਿਗੁਰ ਜੋ ਵਚਨ ਫਰਮਾ ਰਹੇ ਨੇ, ਫਰਮਾਉਂਦੇ ਨੇ, ਸਤਿਗੁਰ ਕਾ ਨਾਮ ਪੁਕਾਰੋ, ਸਤਿਗੁਰ ਕੋ ਹੀਰੇ ਧਾਰੋ। ਕਿਉਂਕਿ ਜਦੋਂ ਤੱਕ ਅਸੀਂ ਉਹਨਾਂ ਨੂੰ ਹਿਰਦੇ 'ਚ ਨਹੀਂ ਵਸਾਵਾਂਗੇ, ਉਦੋਂ ਤੱਕ ਇਹ ਡਾਵਾਂਡੋਲੀ ਜਿਹੜੀ ਖਤਮ ਨਹੀਂ ਹੋਏਗੀ। ਜਦੋਂ ਸਾਡੇ ਹਿਰਦੇ 'ਚ ਵਸਿਆ ਹੋਏਗਾ, ਤੇ ਫਿਰ ਅਸੀਂ ਹਮੇਸ਼ਾ ਹੀ ਉਹਨਾਂ ਦੇ ਉਸ ਨਾਮ ਨੂੰ ਯਾਦ ਰੱਖਾਂਗੇ। ਕਦੀ ਵੀ ਹੋਰ ਕੋਈ ਚੀਜ਼ ਪਾਸੇ ਧਿਆਨ ਤੋਂ ਪਹਿਲਾਂ ਸਾਨੂੰ ਸਤਿਗੁਰਾਂ ਦਾ ਨਾਮ ਯਾਦ ਆਏਗਾ। ਫਿਰ ਇੱਧਰ ਉੱਧਰ ਆਪਣਾ ਟਾਈਮ ਖਰਾਬ ਨਹੀਂ ਕਰਾਂਗੇ। ਹੁਣ ਆਪਣੀ ਭੀੜ ਦੇ ਵਿੱਚ ਕੋਈ ਐਸਾ ਕੋਈ ਮੁਸ਼ਕਲ ਪਵੇ, ਇੱਕ ਸਾਡਾ ਜਾਣ ਪਛਾਣ ਵਾਲਾ, ਇੱਕ ਸਾਡਾ ਕੋਈ ਰਿਸ਼ਤੇਦਾਰ, ਕੋਈ ਬੱਚਾ, ਕੋਈ ਵੀ ਸਾਡੇ ਰਿਸ਼ਤੇ ਕੋਈ ਖੜਾ ਹੋਵੇ ਜਿਹਨੂੰ ਅਸੀਂ ਜਾਣਦੇ ਹਾਂ, ਸਾਨੂੰ ਪਤਾ ਹੈ ਕਿ ਇਹਦਾ ਨਾਮ ਹੈ। ਬਾਕੀ ਭਾਵੇਂ ਉੱਥੇ ਲੱਖਾਂ ਦੁਨੀਆ ਫਿਰਦੀ ਹੋਵੇ, ਸਾਡਾ ਕੋਈ ਵਾਕਬ ਨਾ ਹੋਵੇ, ਸਾਨੂੰ ਕਿਸੇ ਦਾ ਪਤਾ ਨਾ ਹੋਵੇ, ਤੇ ਅਸੀਂ ਉਹਨਾਂ ਨੂੰ ਐਵੇਂ ਕੋਈ ਮੁਸ਼ਕਲ ਦੇ ਟਾਈਮ ਤੇ ਆਵਾਜ਼ਾਂ ਮਾਰੀਏ, ਸਾਡੀ ਕੌਣ ਸੁਣੇਗਾ? ਜਿਹਦੇ ਬਾਰੇ ਸਾਨੂੰ ਪਤਾ ਹੋਏਗਾ ਕਿ ਆਹ ਬੰਦਾ, ਇਹਨੂੰ ਮੈਂ ਜਾਣਦਾ ਹੈ, ਇਹਦਾ ਇਹ ਨਾਮ ਹੈ, ਅਸੀਂ ਉਹਨੂੰ ਆਵਾਜ਼ ਮਾਰਾਂਗੇ, ਉਹ ਫਲਾਣੇ ਸੇ ਮੈਨੂੰ ਆ ਬਈ ਮੇਰੀ ਮਦਦ ਕਰੀ ਯਾਰ, ਤੇ ਉਹ ਸਾਡੇ ਵੱਲ ਨਜ਼ਰ ਮਾਰੇਗਾ, ਦੌੜ ਕੇ ਆਏਗਾ। ਇਸੇ ਤਰ੍ਹਾਂ ਹੀ ਸਤਿਗੁਰੂ ਵੀ, ਉਹਨੇ ਕਿਹਾ ਸਤਿਗੁਰ ਕਾ ਨਾਮ ਪੁਕਾਰੋ। ਸਤਿਗੁਰਾਂ ਦੇ ਉਹ ਕਹਿੰਦਾ ਕਿ ਜੋ ਨਾਮ ਹੈ ਉਹ ਸਾਡੇ ਹਿਰਦੇ ਦੇ ਵਿੱਚ ਹੋਣਾ ਚਾਹੀਦਾ ਹੈ। ਠੀਕ ਹੈ ਤਾਂ ਅੱਗੇ ਵੀ ਕੋਈ ਐਸਾ ਨਹੀਂ ਹੈ, ਪਰ ਕਈ ਉੱਤੇ ਪਰਦੇ ਪੈ ਗਏ ਨੇ, ਜਿਹਦੇ ਕਰਕੇ ਉਹ ਜਿਹੜੀ ਹੈ ਮੈਲਾਂ ਚੜ ਗਈਆਂ ਨੇ, ਉਹ ਨਾਮ ਸਾਨੂੰ ਦਿਖਾਈ ਨਹੀਂ ਦਿੰਦਾ, ਉਹ ਮਹਿਸੂਸ ਨਹੀਂ ਹੁੰਦਾ। ਇਸ ਕਰਕੇ ਅਸੀਂ ਹੋਰ ਨਾਮਾਂ ਦੇ ਵਿੱਚ ਭਟਕ ਗਏ। ਹੋਰ ਦੁਨੀਆ ਦੇ ਨਾਮ, ਲੱਖਾਂ ਨਾਮ ਸਾਨੂੰ ਯਾਦ ਨੇ, ਉਹਨਾਂ ਦੇ ਰਿਸ਼ਤਿਆਂ ਦਾ ਪਤਾ ਹੈ ਸਾਨੂੰ ਕਿ ਆਹ ਮੇਰਾ ਆਹ ਰਿਸ਼ਤਾ ਹੈ, ਮੇਰਾ ਆਹ ਰਿਸ਼ਤਾ ਹੈ, ਮੇਰਾ ਉਹ ਫਲਾਣੇ ਨਾਲ। ਜਿਹੜਾ ਗੁਰੂ ਇਹਦੇ ਨਾਲ ਸਦਾ ਸਦਾ ਜਿਹੜਾ ਚੱਲ ਰਿਹਾ ਹੈ, ਉਹਦੇ ਨਾਲ ਇਹਨੂੰ ਆਪਣਾ ਰਿਸ਼ਤਾ ਭੁੱਲ ਹੀ ਗਿਆ, ਉਹਦਾ ਨਾਮ ਹੀ ਭੁੱਲ ਗਿਆ ਇਸ। ਇਸ ਕਰਕੇ ਫਰਮਾ ਰਹੇ ਨੇ, ਸਤਿਗੁਰ ਕਾ ਨਾਮ ਪੁਕਾਰੋ, ਸਤਿਗੁਰ ਕੋ ਹੀਰੇ ਧਾਰੋ। ਹਾਂਜੀ। ਸਤਿਗੁਰ ਕਾ ਕਰੋ ਭਰੋਸਾ, ਫਿਰ ਕਰੋ ਨਾ ਕੁਛ ਅਫਸੋਸਾ। ਸਤਿਗੁਰ ਕਾ ਕਰੋ ਭਰੋਸਾ, ਫਿਰ ਨਾ ਕਰੋ ਕੁਛ ਅਫਸੋਸਾ। ਕਿਉਂਕਿ ਪਹਿਚਾਨ ਤਾਂ ਸਾਨੂੰ ਕੋਈ ਐਸੀ ਹੈ ਨਹੀਂ ਕਿਸੇ ਚੀਜ਼ ਦੀ ਵੀ, ਪਰ ਦੁਨੀਆ ਦੇ ਵਿੱਚ ਅਸੀਂ ਫਿਰ ਵੀ ਬਾਕੀ ਚੀਜ਼ਾਂ ਤੇ ਵਿਸ਼ਵਾਸ ਕਰ ਲੈਂਦੇ ਹਾਂ, ਭਰੋਸਾ ਕਰ ਲੈਂਦੇ ਹਾਂ। ਪਤਾ ਸਾਨੂੰ ਹੁਣ ਕਿਸੇ ਵੀ, ਸਾਡਾ ਕੋਈ ਘਰ ਦੇ ਵਿੱਚ ਸਾਡੇ ਆਪਣੇ ਜਿਹੜੇ ਜਨਮ ਦਿੱਤਾ ਜਿਹੜਾ ਬੱਚਾ, ਉਹਨਾਂ ਦਾ ਨਹੀਂ ਸਾਨੂੰ ਪਤਾ ਕਿ ਇਹਨਾਂ ਨੇ ਕੀ ਕਰਨਾ ਸਾਡੇ ਨਾਲ। ਭਰੋਸਾ ਕਿਸੇ ਚੀਜ਼ ਤੇ, ਪਰ ਫਿਰ ਵੀ ਅਸੀਂ ਵਿਸ਼ਵਾਸ ਕਰਦੇ ਹਾਂ, ਉਹਨਾਂ ਦੇ ਨਾਲ ਰਹਿੰਦੇ ਹਾਂ, ਉਹਨਾਂ ਦੀ ਪਾਲਣਾ ਪੋਸ਼ਣਾ ਕਰਦੇ ਹਾਂ, ਉਹਨਾਂ ਦਾ ਫਿਕਰ ਕਰਦੇ ਹਾਂ, ਟੈਨਸ਼ਨ ਲੈਂਦੇ ਹਾਂ, ਉਹਨਾਂ ਬਾਰੇ ਆਪਣੀ ਸਾਰੀ ਜ਼ਿੰਦਗੀ ਜਿਹੜੀ ਹੈ ਉਹਨਾਂ ਤੋਂ ਕੁਰਬਾਨ ਕਰ ਦਿੰਦੇ ਹਾਂ। ਲੇਕਿਨ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕਿ ਸਤਿਗੁਰ ਹਮੇਸ਼ਾ ਸਾਡੀ ਸੁਣਦੇ ਨੇ, ਸਤਿਗੁਰ ਸਾਡੇ ਅੰਗ ਸੰਗ ਨੇ, ਸਤਿਗੁਰ ਹੀ ਸਾਡੇ ਜਨਮਦਾਤਾ ਨੇ, ਉਹੀ ਸਾਡੀ ਪੁਕਾਰ ਸੁਣਦੇ ਨੇ, ਉਹਨਾਂ ਦੇ ਉੱਤੇ ਸਾਡਾ ਕਦੀ ਭਰੋਸਾ ਹੀ ਨਹੀਂ ਬਣਦਾ। ਡਾਵਾਂਡੋਲੀ ਜਿਹੜੀ ਚੱਲਦੀ ਰਹਿੰਦੀ ਹੈ ਮਨ ਦੇ ਵਿੱਚ, ਕਦੀ ਕੋਈ ਮਨ ਦੇ ਵਿੱਚ ਸੰਸ਼ਾ, ਕਦੀ ਕੋਈ ਸੰਸ਼ਾ, ਕਦੀ ਕਿਸੇ ਤਰ੍ਹਾਂ ਦੀ ਬੰਧਨ, ਕਦੀ ਕਿਸੇ ਤਰ੍ਹਾਂ ਦਾ ਬੰਧਨ। ਉਹੀ ਬੰਧਨ ਜਿਹੜੇ ਨੇ ਸਾਨੂੰ ਦੁੱਖ ਦਿੰਦੇ ਨੇ, ਹੋਰ ਕੋਈ ਬਾਹਰੋਂ ਨਹੀਂ। ਕੋਈ ਸਤਿਗੁਰ ਤੇ ਬਈ ਇਹਨੂੰ ਆਜ਼ਾਦ ਕਰਨ ਵਾਸਤੇ ਆਏ ਨੇ, ਇਹਦੇ ਹੀ ਜਿਹੜੇ ਸ਼ੰਕਾ ਦੇ ਜਿਹੜੇ ਬੰਧਨ ਨੇ, ਉਹਦੇ ਵਿੱਚ ਵਜ੍ਹਾ ਇਹ ਦੁੱਖ ਪਾ ਰਿਹਾ। ਇਸ ਲਈ ਫਰਮਾਉਂਦੇ ਨੇ, ਸਤਿਗੁਰ ਕਾ ਕਰੋ ਭਰੋਸਾ। ਕਹਿੰਦੇ ਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਬਈ ਸਤਿਗੁਰ ਹੀ ਸਭ ਕੁਝ ਕਰਨ ਵਾਲੇ ਨੇ, ਉਹੀ ਸਭ ਕੁਝ ਕਰ ਰਹੇ ਨੇ, ਹੁਣ ਮੈਨੂੰ ਕੋਈ ਫਿਕਰ ਨਹੀਂ ਹੈ, ਤੇ ਕਹਿੰਦੇ ਕਿ ਫਿਰ ਅਫਸੋਸ ਕਦ ਲਈ ਕਰਦਾ ਹੈ?
ਜਦੋਂ ਪਤਾ ਹੈ ਕਿ ਉਹਦਾ ਕੀਤਾ ਹੋ ਰਿਹਾ ਹੈ, ਉਹਦੇ ਕੀਤੇ ਤੋਂ ਬਗੈਰ ਹੋਰ ਕੋਈ ਵੀ ਕੁਝ ਕਰਨ ਵਾਲਾ ਨਹੀਂ ਹੈਗਾ, ਤੇ ਫਿਰ ਅਸੀਂ ਕਿਉਂ ਅਫਸੋਸ ਕਰੀਏ? ਫਿਰ ਕਿਉਂ ਡਾਵਾਂਡੋਲੀ ਅਸੀਂ ਰੱਖੀਏ? ਜੋ ਵੀ ਕਰੇਗਾ ਸਾਡੇ ਹਿੱਤ ਵਾਸਤੇ ਹੀ ਕਰੇਗਾ। ਜਿਸ ਤਰ੍ਹਾਂ ਮੈਂ ਕਈ ਵਾਰੀ ਦੱਸਿਆ ਹੈ ਕਿ ਬਈ ਕਿਸੇ ਵੇਲੇ ਬੱਚਾ ਬਿਮਾਰ ਹੁੰਦਾ ਹੈ, ਬੱਚੇ ਨੂੰ ਕੋਈ ਛੋਟਾ ਜਿਹਾ ਕੰਡਾ ਵੀ ਚੁੱਭ ਜਾਂਦਾ ਹੈ ਨਾ, ਤੇ ਮਾਂ ਨੂੰ ਦਰਦ ਹੁੰਦੀ ਹੈ, ਤੜਫਦੀ ਹੈ ਪੂਰੀ ਕਿ ਇਹਨੂੰ ਕੰਡਾ ਵੀ ਕਿੱਦਾਂ ਚੁੱਭ ਗਿਆ। ਛੋਟਾ ਜਿਹਾ ਵੀ ਕੰਡਾ ਜਿਹੜਾ ਤਾਂ ਉਹਦੀ ਮਤਲਬ ਉਹਨੂੰ ਐਂ ਤੜਫਾ ਦਿੰਦਾ ਹੈ। ਪਰ ਉਹੀ ਬੱਚਾ ਜਦੋਂ ਬਿਮਾਰ ਹੁੰਦਾ ਹੈ, ਕਿਤੇ ਜਦੋਂ ਕੋਈ ਬੁਖਾਰ ਹੋ ਜਾਂਦਾ ਹੈ, ਕੋਈ ਕਿਸੇ ਤਰ੍ਹਾਂ ਦੀ ਉਹਨੂੰ ਇਨਫੈਕਸ਼ਨ ਹੋ ਜਾਂਦੀ ਹੈ, ਕੋਈ ਪ੍ਰੋਬਲਮ ਵੱਧ ਜਾਂਦੀ ਹੈ, ਬੱਚੇ ਦਾ ਦੁੱਖ ਵੇਖ ਕੇ ਕਿ ਬਈ ਇਹ ਬਹੁਤ ਦੁਖੀ ਹੈ, ਇਹਨੂੰ 2 ਦਿਨ ਹੋ ਗਏ ਨੇ, 4 ਦਿਨ ਹੋ ਗਏ ਨੇ, ਤੜਫਦਾ ਪਿਆ ਏ, ਭੁੱਖ ਨਹੀਂ ਲੱਗ ਰਹੀ, ਰੋਟੀ ਨਹੀਂ ਖਾ ਰਿਹਾ, ਕੁਝ ਵੀ ਇਹਨੂੰ ਹਜਮ ਨਹੀਂ ਹੋ ਰਿਹਾ। ਫਿਰ ਉਹਦਾ ਜਦੋਂ ਦੁੱਖ ਦੇਖਦੀ ਹੈ ਕਿ ਲੰਬਾ ਖਿੱਚਿਆ ਜਾਂਦਾ ਹੈ, ਤੇ ਆਪ ਹੀ ਜਾ ਕੇ ਡਾਕਟਰ ਕੋਲੋਂ, ਡਾਕਟਰ ਦੇ ਕਹੇ ਦੇ ਮੁਤਾਬਕ, ਉੱਦਾਂ ਉਹ ਮਾੜਾ ਜਿਹਾ ਕੰਡਾ ਵੀ ਨਹੀਂ ਉਹਨਾਂ ਬਰਦਾਸ਼ਤ ਕਰਦੀ, ਤੇ ਡਾਕਟਰ ਕੋਲ ਜਾ ਕੇ ਆਪ ਉਹਦੀਆਂ ਲੱਤਾਂ ਫੜ ਕੇ, ਉਹਦੀਆਂ ਬਾਹਾਂ ਫੜ ਕੇ, ਤੇ ਡਾਕਟਰ ਦੇ ਕਹੇ ਦੇ ਉੱਤੇ ਉਹਨੂੰ ਇੰਨੀ ਵੱਡੀ ਸਿਰਿੰਜ ਜਿਹੜੀ ਹੈ ਇੰਜੈਕਸ਼ਨ ਜਿਹੜਾ ਉਹਨੂੰ ਲਵਾ ਦਿੰਦੀ। ਆਪਣੀ ਅੱਖਾਂ ਨਾਲ ਵੇਖਦੀ ਆ ਉਹਨੂੰ ਝਬੋਂਦਿਆਂ ਕਿ ਵੀ ਇਹ ਇੰਜੈਕਸ਼ਨ ਲੱਗ ਰਿਹਾ। ਪਰ ਫਿਰ ਉਹਨੂੰ ਪਤਾ ਹੈ ਕਿਉਂਕਿ ਇਹਦੇ ਭਲੇ ਵਾਸਤੇ ਆ, ਕਿ ਇੰਨੇ ਦਿਨ ਹੋ ਗਏ ਨੇ ਇਹਨੂੰ ਤੜਫਦਿਆਂ, ਤੇ ਚਲੋ ਜੇ ਇਹ ਥੋੜੀ ਜਿਹੀ ਦਰਦ ਹੋ ਵੀ ਰਹੀ ਏ, ਬਈ ਇਹ ਕਾਹਦੇ ਵਾਸਤੇ ਹੈ? ਤੇ ਦੁੱਖ ਨੂੰ ਦੂਰ ਕਰਨ ਵਾਸਤੇ ਆ। ਇਸੇ ਤਰ੍ਹਾਂ ਕਈ ਸਾਡੇ ਕਰਮ ਨੇ, ਬੜੇ ਜਨਮਾਂ ਦੇ ਕਈ ਕਰਮ ਨੇ ਜਿਹੜੇ ਸਾਡਾ ਖਹਿੜਾ ਨਹੀਂ ਛੱਡ ਰਹੇ। ਪਰ ਸਤਿਗੁਰਾਂ ਤੋਂ ਵੱਡਾ ਕੋਈ ਇਹਨਾਂ ਨੂੰ ਕੋਈ ਪਹਿਚਾਨਣ ਵਾਲਾ, ਇਹਨਾਂ ਨੂੰ ਕੱਟਣ ਵਾਲਾ ਕੋਈ ਹੈ ਨਹੀਂ। ਸਤਿਗੁਰਾਂ ਨੇ ਜੋ ਵੀ ਕੀਤਾ ਹੈ, ਅਸੀਂ ਦੇਖੀਏ ਉਹਨਾਂ ਦੀ ਜਿਹੜੀ ਜੋ ਵੀ ਉਹਨਾਂ ਨੇ ਇੱਕ ਪ੍ਰਕਿਰਤੀ, ਜੋ ਕੁਦਰਤ ਹੈ, ਉਹਦੇ 'ਚ ਦੇਖੀਏ ਕੋਈ ਨੁਕਸ ਕੱਢ ਸਕਦੇ ਹਾਂ ਅਸੀਂ? ਬੰਦੇ ਦੇ ਕੰਮਾਂ ਦੇ 'ਚ 100 ਨੁਕਸ ਕੱਢ ਸਕਦੇ ਹਾਂ। ਜਿੱਡੀ ਮਰਜ਼ੀ ਵਧੀਆ ਚੀਜ਼ ਹੈ, ਉਦੋਂ ਨਾ ਪਤਾ ਲੱਗੇਗਾ, ਥੋੜੀ ਦੇਰ ਬਾਅਦ ਪਤਾ ਲੱਗ ਜਾਂਦਾ ਕਿ ਹਾਂ ਆਹ ਇਹ 'ਚ ਪ੍ਰੋਬਲਮ ਹੈਗੀ। ਮੈਂ ਕਈ ਵਾਰੀ ਦੱਸਿਆ ਹੈ ਕਿ ਰੋਜ਼ ਨਵੀਆਂ ਕਾਢਾਂ ਨਿਕਲਦੀਆਂ ਨੇ, ਰੋਜ਼ ਕਾਰਾਂ ਨਵੀਆਂ ਆਉਂਦੀਆਂ ਨੇ, ਹਰ ਸਾਲ ਨਵੇਂ ਮਾਡਲ ਆਉਂਦੇ ਨੇ। ਜਦੋਂ ਆਉਂਦੀ ਏ ਉਹਨਾਂ ਦੀਆਂ ਬੜੀਆਂ ਅਸੀਂ ਸਿਫਤਾਂ ਸੀ, ਇਹਦੇ ਵਿੱਚ ਇੰਨੇ ਗੇਅਰ ਲੱਗ ਗਏ, ਇਹਦੇ ਵਿੱਚ ਆਹ ਜਿਹੜੀ ਫੈਸਿਲਿਟੀ ਦੇ ਦਿੱਤੀ, ਇਹਦੇ ਵਿੱਚ ਆਹ ਕਰ ਦਿੱਤਾ, ਬੜੀਆਂ ਉਹਦੀਆਂ ਸਿਫਤਾਂ ਕਰਦੇ ਆ ਕਿ ਇਹ ਹੁਣ ਪਿਛਲੇ ਮਾਡਲਾਂ ਨਾਲੋਂ ਐਡਵਾਂਸ ਮਾਡਲ ਆਇਆ। ਮੋਬਾਈਲ ਕੋਈ ਆਉਂਦਾ ਆ, ਅਸੀਂ ਕਹਿੰਦੇ ਆ ਕਿ ਪਿਛਲੀਆਂ ਇਹਦੇ 'ਚ ਆਹ ਸੀ, ਹੁਣ ਉਹ ਕਮੀ ਦੂਰ ਕਰ ਦਿੱਤੀ ਗਈ ਹੈ, ਹੁਣ ਇਸ ਤਰ੍ਹਾਂ ਕਰਕੇ ਇਹਨੂੰ ਹੋਰ ਐਡਵਾਂਸ ਕਰ ਦਿੱਤਾ ਗਿਆ ਹੈ। ਪਰ ਆਉਂਦਾ ਥੋੜਾ ਟਾਈਮ ਲੰਘਣ ਤੋਂ ਬਾਅਦ ਜਦੋਂ ਉਹ ਤੋਂ ਵੀ ਐਡਵਾਂਸ ਕੋਈ ਚੀਜ਼ ਆ ਜਾਂਦੀ ਹੈ, ਸਾਨੂੰ ਉਹ ਮਾੜੀ ਲੱਗਣੀ ਸ਼ੁਰੂ ਹੋ ਜਾਂਦੀ ਸੀ, ਕਹਿੰਦੇ ਨਹੀਂ ਇਹਦੇ 'ਚ ਤਿਆਰ ਨੁਕਸ ਹੈ, ਅਗਲੇ 'ਚ ਹੁਣ ਇਸ ਤਰ੍ਹਾਂ ਹੈ। ਇਹ ਆਉਂਦਾ ਜਾਂਦਾ ਪਿਆ, ਆਈ ਜਾਂਦੇ ਆ, ਹਰ ਸਾਲ ਨਵੇਂ ਤੋਂ ਨਵੇਂ ਮਾਡਲ ਆਈ ਜਾਂਦੇ ਆ, ਪਰ ਪਰਫੈਕਟ ਚੀਜ਼ ਕੋਈ ਨਹੀਂ ਅਜੇ ਤੱਕ ਕੋਈ ਐਸੀ। ਪਰ ਮੈਂ ਕਈ ਵਾਰੀ ਦੱਸਿਆ ਕਿ ਜੋ ਕੁਦਰਤ ਨੇ ਬਣਾਇਆ, ਜੋ ਪਰਮਾਤਮਾ ਨੇ ਪੈਦਾ ਕਰ ਦਿੱਤਾ, ਉਹਦੇ ਵਿੱਚ ਕੋਈ ਨੁਕਸ ਨਹੀਂ। ਪਰਮਾਤਮਾ ਨੇ ਜਿੰਨੇ ਜੀਵ ਪੈਦਾ ਕੀਤੇ, ਜਿੰਨੇ ਇਨਸਾਨ ਪੈਦਾ ਕੀਤੇ ਆ, ਕਦੀ ਵਿਗਿਆਨਿਕ ਇਹ ਹੋਇਆ ਕਿ ਅੱਖਾਂ ਇੱਥੇ ਨਹੀਂ, ਅੱਖਾਂ ਕੱਢ ਕੇ ਹੋਰ ਸਿਰ ਤੇ ਲਾ ਦਈਏ, ਬਾਹਾਂ ਕੱਢ ਕੇ ਥੱਲੇ ਲਾ ਦਈਏ, ਹੋਰ ਕਿਤੇ ਕਰ ਦਈਏ? ਨਹੀਂ, ਉਹਦੀ ਜੋ ਜਿਹੜੀ ਕੁਦਰਤ ਹੈ, ਉਹਦੇ 'ਚ ਕੋਈ ਨੁਕਸ ਨਹੀਂ, ਕੋਈ ਕਿਸੇ, ਜੋ ਉਹਨੇ ਕੀਤਾ ਹੈ ਪਰਫੈਕਟ ਕੀਤਾ ਹੈ। ਉਸ ਸਾਡੀ ਸਮਝ ਤੋਂ ਬਹੁਤ ਅੱਗੇ ਦੀ ਗੱਲ ਹੈ। ਦੇਖੋ ਸਰੀਰ ਦੇ ਵਿੱਚ ਇੱਕ ਗਰਮੀ ਜਿਹੜੀ ਹੁੰਦੀ ਹੈ, ਜਿਹੜੀ ਭੋਜਨ ਨੂੰ ਪਚਾਉਂਦੀ ਹੈ, ਬਾਕੀ ਚੀਜ਼ਾਂ ਨੂੰ ਸਾਰਾ ਉਹਨੂੰ ਕਰਦੀ ਹੈ, ਤੇ ਦੇਖੋ ਉਹਦੇ ਵਾਸਤੇ ਜਿਸ ਤਰ੍ਹਾਂ ਅਸੀਂ ਬਾਹਰ AC ਕੂਲਰ ਕਈ ਕੁਛ ਹੁੰਦੇ ਨੇ ਚੀਜ਼ਾਂ ਠੰਡੇ ਕਰਨ, ਹਰ ਇੱਕ ਨੂੰ ਉਹਨੂੰ ਪੈਦਾ ਕੀਤਾ। ਦੇਖੋ ਕਿਸ ਤਰ੍ਹਾਂ ਦੀ ਉਹ ਚੀਜ਼ ਹੈ ਜੋ ਸਾਨੂੰ ਕਦੀ ਸੋਚ 'ਚ ਨਹੀਂ ਆ ਸਕਦੀ। ਕਿੰਨੇ ਮਸਾਮ ਨੇ ਸਾਡੇ ਜਿਨ੍ਹਾਂ ਤੋਂ ਪਸੀਨਾ ਬਾਹਰ ਨਿਕਲਦਾ ਹੈ, ਉਹਨਾਂ ਦੇ ਰਾਹੀਂ, ਹਵਾ ਰਾਹੀਂ ਹੀ ਉਹ ਜਿਹੜੀ ਸਰੀਰ ਦੀ ਗਰਮੀ ਨੂੰ ਕੰਟਰੋਲ ਕਰਨ ਵਾਸਤੇ ਉਹ ਚੀਜ਼ਾਂ, ਜਿਸ ਤਰ੍ਹਾਂ ਕਿ ਅਸੀਂ ਕਹਿ ਦਿੰਦੇ ਹਾਂ ਕਿ ਕੂਲਰ ਥਾਣੀ ਪਾਣੀ ਜਿਸ ਤਰ੍ਹਾਂ ਹਵਾ ਛਣ ਕੇ ਆਉਂਦੀ ਹੈ, ਠੰਡੀ ਆਉਂਦੀ ਹੈ, ਅੰਦਰ ਉਹਨੂੰ ਕਰਨ ਵਾਸਤੇ ਉਹਨੇ ਕਿੱਦਾਂ ਦੇ ਇੰਤਜ਼ਾਮ ਕੀਤੇ। ਮਤਲਬ ਕਿਸੇ ਕਹਿਣ ਦਾ ਭਾਵ ਕਿ ਕਿਸੇ ਵੀ ਚੀਜ਼ ਦੀ ਉਹਦੀ ਸਾਨੂੰ ਸਮਝ ਨਾ ਆਵੇ, ਵੱਖਰੀ ਗੱਲ ਹੈ, ਸਮਝਣ 'ਚ ਦੇਰ ਲੱਗ ਸਕਦੀ ਹੈ, ਪਰ ਉਹਦੇ 'ਚ ਕੋਈ ਅਸੀਂ ਉਹ ਨਹੀਂ, ਆਪਣੀ ਬੁੱਧੀ ਦੇ ਨਾਲ ਅਸੀਂ ਕਹੀਏ ਕਿ ਨਹੀਂ ਆਹ ਨਹੀਂ ਠੀਕ, ਉਹ ਨਹੀਂ ਠੀਕ। ਜਿਹੜੀ ਵੀ ਚੀਜ਼ ਅਸੀਂ ਕਵਾਂਗੇ, ਅਸੀਂ ਥੋੜੀ ਦੇਰ ਬਾਅਦ ਪਤਾ ਲੱਗ ਜਾਏਗਾ ਕਿ ਨਹੀਂ ਅਸੀਂ ਗਲਤ ਸਾਂ, ਉਹ ਗਲਤ ਨਹੀਂ ਹੈਗਾ। ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਸਤਿਗੁਰ ਕਾ ਕਰੋ ਭਰੋਸਾ, ਫਿਰ ਕਰੋ ਨਾ ਕੁਛ ਅਫਸੋਸਾ। ਜੋ ਵੀ ਹੋ ਰਿਹਾ, ਜੋ ਵੀ ਉਹਨਾਂ ਦੀ ਮੌਜ ਦੇ ਵਿੱਚ, ਉਹਦਾ ਭਰੋਸਾ ਕਰੋ, ਉਹ ਜੋ ਵੀ ਹੋ ਰਿਹਾ ਆ ਸਾਡੇ ਭਲੇ ਵਾਸਤੇ ਹੀ ਹੈ। ਜੋ ਕਰਮ ਨੇ ਆਪਣੇ, ਜੋ ਜਿਸ ਤਰ੍ਹਾਂ ਦਾ ਵੀ ਸਾਡੀ ਪ੍ਰਾਲਬਧ ਹੈ, ਸਤਿਗੁਰਾਂ ਨੇ ਫਰਮਾਉਣਾ ਕਿ ਬਈ ਇਹਦਾ ਜਦੋਂ ਅਸੀਂ ਗੁਰੂ ਪਾਸੋਂ ਨਾਮ ਲੈਂਦੇ ਹਾਂ, ਅਸੀਂ ਉਹਦੇ
ਚਰਨਾਂ ਦੇ ਵਿੱਚ ਜਾ ਕੇ ਬੇਨਤੀ ਕਰਦੇ ਆ ਤੇ ਸਤਿਗੁਰਾਂ ਨੇ ਫਰਮਾਇਆ ਕਿ ਵੀ ਇਹਦਾ ਰੁਪਈਏ ਦੇ ਵਿੱਚੋਂ 12 ਆਨੇ ਜਿਹੜਾ ਕਰਮ ਹੈ ਉਹ ਤੇ ਸਤਿਗੁਰ ਆਪਣੇ ਹੀ ਗੁੱਥੀ 'ਚੋਂ ਭੁਗਤਾ ਦਿੰਦੇ ਨੇ। ਬਾਕੀ ਠੀਕ ਹੈ, ਜਿਹੜਾ ਕਰਮ ਕੀਤਾ ਹੈ, ਜਿਸ ਤਰ੍ਹਾਂ ਉਹਨੇ ਕਿਹਾ ਕਿ ਸੂਲੀ ਤੋਂ ਸੂਲ ਕਰ ਦਿੰਦੇ ਨੇ। ਕੋਈ ਥੋੜੀ ਚੀਜ਼ ਹੈ ਕਿ ਸੂਲੀ ਤੋਂ ਸੂਲ ਕਰ ਦੇਣਾ। ਇੱਕ ਬੰਦਾ ਫਾਂਸੀ ਤੇ ਚੜਨ ਲੱਗਾ, ਚੜਨ ਵਾਸਤੇ ਉਹਦੇ ਕਰਮ 'ਚ ਲਿਖਿਆ ਹੈ ਤੇ ਉਹਨੂੰ ਸੂਲੀ ਤੋਂ ਸੂਲ ਕਰਕੇ ਕੰਡਾ ਚਬਵਾ ਕੇ ਉਹਦਾ ਉਹ ਕਰਮ ਕੱਟ ਦੇਣਾ। ਹਾਂ, ਇਨਸਾਨ ਦੀ ਫਿਤਰਤ ਹੈ, ਇਹ ਕੰਡਾ ਵੀ ਚੁਭੇਗਾ, ਇਹਨੇ ਤਾਂ ਵੀ ਦੋਸ਼ ਦੇਣਾ ਕਿ ਆਹ ਕਿਉਂ ਹੋ ਗਿਆ, ਉਹ ਕਿਉਂ ਹੋ ਗਿਆ। ਪਰ ਜੇ ਇਹਨੂੰ ਪਤਾ ਲੱਗ ਜੇ, ਜਦੋਂ ਇਹਨੂੰ ਇਹ ਦਿਸ ਜੇ ਕਿ ਮੈਨੂੰ ਤੇ ਬਈ ਆਹ ਕਰਮ ਸੀ ਮੇਰਾ, ਫਿਰ ਇਹ ਸ਼ਾਂਤੀ ਇਹਨੂੰ ਆਉਂਦੀ ਹੈ। ਇਸ ਕਰਕੇ ਠੀਕ ਹੈ, ਸਾਡੇ ਗੁਰੂ ਮਹਾਰਾਜ ਨੇ ਸਾਨੂੰ ਦਇਆ ਕਰਕੇ ਉਹ ਦੱਸਿਆ ਕਿ ਬਈ ਇਸ ਤਰੀਕੇ ਦੇ ਨਾਲ ਇਕਾਗਰਤਾ ਦੇ ਵਿੱਚ ਆਓ, ਧਿਆਨ ਕਰੋ, ਤੁਹਾਨੂੰ ਸਭ ਕੁਝ ਹੀ ਸ਼ੀਸ਼ੇ ਵਾਂਗੂ ਸਾਫ਼ ਦਿਸਣਾ ਸ਼ੁਰੂ ਹੋ ਜਾਏਗਾ, ਪਤਾ ਲੱਗ ਜਾਂਦਾ ਹੈ। ਜੇ ਨਹੀਂ ਵੀ ਇਹ ਤੇ ਬਈ ਉਦੋਂ ਤੱਕ ਇੱਕ ਭਰੋਸਾ ਰੱਖੇ। ਸਾਡੀ ਡਾਕਟਰ ਕੋਲ ਜਾਂਦੇ ਹਾਂ, ਹੁਣ ਡਾਕਟਰੀ ਤਾਂ ਨਹੀਂ ਸਾਰੀ ਕਰ ਸਕਦੇ, ਸਾਰੇ ਤੇ ਡਾਕਟਰ ਨਹੀਂ ਬਣ ਸਕਦੇ ਕਿ ਅਸੀਂ ਡਾਕਟਰੀ ਪੜ੍ਹ ਲਈ ਸਾਰੇ। ਪਰ ਭਾਵੇਂ ਡਾਕਟਰ ਕਹਿੰਦਾ ਹੈ, ਜੇ ਕਹਿੰਦਾ ਡਾਕਟਰ ਕਿ ਨਹੀਂ ਬਈ ਇਹ ਤੇ ਇਦਾਂ ਨਹੀਂ, ਆਪਰੇਸ਼ਨ ਕਰਨਾ ਪਏਗਾ, ਅਸੀਂ ਕਹਿੰਦੇ ਚਲੋ ਠੀਕ ਹੈ ਜੀ ਕਰ ਦੋ, ਉੱਤੇ ਭਰੋਸਾ ਕਰ ਲੈਂਦੇ ਆ। ਅਜੇ ਕਿ ਉਹ ਸਾਡਾ ਕੁਝ ਲੱਗਦਾ ਨਹੀਂ, ਕੁਝ ਪਤਾ ਨਹੀਂ ਕੀ ਹੋਣਾ ਕੀ ਨਹੀਂ ਹੋਣਾ, ਭਾਵੇਂ ਉਹ ਸਾਡੇ ਕੋਲ ਪਹਿਲਾਂ ਸਾਈਨ ਕਰਵਾ ਲੈਂਦੇ ਨੇ, ਫਿਰ ਉੱਤੇ ਭਰੋਸਾ ਹੋ ਜਾਂਦਾ ਹੈ। ਪਰ ਜਿਹਨੂੰ ਅਸੀਂ ਸਤਿਗੁਰ ਕਹਿੰਦੇ ਆ ਉਹਦੇ ਤੇ ਸਾਡਾ ਭਰੋਸਾ ਨਹੀਂ ਬਚਦਾ। ਇਸ ਕਰਕੇ ਪੱਕਿਆਂ ਕਰ ਰਹੇ ਨੇ, ਸਤਿਗੁਰ ਕਾ ਕਰੋ ਭਰੋਸਾ, ਫਿਰ ਨਾ ਕਰੋ ਕੁਛ ਅਫਸੋਸਾ। ਹਾਂਜੀ, ਅੱਗੇ। ਸਤਿਗੁਰ ਤੋਹੇ ਛਿਨ ਛਿਨ ਪੋਸੇ, ਹੰਗਤਾ ਤੇਰੀ ਸਭ ਬੇਦ ਖੋਸੇ। ਹੁਣ ਇਹ ਆ ਕਿ ਭਰੋਸਾ ਸਤਿਗੁਰਾਂ ਦਾ ਆ ਜਾਵੇ, ਇਹ ਉਹਨਾਂ ਦੇ ਤਰੀਕੇ ਨਾਲ ਚੱਲ ਪਵੇ, ਫਿਰ ਤੇ ਕੋਈ ਗੱਲ ਨਹੀਂ ਕਿਸੇ ਤਰ੍ਹਾਂ ਦੀ। ਪਰ ਜਦੋਂ ਭਰੋਸਾ ਨਹੀਂ ਹੁੰਦਾ, ਫਿਰ ਅਸੀਂ ਕਈ ਤਰ੍ਹਾਂ ਦੇ ਆਪਣੇ ਮਨ ਦੀਆਂ ਚਾਲਾਂ ਖੇਡਦੇ ਹਾਂ, ਕਰਮ ਕਰਦੇ ਹਾਂ, ਬਚਨ ਨੂੰ ਮੰਨਦੇ ਨਹੀਂ, ਆਪਣੇ ਮਨ ਨਾਲ ਚੱਲੀ ਜਾਂਦੇ ਆ। ਫਿਰ ਜਿਹੜੇ ਕਰਮ ਕੀਤੇ, ਜਿਹੜੇ ਕਮਾਏ ਆ, ਉਹ ਤੇ ਬਈ ਵੱਢਣੇ ਵੀ ਪੈਣੇ ਆ। ਜਿਹੜੀ ਫਸਲ ਬੀਜੀ ਆ ਕੱਟਣੀ ਇਹਨੂੰ ਹੀ ਪੈਣੀ। ਹੁਣ ਜਦੋਂ ਆਪਣੇ ਮਨ ਦੇ ਨਾਲ ਕੋਈ ਲੱਗ ਕੇ ਕੋਈ ਕਰਮ ਕਰ ਲੈਂਦਾ ਏ, ਕੁਛ ਵੀ ਜਿਹੜੇ ਕੀਤੇ ਉਹਦੇ ਇੱਕ ਤੇ ਪਿਛਲੇ ਕਰਮ ਹੁੰਦੇ ਆ, ਹੁਣ ਵੀ ਸਾਡੇ ਕੋਲ ਕਿਹੜਾ ਜਿਸ ਤਰ੍ਹਾਂ ਫਰਮਾਇਆ ਕਿ ਕਰੋ ਭਰੋਸਾ, ਭਰੋਸਾ ਆਉਂਦਾ ਨਹੀਂ, ਕਰਮ ਕਰ ਲੈਂਦੇ ਆ, ਉਹਨਾਂ ਦੇ ਵਚਨਾਂ ਤੇ ਚੱਲਿਆ ਨਹੀਂ ਜਾਂਦਾ, ਤੇ ਉਹ ਫਿਰ ਕੁਛ ਨਾ ਕੁਛ ਜਦੋਂ ਉਹਨੂੰ ਕੱਟਣ ਵਾਸਤੇ ਉਹ ਕਰਦੇ ਨੇ, ਫਿਰ ਸਾਨੂੰ ਅੱਛਾ ਨਹੀਂ ਲੱਗਦਾ। ਹੁਣ ਉਹ ਫਰਮਾਉਂਦੇ ਨੇ ਕਿ ਸਤਿਗੁਰ ਤੋਹੇ ਛਿਨ ਛਿਨ ਪੋਸੇ, ਉਹ ਤੇ ਛਿਨ ਛਿਨ ਸਾਡਾ ਸਾਹ ਆ ਰਹੇ ਨੇ, ਸਾਨੂੰ ਪਾਲ ਰਹੇ ਨੇ। ਇੱਕ ਸਾਹ ਵੀ ਰੁਕ ਜਾਵੇ ਤੇ ਬੰਦਾ ਖਤਮ। ਜਿਹੜਾ ਆਇਆ ਉਹ ਵਾਪਸ ਅੰਦਰ ਨਾ ਗਿਆ ਤੇ ਤਾਂ ਵੀ ਨਹੀਂ ਗੱਲ ਬਣਨੀ, ਜਿਹੜਾ ਬਾਹਰ ਆਇਆ ਅੰਦਰ ਨਾ ਗਿਆ ਤੇ ਤਾਂ ਵੀ ਨਹੀਂ ਗੱਲ ਬਣਨੀ। ਉਹ ਤੇ ਬਈ ਛਿਨ ਛਿਨ ਸਾਡਾ ਉਹਨੂੰ ਪਾਲਣਾ ਪੋਸਣਾ ਕਰ ਰਹੇ ਨੇ, ਇਹਨੂੰ ਚਲਾ ਰਹੇ ਨੇ। ਪਰ ਕਹਿੰਦੇ ਨੇ ਕਿ ਸਤਿਗੁਰ ਤੋਹੇ ਛਿਨ ਛਿਨ ਪੋਸੇ, ਹੰਗਤਾ ਤੇਰੀ ਸਭ ਬਿਨ ਕੋਸੇ। ਕਹਿੰਦੇ ਲੇਕਿਨ ਪਾਲਣਾ ਪੋਸਾ ਜਿਸ ਤਰ੍ਹਾਂ ਇੱਕ ਬੱਚੇ ਨੂੰ ਮਾਤਾ ਪਿਤਾ ਪਾਲਦੇ ਨੇ, ਪਾਲਦੇ ਜ਼ਰੂਰ ਨੇ, ਉਹਦੀਆਂ ਹਰ ਜ਼ਰੂਰਤਾਂ ਪੂਰੀਆਂ ਕਰਦੇ ਨੇ, ਪਰ ਜਦੋਂ ਦੇਖਦੇ ਆ ਕਿ ਇਹ ਗਲਤ ਰਸਤੇ ਤੇ ਚੱਲ ਰਿਹਾ ਤੇ ਫਿਰ ਉਹਦੀ ਚੰਗੀ ਤਰ੍ਹਾਂ ਮੁਰੰਮਤ ਵੀ ਕਰ ਲੈਂਦੇ ਆ, ਉਹਦਾ ਖਰਚਾ ਵੀ ਬੰਦ ਕਰ ਦਿੰਦੇ ਆ, ਉਹਨੂੰ ਅੰਦਰ ਵੀ ਕਮਰੇ 'ਚ ਵੀ ਡੱਕ ਦਿੰਦੇ ਆ, ਉਹਨੂੰ ਦੋ ਚਪੇੜਾਂ ਵੀ ਮਾਰ ਦਿੰਦੇ ਆ, ਜੋ ਉਹਨਾਂ ਨੂੰ ਠੀਕ ਲੱਗਦਾ ਹੈ ਉਹਦੇ ਮੁਤਾਬਕ ਉਹਨੂੰ ਕਰਦੇ ਆ। ਲੇਕਿਨ ਜਦੋਂ ਕੁਛ ਐਸਾ ਹੁੰਦਾ ਹੈ ਸਾਡੇ ਮਨ 'ਚ ਹੁੰਦਾ ਇਹ ਕਿਉਂ ਹੋ ਗਿਆ, ਇਹ ਕਿਸ ਤਰ੍ਹਾਂ ਹੋ ਗਿਆ। ਮੈਂ ਕਈ ਵਾਰੀ ਦੱਸਦਾ ਹੈ ਕਿ ਬਈ ਸਭ ਕੁਛ ਉਹਨਾਂ ਦੇ ਹੱਥ ਦੇ ਵਿੱਚ ਹੈ। ਕਹਿ ਡਰਤ ਰਹੇ ਸੋ ਉਭਰੇ ਗਾਫਲ ਖਾਈ ਮਾਰ। ਪਾਲਦੇ ਪੋਸਦੇ ਸਭ ਕੁਛ ਉਹੀ ਹੈ, ਸਭ ਕੁਛ। ਅਹੰਕਾਰ ਨਾ ਕਰੀਏ ਕਿਸੇ ਵੀ ਚੀਜ਼ ਦਾ ਕਿ ਦੇਖੋ ਜੀ ਅਸੀਂ ਕਿੱਡਾ ਵਧੀਆ ਇੰਤਜ਼ਾਮ ਕੀਤਾ ਜੀ, ਦੇਖੋ ਜੀ ਮੈਂ ਬੜਾ ਆਪਣੇ ਘਰ ਨੂੰ ਬੜਾ ਮੇਨਟੇਨ ਰੱਖਿਆ ਹੈ ਜੀ, ਮੈਂ ਤੇ ਆਪਣੇ ਬੱਚਿਆਂ ਨੂੰ ਜੀ ਇਦਾਂ ਕੀਤਾ ਜੀ। ਮੈਂ ਜਿਹੜੀ ਵਾਲੀ ਗੱਲ ਆ ਇਹ ਬਈ ਇਹ ਨਿਕਲ ਜਾਵੇ। ਜਿਸ ਤਰ੍ਹਾਂ ਕਿਹਾ ਸਤਿਗੁਰ ਕਾ ਕਰੋ ਭਰੋਸਾ, ਇੱਕੋ ਹੀ ਚੀਜ਼ ਹੋਵੇ ਕਿ ਜੋ ਕਰ ਰਹੇ ਨੇ ਸਤਿਗੁਰ ਕਰ ਰਹੇ ਨੇ, ਸਿਰਫ ਜ਼ੁਬਾਨ ਤੇ ਨਹੀਂ ਦਿਲ ਦੇ ਅੰਦਰ ਉਹ ਚੀਜ਼ ਹੋਵੇ। ਜਦੋਂ ਉਹ ਹੋਏਗੀ ਸਾਡੇ ਕਰਮਾਂ ਦਾ ਜਿਹੜਾ ਬਾਹਰ ਦਾ ਜਿਹੜਾ ਹਿਸਾਬ ਕਿਤਾਬ ਜਿਹੜਾ ਇਹ ਖਤਮ ਹੋ ਜਾਏਗਾ। ਕਰਮ ਅਸੀਂ ਕੋਈ ਐਸਾ ਕਰਾਂਗੇ ਨਹੀਂ, ਹਰ ਵੇਲੇ ਡਰਾਂਗੇ। ਤੇ ਜਦੋਂ ਫਿਰ ਐਸਾ ਕਰਮ ਬਣ ਜਾਂਦਾ, ਜਿਸ ਤਰ੍ਹਾਂ ਉਹਨੇ ਕਿਹਾ ਕਿ ਸਤਿਗੁਰ ਤੋਹੇ ਛਿਨ ਛਿਨ ਪੋਸੇ, ਹੰਗਤਾ ਤੇਰੀ ਸਭ ਬਿਦ ਕੋਸੇ। ਕਹਿੰਦੇ ਹੰਗਤਾ, ਜਦੋਂ ਹੰਕਾਰ ਆ ਜਾਂਦਾ ਹੈ ਮਨ ਦੇ ਵਿੱਚ, ਪੋਸ ਤੇ ਉਹ ਰਹੇ ਨੇ, ਪਾਲ ਤੇ ਉਹ ਰਹੇ ਨੇ, ਕੰਮ ਤੇ ਉਹ ਸਾਰੇ ਕਰਵਾ ਰਹੇ ਨੇ, ਇਹ ਆਪਣੇ ਉੱਤੇ ਜਦੋਂ ਚੁੱਕ ਲੈਂਦਾ ਟੋਕਰਾ, ਜਦੋਂ ਇਹ ਹੰਕਾਰ ਕਰਨ ਲੱਗ ਪੈਂਦਾ ਕਿ ਮੈਂ ਇਦਾਂ ਕੀਤਾ, ਮੈਂ ਨਾ ਕਰਦਾ ਤੇ ਇਦਾਂ ਕਿੱਦਾਂ ਹੋਣਾ ਸੀ, ਉਹ ਫਲਾਣਾ ਇਦਾਂ ਉਹਨੇ ਕੀਤਾ ਤੇ ਫਿਰ ਮੇਰਾ ਕੰਮ ਹੋਇਆ, ਇਸ ਤਰ੍ਹਾਂ ਜਦੋਂ ਕਈ ਹੰਕਾਰ ਆਉਂਦੇ ਨੇ ਤੇ ਉਹ ਕਹਿੰਦੇ ਕਿ ਹੰਗਤਾ ਤੇਰੀ ਸਭ ਬਿਨ ਕੋਸੇ। ਕਿਸੇ ਤਰ੍ਹਾਂ ਵੀ
ਉਹਨਾਂ ਨੇ ਹੰਕਾਰ ਰਹਿਣ ਨਹੀਂ ਦੇਣਾ। ਉਹਨਾਂ ਨੇ ਇੱਕ ਇੱਕ, ਜਿਸ ਤਰ੍ਹਾਂ ਕਹਿੰਦੇ ਆ ਨਾ, ਜਿਸ ਤਰ੍ਹਾਂ ਰੰਦਾ ਲਾ ਲਾ ਕੇ, ਛਿਲਦਾ ਲਾ ਕੇ, ਜਦੋਂ ਤੱਕ ਉਹ ਉੱਥੋਂ ਤੱਕ ਆ ਨਹੀਂ ਜਾਂਦੀ, ਉਹ ਰੰਦਾ ਲੱਗਦਾ ਜਾਂਦਾ ਹੈ। ਇਸੇ ਤਰ੍ਹਾਂ ਉਹ ਕਹਿੰਦੇ ਕਿ ਹੰਗਤਾ ਤੇਰੀ ਸਭ ਬਿਨ ਖੋਸੇ, ਹੰਗਤਾ ਉਹਨਾਂ ਨੇ ਰਹਿਣ ਨਹੀਂ ਦੇਣੀ। ਕਿਉਂਕਿ ਕਹਿੰਦੇ ਪ੍ਰਭ ਜੀ ਹੰਕਾਰ ਨਾ ਪਾਇੰਦਾ। ਜੇ ਉਸ ਘਰ ਦੇ ਵਿੱਚ ਅਸੀਂ ਜਾਣਾ ਹੈ ਤੇ ਬਈ ਉੱਥੇ ਇਹ ਚੀਜ਼ਾਂ ਨਾਲ ਲੈ ਕੇ ਨਹੀਂ ਜਾ ਸਕਦੇ। ਉੱਥੇ ਤੋਂ ਜਿਸ ਤਰ੍ਹਾਂ ਦੀ ਨਿਰਮਲ ਸੁਰਤ ਆਈ ਸੀ ਉੱਦਾਂ ਨਿਰਮਲ ਹੀ ਜਾਣੀ ਹੈ। ਇੱਥੇ ਆਣ ਕੇ ਇੱਥੋਂ ਦੀ ਜਿਹੜੀਆਂ ਕਾਲਖਾਂ ਚਮੜ ਗਈਆਂ, ਇਹ ਇੱਥੇ ਹੀ ਲਾ ਕੇ ਉਹਨਾਂ ਨੇ ਖੜਨਾ। ਇਸ ਕਰਕੇ ਜਿੰਨੀ ਜਲਦੀ ਸਤਿਗੁਰਾਂ ਦੇ ਉੱਤੇ ਭਰੋਸਾ, ਜਿੰਨਾ ਚਿਰ ਸਤਿਗੁਰਾਂ ਦੇ ਜਲਦੀ ਉਸ ਬਚਨ ਚ ਆ ਜਾਵਾਂਗੇ, ਉਨਾ ਹੀ ਸਾਡੇ ਵਾਸਤੇ ਵਧੀਆ ਹੈ। ਹਾਂਜੀ, ਅੱਗੇ। ਤੂੰ ਕਰ ਓਨ ਚਰਨਨ ਹੋਸੇ, ਸਤ ਗੁਰ ਸੇ ਮਤ ਕਰ ਰੋਸੇ। ਕਹਿੰਦੇ ਤੂੰ ਕਰ ਉਨ ਚਰਨਨ ਹੋਸ਼ੇ। ਕਹਿੰਦੇ ਕਰ ਤਾਂ ਸਭ ਕੁਝ ਹੋ ਰਹੇ ਨੇ, ਕਈ ਵੀ ਜਾਣੇ ਆ, ਜਿਸ ਤਰ੍ਹਾਂ ਉਹ ਕੀ ਕਹਿੰਦੇ ਆ ਕਿ ਫਿਰ ਵੀ ਉਹ ਆਪਣੀਆਂ ਚਾਲਾਂ ਨਹੀਂ ਛੱਡਦੇ, ਕੰਮ ਆਪਣਾ ਫਿਰ ਉੱਥੇ ਤੋਂ ਉੱਥੇ ਰੱਖਦੇ ਆ, ਮੰਨਦੇ ਵੀ ਆ, ਸਭ ਕੁਝ ਕਰਦੇ ਆ, ਪਰ ਆਪਣੀ ਜਿਹੜੀਆਂ ਚਲਾਕੀਆਂ ਸਾਡੀਆਂ ਜਾਂਦੀਆਂ ਨੇ। ਇਸ ਕਰਕੇ ਪਾਉਂਦੇ ਨੇ ਤੂੰ ਕਰ ਉਹਨ ਚਰਨਨ ਹੋਸ਼ੇ। ਕਹਿੰਦੇ ਉਹਨਾਂ ਦੇ ਚਰਨਾਂ ਦੇ ਵਿੱਚ ਚਿੱਤ ਨੂੰ ਰੱਖ, ਹੋਸ਼ ਕਰ ਕੋਈ ਥੋੜੀ, ਜੋ ਜਿਸ ਤਰ੍ਹਾਂ ਕਰ ਰਿਹਾ ਇਹ ਜਿਹੜੀਆਂ ਚੀਜ਼ਾਂ ਨੂੰ ਛੱਡ ਦੇ। ਸਮਾਂ ਲੰਘਦਾ ਲੰਘਦਾ ਲੰਘ ਹੀ ਜਾਂਦਾ ਹੈ ਕਿ ਜਿਸ ਕੰਮ ਵਾਸਤੇ ਮਿਲਿਆ, ਜੇ ਕੰਮ ਨਾ ਕੀਤਾ, ਥੋੜਾ ਜਿਹਾ ਵੀ ਰਹਿ ਗਿਆ। ਮੰਨ ਲਓ ਕਿ ਜਿਸ ਤਰ੍ਹਾਂ ਪੇਪਰ ਆਉਂਦੇ ਨੇ, ਬੱਚਾ ਜਾ ਕੇ 12 ਮਹੀਨੇ ਉਹਨੂੰ ਮਿਲੇ ਨੇ ਉਹਦੇ ਵਾਸਤੇ, 7-8 ਮਹੀਨੇ 8 ਮਹੀਨੇ ਉਹ ਪੜ੍ਹਦਾ ਹੀ ਨਹੀਂ, ਧਿਆਨ ਹੀ ਨਹੀਂ ਦਿੰਦਾ, ਬਾਅਦ ਚ ਕਰਨਾ ਸ਼ੁਰੂ ਕਰਦਾ ਕੰਮ, ਹੋਸ਼ ਆ ਵੀ ਜਾਂਦੀ ਏ। ਤੇ ਹੁਣ ਚੈਪਟਰ ਹੈਗੇ ਨੇ, ਮੰਨ ਲਓ 12 ਮਹੀਨੇ 12 ਹੀ ਚੈਪਟਰ ਹੋਣ, ਤੇ ਜੇ ਉਹ 4-5 ਮਹੀਨਿਆਂ ਚ ਉਹਨੇ 4-5 ਕਰ ਵੀ ਲਏ, ਤੇ ਜਿਹੜੇ 4-5 ਰਹਿ ਗਏ ਉਹ ਕਿੱਥੇ ਪੂਰਾ ਕਰੇਗਾ? ਬਾਈ ਚਾਂਸ ਉਹ ਫੇਲ ਹੋ ਗਿਆ, ਅਗਲੀ ਕਲਾਸ ਚ ਫਿਰ ਉੱਥੇ ਹੀ ਰਹਿਣਾ ਉਹਨੇ, ਫਿਰ ਸਟਾਰਟਿੰਗ ਤੋਂ ਪੜ੍ਹਾਈ ਸ਼ੁਰੂ ਹੋਣੀ। ਫਿਰ ਇਹ ਨਹੀਂ ਹੋਣਾ ਕਿ ਮੈਨੂੰ ਜੀ ਮੇਰੇ 4 ਚੈਪਟਰ ਰਹਿ ਗਏ ਤੇ ਮੇਰੇ 4 ਚੈਪਟਰ ਦਾ ਟੈਸਟ ਵੱਖਰਾ ਲੈ ਲਓ, ਕਲਾਸ ਉਹਦੀ ਫਿਰ ਤੋਂ ਸ਼ੁਰੂ ਹੋ ਜਾਣੀ। ਇਸ ਲਈ ਫਰਮਾਉਂਦੇ ਨੇ ਕਿ ਤੂੰ ਕਰ ਉਨ ਚਰਨਨ ਹੋਸ਼ੇ। ਕਹਿੰਦੇ ਹੋਸ਼ ਕਰ ਕੋਈ, ਉਸ ਚੀਜ਼ ਦਾ ਸਮਾਂ ਲੰਘਦਾ ਜਾਂਦਾ ਹੈ ਤੇ ਬਈ ਹੋਸ਼ ਦੇ ਨਾਲ ਚੱਲ। ਤੇ ਅੱਗੇ ਫਰਮਾਉਂਦੇ ਨੇ ਸਤਿਗੁਰ ਸੇ ਮਤ ਕਰ ਰੋਸੇ। ਪੜ੍ਹਿਆ ਆਪ ਨਾ ਹੋਵੇ, ਟਾਈਮ ਆਪ ਪਹਿਲਾਂ ਇੱਧਰ ਉੱਧਰ ਲੰਘਾ ਦਿੱਤਾ ਹੋਵੇ, ਤੇ ਬਾਅਦ ਚ ਟੀਚਰ ਨੂੰ ਦੋਸ਼ ਦੇਈ ਜਾਵੇ ਕਿ ਲਓ ਜੀ ਮੇਰਾ ਟੈਸਟ ਨਹੀਂ ਲਿਆ, ਮੈਂ ਤੇ ਕਿਹਾ ਸੀ, ਮੈਂ ਇੱਦਾਂ ਸੀ, ਮੈਂ ਉੱਦਾਂ ਸੀ, ਉਹ ਕਿਸੇ ਨੇ ਨਹੀਂ ਸੁਣਨਾ ਬਾਅਦ ਦੇ ਵਿੱਚ। ਕਹਿੰਦੇ ਰੋਸੇ ਛੱਡ ਦੇ, ਸਤਿਗੁਰ ਸੇ ਮਤ ਕਰ ਰੋਸੇ। ਗਲਤੀ ਆਪਣੀ ਹੈ, ਜਦੋਂ ਤੱਕ ਆਪ ਮੰਨਦੇ ਨਹੀਂ, ਜਦੋਂ ਤੱਕ ਉਹਨੂੰ ਸੁਧਾਰਾਂਗੇ ਨਹੀਂ, ਉਦੋਂ ਤੱਕ ਗੱਲ ਨਹੀਂ ਬਣਨੀ। ਹਾਂਜੀ। ਸਤ ਗੁਰ ਗਤ ਅਬ ਸੁਨ ਮੋਸੇ, ਕਹੀ ਜਾਤ ਨਾਰੰਚਕ ਮੂਸੇ। ਕਹਿੰਦੇ ਸਤਿਗੁਰੂ ਗਤ ਅਬ ਸੁਨ ਮੋਸੇ। ਕਹਿੰਦੇ ਕਿ ਅਸੀਂ ਤੇ ਇਹੋ ਹੀ ਸੋਚੀ ਜਾਂਦੇ ਆ ਕਿ ਆਹ ਜਿਹੜੇ ਕੰਮ ਨੇ, ਬਈ ਮੇਰਾ ਆਹ ਨਹੀਂ ਕੰਮ ਹੋਇਆ, ਮੇਰਾ ਆਹ ਕਿਉਂ ਹੋ ਗਿਆ, ਬਸ ਆਹੋ ਹੀ ਜਿਹੜੀ ਸੰਸਾਰੀ ਹੀ ਜਿਹੜੀਆਂ ਚੀਜ਼ਾਂ ਦੇ ਲਾਂਭੇ ਦਿੰਦੇ ਰਹਿੰਦੇ ਆ। ਪਰ ਸਤਿਗੁਰਾਂ ਨੇ ਕਈ ਵਾਰੀ ਫਰਮਾਇਆ, ਬਚਨ ਜਿਹੜੇ ਫਰਮਾਏ ਉਹਦੇ ਤੇ ਕਦੀ ਅਸੀਂ ਧਿਆਨ ਹੀ ਨਹੀਂ ਦਿੱਤਾ। ਮੈਂ ਕਈ ਵਾਰੀ ਕਹਿੰਦਾ ਕਿ ਗੁਰਮਤਿ ਦੇ ਬਚਨਾਂ ਨੂੰ ਥੋੜਾ ਧਿਆਨ ਨਾਲ ਸੁਣੀਏ, ਪਤਾ ਲੱਗ ਜਾਂਦਾ ਹੈ। ਇੱਕ ਬਚਨ ਵੀ ਸਾਡੇ ਚਿੱਤ 'ਚ ਵਸ ਗਿਆ, ਧਿਆਨ ਦੇ ਦਿੱਤਾ, ਤੇ ਉਹ ਤੋਂ ਸਾਰੀ ਲੜੀ ਦੀ ਲੜੀ ਅੱਗੇ ਜੁੜ ਜਾਣੀ ਹੈ। ਹੁਣ ਫਰਮਾਉਂਦੇ ਨੇ ਕਿ ਸਤਿਗੁਰੂ ਗਤ ਅਬ ਸੁਨ ਮੋਸੇ, ਕਹੀ ਜਾਤ ਨਾ ਰੰਚਕ ਮੋਸੇ। ਕਹਿੰਦੇ ਸਤਿਗੁਰਾਂ ਦੀ ਜੋ ਸ਼ੋਭਾ ਹੈ ਉਹ ਮੈਂ ਤੁਹਾਨੂੰ ਦੱਸਦਾ ਹੈ, ਪਰ ਫਿਰ ਅੱਗੇ ਫਰਮਾਉਂਦੇ ਨੇ ਕਹੀ ਜਾਤ ਨਾ ਰੰਚਕ ਮੋਸੇ। ਮੈਂ ਕਹਿੰਦੇ ਕੀ ਸ਼ੋਭਾ ਕਰਾਂ, ਜ਼ੁਬਾਨ ਮੇਰੀ ਛੋਟੀ ਏ, ਮੈਂ ਪੂਰੀ ਉਹਨਾਂ ਦੀ ਕਰ ਨਹੀਂ ਸਕਦਾ, ਪਰ ਫਿਰ ਵੀ ਦੱਸਣ ਦਾ ਯਤਨ ਕਰ ਰਹੇ ਨੇ। ਹਾਂਜੀ। ਦਸਵੇਂ ਮੈਂ ਖੈਂਚੇ ਨੌ ਸੇ, ਫਿਰ ਏਕ ਕਰੇ ਤੋਹੇ ਦੋਸੇ। ਇਹ ਕੰਮ ਸਤਿਗੁਰਾਂ ਦਾ ਹੈ, ਇਸ ਵਾਸਤੇ ਉਹ ਆਏ ਨੇ ਸਰ। ਹੋਰ ਕੋਈ ਗੁਰਮਤਿ ਫਰਮਾਉਂਦਾ ਕੋਈ ਇੱਥੇ ਬਈ ਧੀਆਂ ਪੁੱਤਰ ਦੇਣ ਨਹੀਂ ਆਏ, ਕੋਈ ਕੋਠੀਆਂ ਕਾਰਾਂ ਦੇਣ ਨਹੀਂ ਆਏ, ਕੋਈ ਪੈਸੇ ਦੇਣ ਨਹੀਂ ਆਏ, ਜਾਂ ਕੋਈ ਰਿਸ਼ਤੇਦਾਰ ਇਕੱਠੇ ਕਰਨ ਵਾਸਤੇ ਨਹੀਂ ਆਏ, ਜਾਂ ਸਾਡੀਆਂ ਇੱਥੇ ਜਿਹੜੀਆਂ ਜੋੜ ਮੇਲੇ ਵਧਾਉਣ ਵਾਸਤੇ ਨਹੀਂ ਆਏ। ਸਤਿਗੁਰ ਫਰਮਾਉਂਦੇ ਸੀ ਅਸੀਂ ਤੇ ਕਹਿੰਦੇ ਆ ਸਾਡਾ ਆਹ ਕਰ ਦੋ, ਕਰ ਦੋ, ਆਹ ਬੂਟਾ ਲਾਓ। ਗੁਰਮਤਿ ਕਹਿੰਦੇ ਸਤਿਗੁਰ ਦੇ ਬੂਟੇ ਵੱਢਣ ਆਉਂਦੇ ਨੇ, ਸਾਡੀਆਂ ਜੜ੍ਹਾਂ ਵੱਢਣ ਆਏ ਨੇ ਇੱਥੋਂ, ਅਸੀਂ ਤੇ ਜੜ੍ਹਾਂ ਲਾਉਣ ਦੀ ਗੱਲ ਕਰਦੇ ਹਾਂ। ਪਰ ਜਦੋਂ ਸਾਨੂੰ ਇਹ ਵਿਸ਼ਵਾਸ ਹੋ ਜਾਏਗਾ, ਭਰੋਸਾ ਹੋ ਜਾਏਗਾ, ਤੇ ਫਿਰ ਅਸੀਂ ਸਤਿਗੁਰਾਂ ਕੋਲੋਂ ਇਹ ਬੇਨਤੀਆਂ ਨਹੀਂ ਕਰਾਂਗੇ।
ਕਿਉਂਕਿ ਜਦੋਂ ਉਹਨਾਂ ਨੇ ਕਿਹਾ ਨਾਮ ਮਿਲੇ ਮਨ ਤ੍ਰਿਪਤੀ ਹੈ, ਬਿਨ ਨਾਵੇਂ ਤ੍ਰਿਗ ਜੀਵਾਸ। ਕਹਿੰਦੇ ਨਾਮ ਮਿਲੇ ਮਨ ਤ੍ਰਿਪਤੀ ਹੈ। ਮਨ ਨੂੰ ਤ੍ਰਿਪਤੀ ਉਦੋਂ ਹੀ ਆਉਣੀ ਹੈ, ਚੈਨ ਉਦੋਂ ਹੀ ਆਉਣਾ ਹੈ, ਸ਼ਾਂਤੀ ਇਹਨੂੰ ਉਦੋਂ ਹੀ ਆਉਣੀ ਹੈ ਜਦੋਂ ਇਹਦੇ ਘਟ 'ਚ ਨਾਮ ਜਾਗੇਗਾ। ਜਦੋਂ ਤੱਕ ਇਹਦਾ ਨਾਮ ਉਹ ਜਿਹੜਾ ਜਾਗਿਆ ਨਾ, ਜਦੋਂ ਤੱਕ ਉਹਦੇ ਨਾਲ ਮਿਲਾਪ ਨਾ ਹੋਇਆ, ਉਦੋਂ ਤੱਕ ਇਹਨੂੰ ਸਾਰੀ ਦੁਨੀਆ ਮਿਲ ਜੇ, ਸਾਰੇ ਰਿਸ਼ਤੇ ਇਹਦੇ ਸਹੀ ਹੋ ਜਾਣ, ਇਹਨੂੰ ਚੈਨ ਨਹੀਂ ਆ ਸਕਦਾ। ਇਸ ਕਰਕੇ ਦੱਸਦੇ ਨੇ ਸਤਿਗੁਰਾਂ ਨੇ ਉਹਨਾਂ ਨੂੰ ਸ਼ੋਭਾ ਦੱਸੀ, ਪਹਿਲਾਂ ਫਰਮਾਇਆ ਕਿ ਸਤਿਗੁਰੂ ਗਤ ਅਬ ਸੁਨ ਮੋਸੇ ਕਹੀ ਜਾਤ ਨਾ ਰੰਚਕ ਮੋਸੇ। ਫਿਰ ਵੀ ਦੱਸ ਰਹੇ ਨੇ, ਕਹਿੰਦੇ 10ਵੇਂ ਮੇ ਖੈਂਚੇ 9 ਸੇ। ਕਿਉਂਕਿ ਅਸੀਂ ਆਪਣੇ ਇਹਨਾਂ ਹੀ ਨੌਂ ਦੁਆਰਾਂ ਦੇ ਵਿੱਚ ਹੀ ਭਟਕਦੇ ਫਿਰ ਰਹੇ ਹਾਂ। ਇਹਨਾਂ ਹੀ ਵਿਸ਼ਿਆਂ ਵਿਕਾਰਾਂ ਸਵਾਦਾਂ 'ਚ ਅਸੀਂ ਜਿਹੜਾ ਆਪਣਾ ਟਾਈਮ ਗਵਾਈ ਜਾ ਰਹੇ ਹਾਂ। ਉਹ ਕਹਿੰਦੇ ਕਿ 10ਵੇਂ ਮੇ ਖੈਂਚੇ 9 ਸੇ, 9 ਦੁਆਰਿਆਂ ਤੋਂ ਸਾਨੂੰ ਖਿੱਚ ਕੇ ਸੁਰਤ ਨੂੰ 10ਵੇਂ ਦੇ ਵਿੱਚ ਲੈ ਜਾਂਦੇ ਨੇ, ਜਿੱਥੇ ਉਹ ਧੁਨਕਾਰਾਂ ਹੋ ਨਾਮ ਦੇ ਰਿਹਾ ਹੈ, ਜਿੱਥੇ ਹਮੇਸ਼ਾ ਹੀ ਉਹ ਅਨਹਦ ਨਾਦ ਜਿਹੜਾ ਹੋ ਰਿਹਾ ਹੈ। ਕਹਿੰਦੇ ਕਿ 10ਵੇਂ ਮੇ ਖੈਂਚੇ 9 ਸੇ ਫਿਰ ਏਕ ਕਰੇ ਤੁਸੀਂ 2 ਸੇ। ਕਿਉਂਕਿ ਇੱਥੇ ਤੇ ਦੋ ਹੀ ਅਸੀਂ, ਇੱਕ ਜਿਹੜਾ ਮੈਂ ਤੇ ਇੱਕ ਤੂੰ, ਇਹ ਦੋ ਜਿਹੜਾ ਉਹਨੂੰ ਇਹਨੇ ਵੱਖਰਾ ਸਮਝਿਆ, ਆਪਣੇ ਆਪ ਨੂੰ ਵੱਖਰਾ ਸਮਝਿਆ। ਹਰ ਵੇਲੇ ਇਹ ਮੈਂ ਚੱਲਦੀ ਰਹਿੰਦੀ ਹੈ ਕਿ ਮੈਂ। ਉਹ ਕਹਿੰਦੇ ਕਿ ਇਹ ਜਿਹੜਾ ਦੋ ਜਿਹੜਾ ਵਾ, ਦੋ ਤੋਂ ਜਿਹੜਾ ਇੱਕ ਕਰਨ ਵਾਸਤੇ ਆਏ ਨੇ। ਉਹ ਜਦੋਂ ਤੱਕ ਅਸੀਂ ਇੱਕ ਨਹੀਂ ਹੋਵਾਂਗੇ ਉਦੋਂ ਤੱਕ ਇਹ ਗੱਲ ਨਹੀਂ ਬਣਨੀ। ਉਹਨਾਂ ਦਾ ਜਿਹੜਾ ਮੇਨ ਜਿਹੜਾ ਮਕਸਦ ਹੈ, ਸਿਰਫ ਸਾਨੂੰ ਇੱਥੋਂ ਕੱਢ ਕੇ, ਜਿੱਥੇ ਅਸੀਂ ਹੋਰ ਕੁਛ ਨਹੀਂ ਆ, ਇੱਥੇ ਤੇ ਦੋ ਦੇ ਉਹਨਾਂ ਨੇ ਕਿਹਾ ਨਾ ਕਿ ਫਿਰ ਏਕ ਕਰੇ ਤੁਸੀਂ 2 ਸੇ। ਇੱਥੇ ਤੇ 2 ਛੱਡ ਕੇ ਵੀ ਹੋਰ ਪਤਾ ਨਹੀਂ 3 4 5 ਕਿੰਨੇ ਹੋਏ ਹੋਣੇ ਅਸੀਂ। ਉਹ ਸਾਰੇ ਹੀ ਜੜ੍ਹਾਂ ਕੱਢ ਕੇ ਫਿਰ ਬਈ ਉਹ ਇੱਕ ਕਰ ਦਿੰਦੇ ਆ। ਜਿੱਥੋਂ ਸੁਰਤ ਵਿਛੜੀ ਆ, ਪਰਮਾਤਮਾ ਤੋਂ ਵਿਛੜੀ ਆ, ਜਿੱਥੇ ਵਿਛੜੀ ਉੱਥੇ ਮਿਲਾ ਕੇ ਇਹਨੂੰ ਇੱਕ ਕਰ ਦਿੰਦੇ ਨੇ। ਫਿਰ ਇਹਦੇ ਅੰਦਰ ਕੋਈ ਕਿਸੇ ਤਰ੍ਹਾਂ ਦੀ ਕੋਈ ਡਾਵਾਂਡੋਲ ਨਹੀਂ, ਕਿਉਂਕਿ ਜਦੋਂ ਆਪਣੇ ਘਰ ਦੇ ਵਿੱਚ ਪਹੁੰਚ ਗਿਆ, ਆਪਣੇ ਅੰਸ਼ ਦੇ ਵਿੱਚ ਮਿਲ ਗਿਆ, ਫਿਰ ਕੋਈ ਨਹੀਂ। ਜਦੋਂ ਤੱਕ ਉਹ ਤੋਂ ਵਿਛੜਿਆ ਹੈ, ਇਹ ਹਰ ਇੱਕ ਨੂੰ ਆਪਣਾ ਸਮਝੀ ਜਾਂਦਾ ਕਿ ਇਹ ਵੀ ਮੇਰਾ, ਇਹ ਵੀ ਮੇਰਾ, ਇਹ ਵੀ ਮੇਰਾ। ਕਹਿੰਦੇ ਨੇ ਕਿ ਉਹ ਦੋ ਤੋਂ ਸਾਨੂੰ ਇੱਕ ਕਰਨ ਵਾਸਤੇ ਆਉਂਦੇ ਨੇ। ਹਾਂਜੀ। ਸ਼ਬਦਾ ਰਸ ਤੋਹੇ ਪਿਲਾਵੇਂ, ਜਮਪੁਰ ਸੇ ਫੇਰ ਬਚਾਵੇਂ, ਘਰ ਅਗਮ ਤੋਹੇ ਦਰਸਾਵੇਂ, ਮਾਰਗ ਸਭ ਤੋਹੇ ਲਖਾਵੇਂ, ਜੋ ਸੰਗਤ ਉਨ ਕੀ ਕਰਤੇ, ਸੋ ਜਗ ਸੇ ਕਬੀ न डरते, जो बेमुख गुर से फिरते, सो पौ सागर में गिरते, 84 चक्कर खावे, फिर जन्म जन्म दुख पावे, तुम सोचो अपने मन में, कोई नाही गुरु सम जग में। सतगुਰਾਂ ਨੇ ਕਈ ਵਾਰੀ ਵਚਨੇ ਫਰਮਾਏ ਕਿ ਸੋਚੋ ਸੋਚੋ ਤੁਹਾਡਾ ਦੁਨੀਆ 'ਚ ਕੌਣ ਹੈ। ਪਰ ਅਸੀਂ ਹੋਰ ਬੜੀਆਂ ਸੋਚਾਂ ਸੋਚਦੇ ਹਾਂ, ਹੋਰ ਬੜਾ ਕੁਝ ਕਰਦੇ ਹਾਂ, ਪਰ ਜਿਹੜਾ ਕੰਮ ਸਤਿਗੁਰਾਂ ਨੇ ਕਿਹਾ ਉਹ ਤੇ ਕਦੀ ਸੋਚਿਆ ਹੀ ਨਹੀਂ, ਉਧਰ ਤੇ ਕਦੀ ਧਿਆਨ ਨਹੀਂ ਗਿਆ। ਹੋਰ ਬੁੱਧੀ ਦੜਾਉਂਦੇ ਆ, ਸਾਰੀਆਂ ਵਿਚਾਰ ਕਰਦੇ ਆ, ਕਿੱਦਾਂ ਹੋਏਗਾ, ਉਹ ਕਿਸ ਤਰ੍ਹਾਂ ਹੋਏਗਾ, ਇਹ ਕਿੱਦਾਂ ਹੋ ਗਿਆ, ਉਹ ਕਿਸ ਤਰ੍ਹਾਂ ਹੋ ਗਿਆ। ਪਰ ਜਿਹੜਾ ਸਤਿਗੁਰਾਂ ਦਾ ਹੁਕਮ ਸੀ ਕਿ ਸੋਚੋ, ਉਸ ਬਾਰੇ ਨਹੀਂ ਕਦੀ ਸੋਚਿਆ। ਇਸੇ ਕਰਕੇ ਹੀ ਇਹ ਸਾਰੇ ਜਿਹੜੇ ਰਸਤੇ ਜਿਹੜੇ ਬੰਦ ਹੋ ਗਏ।
ਕਿਉਂਕਿ ਜਿਹੜਾ ਮੇਨ ਕੰਮ ਸੀ, ਸਤਿਗੁਰਾਂ ਨੇ ਇਹ ਸਵਾਸ ਦਿੱਤੇ, ਇਹ ਦੇਹ ਦਿੱਤੀ, ਇਹ ਸਭ ਕੁਝ ਜੋ ਵੀ ਦਿੱਤਾ, ਇਹ ਦਿੱਤਾ ਸੀ ਆਪਣੇ ਕੰਮ ਕਰਨ ਵਾਸਤੇ। ਠੀਕ ਹੈ, ਕਰਮ ਵੀ ਭੋਗਣੇ ਨੇ, ਡਿਊਟੀਆਂ ਸਭ ਕੁਝ ਕਰਨੀਆਂ, ਪਰ ਇਹ ਸਤਿਗੁਰਾਂ ਨੂੰ ਵੀ ਪਤਾ ਹੈ। ਇਸ ਕਰਕੇ ਜਿਸ ਤਰ੍ਹਾਂ ਪਿੱਛੇ ਉਹਨਾਂ ਨੇ ਫਰਮਾਇਆ ਕਿ ਉਹ ਕਾਹਦੇ ਵਾਸਤੇ ਆਉਂਦੇ ਨੇ, ਕਾਹਦੇ ਵਾਸਤੇ ਉਹ ਸਾਨੂੰ ਇਹ ਜਨਮ ਦਿੱਤਾ ਹੈ, ਕਾਹਦੇ ਵਾਸਤੇ ਉਹ ਆਪ ਆਏ ਨੇ, ਉਹ ਸਾਰਾ ਕੁਝ ਕਲੀਅਰ ਕੀਤਾ ਕਿ ਉਹ ਦੋ ਤੋਂ ਇੱਕ ਕਰਨ ਵਾਸਤੇ ਆਏ ਨੇ। ਅੱਗੇ ਫਰਮਾਇਆ ਉਹਨਾਂ ਨੇ, ਸ਼ਬਦਾ ਰਸ ਤੋਹੇ ਪਿਲਾਵੇਂ, ਜੰਮਪੁਰ ਸੇ ਫੇਰ ਬਚਾਵੇਂ, ਘਰ ਅਗਮ ਤੋਹੇ ਦਰਸਾਵੇਂ, ਮਾਰਗ ਸਭ ਤੋਹੇ ਲਿਖਾਵੇਂ। ਕਹਿੰਦੇ ਉਹ ਜਿਹੜਾ ਸਾਡਾ ਆਪਣਾ ਘਰ ਆ, ਉੱਥੇ ਬਚਾਉਣ ਵਾਸਤੇ ਉਹ ਜਿਹੜੇ ਸਾਰੇ ਰਸਤੇ ਸਾਨੂੰ ਜਿਹੜੇ ਦੱਸਦੇ ਨੇ, ਉਹ ਜਿੰਨੇ ਵੀ ਵਚਨ ਕਰਦੇ ਨੇ, ਉਹ ਕੋਈ ਦੁਨੀਆਦਾਰ ਉਹਨਾਂ ਦਾ ਭਾਵੇਂ ਕੋਈ ਵਚਨ ਸਾਡੇ ਸਮਝ ਆਵੇ ਨਾ ਆਵੇ, ਪਰ ਉਹਨਾਂ ਦਾ ਛੋਟੇ ਤੋਂ ਛੋਟਾ ਵਚਨ ਦੇ ਵਿੱਚ ਵੀ ਕੋਈ ਨਾ ਕੋਈ ਭੇਤ ਹੁੰਦਾ ਹੈ। ਅਸੀਂ ਸਤ ਵਚਨ ਕਰਨ ਦੀ ਆਦਤ ਪਏਗੀ, ਅਸੀਂ ਉੱਤੇ ਚੱਲਣਾ ਸ਼ੁਰੂ ਕਰਾਂਗੇ, ਆਪਣੇ ਆਪ ਰਸਤੇ ਜਿਹੜੇ ਅੱਗੇ ਖੁੱਲਦੇ ਜਾਣਗੇ, ਪਰ ਅਸੀਂ ਤੁਰਦੇ ਹੀ ਨਹੀਂ। ਕਈ ਵਾਰੀ ਤੁਸੀਂ ਦੇਖਿਆ, ਅਸੀਂ ਮੌਲਾਂ ਦੇ ਵਿੱਚ ਜਾਂਦੇ ਹਾਂ, ਜਦੋਂ ਕਿ ਮੌਲ 'ਚ, ਤੇ ਉੱਥੇ ਉਹ ਸ਼ੀਸ਼ਿਆਂ ਵਾਲੇ ਦਰਵਾਜ਼ੇ ਲੱਗੇ ਹੁੰਦੇ ਨੇ। ਜਿਹੜਾ ਬੰਦਾ ਕਦੀ ਨਹੀਂ ਗਿਆ ਹੁੰਦਾ, ਉਹ ਬਾਹਰ ਦੇਖਦਾ ਕਿ ਨਾ ਇਹਨੂੰ ਕੋਈ ਕੁੰਡਾ ਨਾ ਚਿਟਕ ਨਹੀਂ, ਉਹਨੂੰ ਖੋਲ੍ਹਣਾ ਕਿੱਦਾਂ ਹੈ ਇਹਨੂੰ, ਉਹ ਪਤਾ ਨਹੀਂ ਲੱਗਦਾ ਕਿ ਨਾ ਉਹਨੂੰ ਕੁਛ ਲੱਗਾ ਹੁੰਦਾ ਹੈ, ਉਹ ਸ਼ੀਸ਼ੇ ਬੰਦ ਹੁੰਦੇ, ਉਹ ਕਹਿੰਦਾ ਕਿ ਪਤਾ ਨਹੀਂ ਰਸਤਾ। ਜਦੋਂ ਤੱਕ ਤੇ ਉਹ ਦੂਰ ਖੜਾ ਰਹਿੰਦਾ ਹੈ, ਕੋਈ ਭਾਵੇਂ ਉਹਨੂੰ ਕਹਿ ਵੀ ਦੇਵੇ ਚਲਾ ਜਾਏ ਤੋ ਸਿੱਧਾ ਰਸਤਾ, ਸਿੱਧਾ ਅੱਗੇ ਅੱਗੇ, ਉਹ ਜਾ ਕੇ ਦੂਰੋਂ ਵੇਖਦਾ ਕਿ ਰਸਤਾ ਤੇ ਬੰਦ ਹੈ ਅੱਗੇ। ਪਰ ਜਦੋਂ ਉਹ ਥੋੜਾ ਜਿਹਾ ਅੱਗੇ ਚੱਲਦਾ, ਲਾਗੇ ਜਾਂਦਾ ਹੈ, ਤੇ ਉਹ ਆਪਣੇ ਆਪ ਹੀ ਦਰਵਾਜ਼ੇ ਖੁੱਲ ਜਾਂਦੇ ਨੇ। ਇਸੇ ਤਰ੍ਹਾਂ ਹੀ ਜਦੋਂ ਸਤਿਗੁਰਾਂ ਦੇ ਬਚਨ ਜਿਹੜੇ ਨੇ, ਉੱਥੇ ਜਦੋਂ ਵਿਸ਼ਵਾਸ ਹੋਏਗਾ, ਭਰੋਸਾ ਹੋਏਗਾ, ਜਦੋਂ ਉੱਤੇ ਚੱਲਾਂਗੇ, ਜਿਹੜੇ ਰਸਤੇ ਸਾਨੂੰ ਬੰਦ ਲੱਗ ਰਹੇ ਨੇ ਸਾਰੇ, ਜਦੋਂ ਉਹਨਾਂ ਦੇ ਬਚਨਾਂ ਦੇ ਉੱਤੇ ਅੱਗੇ ਵਧਾਂਗੇ, ਚੱਲਾਂਗੇ, ਆਪਣੇ ਆਪ ਰਸਤੇ ਖੁੱਲਦੇ ਜਾਣ। ਫਿਰ ਅਸੀਂ ਬਹਿਸਬਾਜ਼ੀਆਂ ਤੋਂ ਬਚਾਂਗੇ, ਫਿਰ ਸਤਿਗੁਰਾਂ ਦੇ ਨਾਲ ਹੀ ਹੌਲੇ ਭੈਣੇ ਨਹੀਂ ਭਿੜੀ ਜਾਵਾਂਗੇ, ਆਹ ਕਿਉਂ, ਇੱਦਾਂ ਕਿਉਂ, ਪਹਿਲਾਂ ਆਹ ਕਰੋ, ਪਹਿਲਾਂ ਉਹ ਕਰੋ। ਚੱਲੀਏ ਤੇ ਸਹੀ ਉਸ ਚੀਜ਼ ਦੇ ਉੱਤੇ। ਉਹਨਾਂ ਨੇ ਫਰਮਾਇਆ ਕਿ ਘਰ ਅਗਮ ਤੋਹੇ ਦਿਖਾਏ, ਮਾਰਗ ਸਭ ਤੋਹੇ ਲਿਖਾਵੇਂ, ਸ਼ਬਦਾ ਰਸ ਤੋਹੇ ਪਿਲਾਵੇਂ, ਜੰਮਪੁਰ ਸੇ ਫੇਰ ਬਚਾਵੇਂ। ਜੰਮਪੁਰ ਤੋਂ ਉਹ ਤੋਂ ਬਚਾਉਣ ਵਾਸਤੇ ਹੀ ਇਹ ਸਾਰੇ ਜਿਹੜੇ ਉਹ ਸਾਨੂੰ ਬਚਨ ਲਗਾਉਂਦੇ ਨੇ। ਅੱਗੇ ਫਰਮਾਉਂਦੇ, ਜੋ ਸੰਗਤ ਉਨਕੀ ਕਰਤੇ ਸੋ ਜਗ ਸੇ ਕਭੀ ਨਾ ਡਰਤੇ। ਲੇਕਿਨ ਸਾਨੂੰ ਤਾਂ ਲੋਕ ਲਾਜ ਨਹੀਂ ਛੱਡਦੇ, ਦੁਨੀਆ ਦੇ ਡਰ ਨਹੀਂ ਛੱਡਦੇ। ਗੁਰੂ ਦਾ ਡਰ ਤੇ ਜਿਹੜਾ ਉਹ ਸਾਡੇ ਕਦੇ ਮਨ 'ਚ ਆਇਆ ਨਹੀਂ, ਹੋਰ ਦੁਨੀਆ ਭਰ ਦੇ ਡਰ ਜਿਹੜੇ ਨੇ ਸਾਨੂੰ ਪਤਾ ਹੈ। ਸਤਿਗੁਰਾਂ ਨੇ ਕਈ ਵਾਰੀ ਬਚਨ ਫਰਮਾਏ ਕਿ ਸਤਿਗੁਰਾਂ ਦੇ ਬਚਨ 'ਚ ਜੋ ਵੀ ਹੈ ਭਾਵੇਂ ਕਰ ਦਈਏ, ਕੋਈ ਸਾਨੂੰ ਪਾਪ ਨਹੀਂ ਕੁਛ ਵੀ, ਪਰ ਫਿਰ ਵੀ ਇਹ ਆਪਣੇ ਮਨ ਨਾਲ ਸੋਚਦਾ ਰਹਿੰਦਾ, ਜੇ ਮੈਂ ਇੱਦਾਂ ਕਰਤਾ ਪਾਪ ਹੋ ਜਾਊਗਾ, ਆਹ ਕਰ ਦੇਵਾਂਗਾ ਪੁੰਨ ਹੋ ਜਾਏਗਾ। ਭਾਵੇਂ ਸਤਿਗੁਰਾਂ ਦੇ ਬਚਨਾਂ ਨੂੰ ਲੰਘ ਜਾਵੇ, ਉਹਦਾ ਇਹਨੂੰ ਪਾਪ ਦਾ ਨਹੀਂ ਪਤਾ ਕਿ ਬਈ ਸਤਿਗੁਰਾਂ ਦੇ ਬਚਨ ਦੇ ਉਲੰਘਿਆ ਕੀ ਹੁੰਦਾ ਹੈ। ਭਾਵੇਂ 100 ਵਾਰੀ ਸੁਣਿਆ, 1000 ਵਾਰੀ ਸੁਣਿਆ, ਉਹਦਾ ਨਹੀਂ ਇਹਨੂੰ ਪਤਾ ਲੱਗਾ। ਆਪਣੇ ਮਨ ਦੀਆਂ ਚੀਜ਼ਾਂ ਜਿਹੜੀਆਂ ਉਹ ਆਪਣੇ ਜੋ ਇਹਨੂੰ ਮਨ ਕਹਿੰਦਾ ਹੈ ਉਹ ਇਹ ਕਰੀ ਜਾਂਦਾ ਹੈ। उन्होंने फरमाया कि जो संगत उनकी करते वो जग से कभी नहीं डरते। संगत ये नहीं कि कोई बाहरों इसी इस तरह की, आज जिस तरह की संगत किते भी जाने, कोई किसी जगह ते भीड़ च इकट्ठे हो गए तो कहते संगत आई, इस तरह की नहीं। उन्हों का संग करना है, जो उन्होंने वचन फरमाए ने उहदे नाल जदों संग करांगे फिर संगत असली होएगी। जदों असली संग होएगा, संगत होएगी तो फिर रंगत भी जरूर बदलेगी। जे रंगत नहीं बदल रही, इसका मतलब कि संगत होई नहीं है। इसको फरमाया कि जो संगत उनकी करते सो जग से कभी ना डरते, जो बेमुख उनसे फिरते सो भव सागर में गिरते। ਜਿਹੜੇ ਬੇਮੁਖ ਉਹਨਾਂ ਤੋਂ ਫਿਰਦੇ ਨੇ, ਜਿਹੜਾ ਆਪਣਾ ਹੀ ਮਨ ਨੂੰ ਮੁੱਖ ਰੱਖ ਕੇ ਉਹਨਾਂ ਤੋਂ ਬੇਮੁਖ ਹੋ ਕੇ ਤੁਰੇ ਫਿਰਦੇ ਨੇ, ਕਹਿੰਦੇ ਉਹ ਅੱਜ ਭਾਵੇਂ ਜਿੰਨਾ ਮਰਜ਼ੀ ਲੱਗ ਰਿਹਾ ਰਸਤਾ ਵਧੀਆ ਉਹਨਾਂ ਨੂੰ ਅੱਗੇ ਚੱਲ ਰਹੇ ਨੇ, ਪਰ ਉਹ ਮੁੜ ਕੇ ਉਹਦੇ ਵਿੱਚ ਆਉਂਦੇ ਨੇ, ਉਹ ਡਿੱਗਦੇ ਹੀ ਡਿੱਗਦੇ ਨੇ। ਫਿਰ ਫਰਮਾਇਆ 84 ਚੱਕਰ ਖਾਵੇਂ, ਫਿਰ ਜਨਮ ਜਨਮ ਦੁੱਖ ਪਾਵੇਂ। ਜਿੰਨਾ ਮਰਜ਼ੀ ਉਹਨਾਂ ਨੂੰ ਕਈ ਵਾਰੀ ਆ ਕੇ ਕਈ ਬੱਚੇ ਕਹਿਣਗੇ, ਉਹ ਦੇਖੋ ਜੀ ਉਹਨੇ ਤੇ ਕੋਈ ਗੁਰੂ ਦਾ ਬਚਨ ਨਹੀਂ ਮੰਨਿਆ, ਉਹ ਤੇ ਵੇਖੋ ਜੀ ਸ਼ਰਾਬਾਂ ਵੀ ਪੀ ਜਾਂਦਾ, ਉਹ ਵੇਖੋ ਜੀ ਜੂਆ ਵੀ ਖੇਡੀ ਜਾਂਦਾ ਹੈ, ਉਹ ਤੇ ਦੇਖੋ ਜੀ ਇੱਦਾਂ, ਉਹਦੀਆਂ ਤੇ ਫਿਰ ਵੀ ਕੋਠੀਆਂ ਬਣੀ ਜਾਂਦੀਆਂ ਨੇ, ਉਹਦਾ ਤੇ ਫਿਰ ਵੀ ਦੇਖੋ ਜੀ ਕਾਰੋਬਾਰ ਚੱਲੀ ਜਾਂਦਾ ਹੈ, ਸਾਡਾ ਪਤਾ ਨਹੀਂ ਕੀ ਹੋ ਗਿਆ। ਬਈ ਇਹ ਕਾਲ ਦੇ ਦੇਸ਼ 'ਚ ਬੈਠੇ ਆ, ਉਹ ਲਿਸ਼ਕਾਰੇ ਜੇ ਵਿਖਾਉਂਦਾ ਵਾ, ਮਦਦ ਕਰਦਾ ਵਾ ਇੱਥੇ, ਪਰ ਕਾਲ ਵੀ ਜਿਹੜਾ ਵਾ ਇਹ ਵੀ ਸਤਿਗੁਰਾਂ ਦੇ ਵਚਨ ਫਰਮਾਏ ਆ ਕਿ ਇਹ ਵੀ ਉਹਨਾਂ ਦੇ ਹੀ ਸਭ, ਉਹਨਾਂ ਦਾ ਸੇਵਕ ਹੀ ਆ, ਕੋਈ ਉਹ ਤੋਂ ਬਾਹਰ ਨਹੀਂ ਹੈਗਾ। ਉਹਦੇ ਦੇਸ਼ 'ਚ ਆ ਬੈਠੇ ਆ, ਠੀਕ ਹੈ, ਉਹ ਮਦਦ ਕਰਦਾ ਹੈ, ਪਰ ਬਈ ਸਤਿਗੁਰਾਂ ਦੇ ਜਦੋਂ ਤੱਕ ਵਚਨ ਤੇ ਆਵਾਂਗੇ ਇਹਦੇ ਜਾਲ ਤੋਂ ਅਸੀਂ ਨਿਕਲ ਨਹੀਂ ਸਕਦੇ। ਜਿਹੜੇ ਦੇਵੀ ਦੇਵਤਾ ਜਿਨ੍ਹਾਂ ਨੇ ਸਵਰਗਾਂ ਦੇ ਵਿੱਚ ਬੈਠੇ, ਉਹ ਵੀ ਦੱਸਦੇ ਕਿ ਇੰਦਰ ਨੇ ਪਤਾ ਨਹੀਂ ਕਿੰਨੀ 11 ਵਾਰ 12 ਵਾਰ ਉਹ ਸਿਆਸਨ ਪ੍ਰਾਪਤ ਕੀਤਾ, ਪਰ ਫਿਰ ਵੀ ਉਹ ਥੱਲੇ ਆਇਆ, ਫਿਰ ਉਹਨੂੰ ਇਸ ਮਾਤਲੋਕ 'ਚ ਆਉਣਾ ਪਿਆ।
ਕਿਉਂਕਿ ਉਹ ਪੁੰਨ ਨੇ ਜਦੋਂ ਤੱਕ ਉਹ ਪੁੰਨ ਹੈਗੇ ਨੇ ਉਦੋਂ ਤੱਕ ਉਹ ਜਿਹੜੀ ਇਹ ਚੀਜ਼ ਚੱਲ ਰਹੀ ਹੈ। ਜਦੋਂ ਉਹ ਪੁੰਨ ਖਤਮ ਹੁੰਦੇ, ਜਦੋਂ ਅਸੀਂ ਆਪਣੇ ਉਸ ਚੀਜ਼ਾਂ ਨੂੰ ਵਰਤਦੇ ਹਾਂ, ਜਦੋਂ ਪੁੰਨ ਖਤਮ ਹੋਣੇ ਨੇ ਫਿਰ ਉੱਥੇ ਹੀ ਆ ਜਾਣਾ ਹੈ। ਇਹ ਪਾਪ ਪੁੰਨ ਨਾਲ ਅਸੀਂ ਇਸ ਚੋਂ ਨਿਕਲ ਨਹੀਂ ਸਕਦੇ। ਤੇ ਇਸ ਕਰਕੇ ਮੈਂ ਫਰਮਾਇਆ ਕਿ 84 ਚੱਕਰ ਖਾਵੇਂ ਫਿਰ ਜਨਮ ਜਨਮ ਦੁੱਖ ਪਾਵੇਂ। ਜਦੋਂ ਤੱਕ ਗੁਰੂ ਦੇ ਬਚਨ ਨਹੀਂ ਮੰਨਾਂਗੇ, ਜਦੋਂ ਤੱਕ ਚਾਹਾਂਗੇ ਨਹੀਂ, 84 ਦਾ ਚੱਕਰ ਨਹੀਂ ਮੁੱਕੇਗਾ। ਥੋੜੀ ਦੇਰ ਠੀਕ ਚੱਲੇਗਾ, ਥੋੜੀ ਦੇਰ ਲੱਗੇਗਾ ਕਿ ਬੱਲੇ ਬੱਲੇ ਬਹੁਤ ਵਧੀਆ ਚੱਲ ਰਿਹਾ ਹੈ, ਪਰ ਵਧੀਆ ਨਹੀਂ ਚੱਲ ਸਕਦਾ। ਗੁਰੂ ਦੇ ਬਚਨ 'ਚ ਆ ਕੇ ਹੀ ਉਹ ਸਭ ਕੁਝ ਸਹੀ ਹੋਏਗਾ। ਅੱਗੇ ਫਰਮਾਇਆ ਤੁਮ ਸੋਚੋ ਆਪਣੇ ਮਨ ਸੇ ਕੋਈ ਨਾ ਹੀ ਗੁਰੂ ਸਮ ਜਗ में। ਫਿਰ ਉਹੀ ਬਚਨ ਆ ਗਿਆ ਤੁਮ ਸੋਚੋ, ਕਿ ਸੋਚੀਏ, ਕਦੀ ਵਿਚਾਰ ਕਰੀਏ ਕਿ ਬਾਕੀ ਦੁਨੀਆ ਵਾਸਤੇ ਹੀ ਸਭ ਕੁਝ ਕਰੀ ਜਾਂਦੇ ਆ, ਕਦੀ ਆਪਣੇ ਵਾਸਤੇ ਵੀ ਕਦੀ ਕੁਝ ਸੋਚਿਆ? ਦੁਨੀਆ ਨੂੰ ਆਪਣਾ ਬਣਾਉਣ ਵਾਸਤੇ ਸਾਰੇ ਕੰਮ ਕਰੀ ਜਾਂਦੇ ਆ, ਜਿਹੜਾ ਆਪਣਾ ਹੈਗਾ ਉਹਨੂੰ ਆਪਣਾ ਬਣਾਉਣ ਦਾ ਕਦੀ ਯਤਨ ਹੀ ਨਹੀਂ ਕੀਤਾ, ਉਹਦੇ ਵੱਲ ਕਦੀ ਵਧੇ ਨਹੀਂ। ਉਹਦਾ ਕਦੀ ਚੇਤਾ ਹੀ ਨਹੀਂ ਆਇਆ ਕਿ ਬਈ ਜਿਹੜਾ ਸਾਡੇ ਵਾਸਤੇ ਹਰ ਵੇਲੇ ਬਾਹਾਂ ਖਿਲਾਰ ਕੇ ਬੈਠਾ, ਉਹਦੀ ਵੀ ਤੇ ਕਦੀ ਸੁਣੀਏ। ਕਹਿੰਦੇ ਕਿ ਜਦੋਂ ਵਿਚਾਰ ਕੇ ਤੈਨੂੰ ਪਤਾ ਲੱਗੇਗਾ ਕਿ ਗੁਰੂ ਸਮਾਨ ਜੱਗ ਮੇਂ ਕੋਈ ਨਹੀਂ, ਗੁਰੂ ਤੋਂ ਵੱਡਾ ਇਹਦਾ ਹਿਤੈਸ਼ੀ ਕੋਈ ਨਹੀਂ ਹੈ, ਗੁਰੂ ਤੋਂ ਵੱਡਾ ਹਿਤਕਾਰੀ ਕੋਈ ਨਹੀਂ ਹੈ। ਮੈਂ ਕੱਲ ਵੀ ਮੇਰੇ ਬੱਚੇ ਬੇਟੇ ਨਾਲ ਗੱਲ ਕਰ ਰਿਹਾ ਸੀ ਕਿ ਬਈ ਦੁਨੀਆ ਇੱਥੇ ਜਿਹੜੇ ਜਿੰਨੇ ਵੀ ਨਾਤੇ ਨੇ, ਜਿਨ੍ਹਾਂ ਨੂੰ ਅਸੀਂ ਆਪਣਾ ਆਪਣਾ ਕਹਿੰਦੇ ਆ, ਜਿਨ੍ਹਾਂ ਨਾਲ ਅਸੀਂ ਬੜਾ ਮਾਣ ਕਰਦੇ ਹਾਂ, ਕੋਈ ਵੀ ਨਾਤਾ ਹੋਵੇ, ਕਿਸੇ ਦੀ ਨਾ ਮੰਨੀਏ 4 ਦਿਨ, ਕਿਸੇ ਨੂੰ ਅੱਗੋਂ ਕੋਈ ਨਾ ਉਹ ਰਿਸਪੌਂਸ ਮਿਲੇ, ਅਗਲੇ ਛੱਡ ਦਿੰਦੇ ਨੇ ਜਿੱਦਾਂ ਮਰਜ਼ੀ ਹੋਵੇ। ਕਿਸੇ ਨੂੰ 4 ਦਿਨ ਫੋਨ ਤੇ ਗੱਲ ਨਾ ਹੋਵੇ, ਅਗਲਾ ਕਹਿੰਦਾ ਕਿ ਇਹਦਾ ਨੰਬਰ ਹੀ ਕੱਟ ਦਿਓ, ਇਹਨੇ ਤਾਂ ਕਦੀ ਆਉਣਾ ਨਹੀਂ। ਮੈਸੇਜ ਨਾ ਆਵੇ 4 ਦਿਨ, ਅਗਲੇ ਤਾਂ ਕਹਿ ਦਿੰਦੇ ਆ ਕਿ ਨਹੀਂ ਵੀ ਹੁਣ ਬਸ ਖਤਮ ਇਹਦੇ ਨਾਲ। ਇੱਕ ਦੋ ਵਾਰੀ ਕੋਈ ਫੰਕਸ਼ਨ ਤੇ, ਕੋਈ ਵਿਆਹ ਸ਼ਾਦੀ ਦਾ ਕੋਈ ਕਾਰਡ ਦੇਵੇ, ਕੋਈ ਨਾ ਜਾਵੇ, ਅਗਲਾ ਕਹਿੰਦਾ ਲਿਸਟ ਚੋਂ ਨਾ ਕੱਟ ਦਿਓ, ਇਹਨੇ ਕਿਹੜਾ ਨਾਲ ਚੱਲਣਾ ਹੈ। ਉਸ ਵੇਲੇ ਨਾ ਕੱਟਣ ਨੂੰ ਤਿਆਰ ਰਹਿੰਦੇ ਨੇ। ਪਰ ਇੱਕ ਸਤਿਗੁਰ ਹੀ ਉਹਨਾਂ ਦਾ ਐਸਾ ਨਾਤਾ ਹੈ, ਅਸੀਂ ਉਹਨਾਂ ਦਾ ਕੋਈ ਬਚਨ ਨਹੀਂ ਮੰਨਦੇ, ਕਦੀ ਵੀ ਉਹਨਾਂ ਦੇ ਬਚਨਾਂ ਤੇ ਨਹੀਂ ਚੱਲਦੇ, ਪਰ ਫਿਰ ਵੀ ਉਹ ਆਪਣੀ ਲਿਸਟ ਚੋਂ ਕਦੀ ਨਾਂ ਨਹੀਂ ਕੱਟਦੇ ਸਾਡਾ। ਭਾਵੇਂ ਉਹਨਾਂ ਦੇ ਨਾਲ ਹੀ, ਜਿਸ ਤਰ੍ਹਾਂ ਪਿੱਛੇ ਬਚਨ ਆਏ ਕਿ ਚਾਹੇ ਉਹਨਾਂ ਦੇ ਨਾਲ ਹੀ ਅਸੀਂ ਵੈਰ ਵਿਰੋਧ ਕਰਨਾ ਸ਼ੁਰੂ ਕਰ ਦਈਏ, ਉਹਨਾਂ ਨੂੰ ਹੀ ਮਾੜਾ ਚੰਗਾ ਬੋਲਣਾ ਸ਼ੁਰੂ ਕਰ ਦਈਏ, ਉਹ ਤਾਂ ਵੀ ਸਾਡੇ ਤੋਂ ਪਛਾਣ ਨਹੀਂ ਹਟਦੇ। ਫਿਰ ਉਹਨਾਂ ਤੋਂ ਵੱਡਾ ਕੌਣ ਹੋਏਗਾ? ਅੱਜ ਅਸੀਂ ਦੇਖਦੇ ਹਾਂ ਦੁਨੀਆ ਦੇ ਜਿੰਨੇ ਮਰਜ਼ੀ ਨਾਤੇ ਨੇ ਕਿਸ ਤਰ੍ਹਾਂ ਦੇ ਨੇ। ਹਰ ਇੱਕ ਨਾਤਾ ਜਿਹੜਾ ਵਾ ਇੱਕ ਚੀਜ਼ ਤੇ ਟੁੱਟ ਜਾਂਦਾ ਹੈ, ਪਰ ਸਤਿਗੁਰ ਹੀ ਇੱਕ ਐਸਾ ਉਹਨਾਂ ਦਾ ਦਰਵਾਜ਼ਾ ਸਾਨੂੰ ਹਮੇਸ਼ਾ ਹੀ ਖੁੱਲ੍ਹਾ ਮਿਲਦਾ। ਇਸ ਕਰਕੇ ਫਰਮਾਉਂਦੇ ਨੇ ਕੋਈ ਨਾ ਹੀ ਗੁਰੂ ਸੰਗ ਜਗ ਮੇਂ। ਕਹਿੰਦੇ ਸਾਰੇ ਜੱਗ ਘੁੰਮ ਕੇ ਵੇਖ ਲਾ, ਤੈਨੂੰ ਗੁਰੂ ਵਰਗਾ ਕੋਈ ਨਹੀਂ ਮਿਲਣਾ। ਹਾਂਜੀ ਅੱਗੇ। ਜਿਨ ਜਿਨ ਗੁਰ ਭਗਤੀ ਤਾਰੀ, ਸੋ ਪਹੁੰਚੇ ਨਿਜ ਦਰਬਾਰੀ। ਗੁਰ ਭਗਤ ਨਾ ਜਿਨ ਕੋ ਪਿਆਰੀ, ਤਿਨ ਜੀਤੀ ਬਾਜੀ ਹਾਰੀ। ਗੁਰ ਚਰਨਨ ਆਸ਼ਕ ਹੋਣਾ, ਜੇ ਬਾਤ ਬੜੀ ਕਿਆ ਕਹਿਣਾ। ਗੁਰ ਲਗੇ ਜਿਸੇ ਆਤ ਪਿਆਰੇ, ਤਿਨ ਕੁਲ ਕਟੰਬ ਸਭ ਤਾਰੇ। ਤਨ ਮਾਤ ਪਿਤਾ ਓਨ ਜਨ ਕੇ, ਜਿਨ ਭਗਤ ਕਰੀ ਕੁਲ ਤਜ ਕੇ। ਹੁਣ ਫਰਮਾਉਂਦੇ ਨੇ ਕਿ ਜਿਸ ਤਰ੍ਹਾਂ ਕਿਹਾ ਕਿ ਤੁਮ ਸੋਚੋ ਆਪਣੇ ਮਨ ਸੇ। ਜਦੋਂ ਅਸੀਂ ਵਿਚਾਰ ਕਰਾਂਗੇ ਸਾਨੂੰ ਫਿਰ ਪਤਾ ਲੱਗਦਾ ਹੈ ਕਿ ਬਈ ਕਦੇ ਨਾਲ ਅਸੀਂ ਸੁਖੀ ਹੋਣਾ ਹੈ। ਜੇ ਕੋਈ ਅੱਗੇ ਜਾ ਰਿਹਾ ਹੈ ਤੇ ਕਦ ਨਾ ਜਾ ਰਿਹਾ ਹੈ, ਜੇ ਕੋਈ ਪਿੱਛੇ ਜਾ ਰਿਹਾ ਹੈ ਤੇ ਕਦ ਨਾ ਜਾ ਰਿਹਾ ਹੈ।
ਐਸਾ ਨਹੀਂ ਕਿ ਕੋਈ ਜਦੋਂ ਅਸੀਂ ਸਤਿਗੁਰਾਂ ਦੇ ਬਚਨਾਂ ਦੇ ਨਾਲ ਉਹਨੂੰ ਮਿਲਾ ਕੇ ਦੇਖਾਂਗੇ ਸਭ ਪਤਾ ਚੱਲਦਾ ਹੈ। ਤੇ ਉਹਨਾਂ ਫਰਮਾਇਆ ਕਿ ਜਿਨ ਜਿਨ ਗੁਰ ਭਗਤੀ ਧਾਰੀ ਸੋ ਪਹੁੰਚੇ ਨਿਜ ਦਰਬਾਰੀ। ਸੰਸਾਰੀ ਇਹ ਤੇ ਕਰਮਾਂ ਦੇ ਮੁਤਾਬਕ ਜਿਹੜੀ ਪ੍ਰਾਲਬਧ ਬਣੀ ਹੈ ਭੋਗ ਰਹੇ ਸਾਰੇ, ਪਰ ਜਿਨ੍ਹਾਂ ਨੇ ਸਕਣ ਕਿਹਾ ਕਿ ਜਿਨ ਜਿਨ ਗੁਰ ਭਗਤੀ ਧਾਰੀ ਸੋ ਪਹੁੰਚੇ ਨਿਜ ਦਰਬਾਰੀ, ਗੁਰ ਭਗਤ ਨਾ ਜਿਨ ਕੋ ਪਿਆਰੀ ਤਿਨ ਜੀਤੀ ਬਾਜੀ ਹਾਰੀ। ਜਿਹੜੇ ਕੰਮ ਵਾਸਤੇ ਟਾਈਮ ਮਿਲਿਆ, ਜਿਸ ਵਾਸਤੇ ਸਤਿਗੁਰ ਮਿਲੇ ਸੀ, ਜੇ ਉਹ ਕੰਮ ਨਾ ਕੀਤਾ ਤੇ ਫਿਰ ਕਹਿੰਦੇ ਸੀ ਕਿ ਚਾਹੇ ਸਾਰੀ ਦੁਨੀਆ ਵੀ ਜਿੱਤ ਲਈ, ਸਾਰੀ ਦੁਨੀਆ ਦਾ ਰਾਜ ਵੀ ਮਿਲ ਗਿਆ, ਸਾਰੇ ਕੰਮ ਇੱਥੇ ਬੜੇ ਵਧੀਆ ਹੋ ਗਏ, ਪਰ ਇਹ ਯਮਾਂ ਦੀ ਮਾਰ ਤੋਂ ਬਚ ਨਹੀਂ ਸਕਦਾ। ਕਬੀਰ ਸਾਹਿਬ ਨੇ ਵੀ ਆਪਣੇ ਬਚਨਾਂ ਦੇ ਵਿੱਚ ਇਹ ਪ੍ਰਮਾਣ ਦਿੱਤੇ। ਉਹ ਹੈ ਕਿ ਗੁਰੂ ਕੀ ਭਗਤੀ ਬਿਨ ਨਾਰ ਕੁਕਰੀ ਹੋਏ, ਗਲੀ ਗਲੀ ਭੌਂਕਦੇ ਫਿਰੇ ਟੂਕ ਨਾ ਡਾਰੇ ਕੋਈ। ਗੁਰੂ ਦੀ ਭਗਤੀ ਬਿਨ, ਕਿ ਜੇ ਗੁਰੂ ਦੀ ਭਗਤੀ ਨਹੀਂ ਕੀਤੀ ਤੇ ਬਈ ਜੋ ਮਰਜ਼ੀ ਜਿੱਥੇ ਇੱਥੇ ਜਿੱਡਾ ਮਰਜ਼ੀ ਕੋਈ ਰਸੂਖ ਹੋਵੇ, ਜੋ ਮਰਜ਼ੀ ਭਾਵੇਂ ਸਲਾਮਾਂ ਹੁੰਦੀਆਂ ਹੋਣ, ਪਰ ਨਹੀਂ ਗੱਲ ਅੱਗੇ ਨਹੀਂ ਬਣਨੀ। ਤੇ ਉਹਨੇ ਫਰਮਾਇਆ ਕਿ ਜਿਨ ਜਿਨ ਗੁਰ ਭਗਤੀ ਧਾਰੀ ਸੋ ਪਹੁੰਚੇ ਨਿਜ ਦਰਬਾਰੀ, ਗੁਰ ਭਗਤ ਨਾ ਜਿਨ ਕੋ ਪਿਆਰੀ ਤਿਨ ਜੀਤੀ ਬਾਜੀ ਹਾਰੀ। ਗੁਰੂ ਚਰਨਨ ਆਸ਼ਿਕ ਹੋਣਾ ਇਹ ਬਾਤ ਬੜੀ ਕਿਆ ਕਹਿਣਾ। ਦੁਨੀਆ ਦੇ ਆਸ਼ਿਕ ਹੋ ਜਾਣਾ ਬੜੇ ਸੌਖਾ ਹੈ, ਸਾਰੀਆਂ ਚੀਜ਼ਾਂ ਹੀ ਸਾਨੂੰ ਚੰਗੀਆਂ ਲੱਗਣ ਇਹ ਕੋਈ ਵੱਡੀ ਗੱਲ ਨਹੀਂ ਹੈ, ਹਰ ਇੱਕ ਨਾਲ ਇੱਥੇ ਬਣ ਜਾਏਗੀ, ਪਰ ਗੁਰੂ ਦੇ ਨਾਲ ਉਹਦੇ ਚਰਨਾਂ ਦਾ ਆਸ਼ਿਕ ਹੋਣਾ ਕਹਿੰਦੇ ਕੋਈ ਛੋਟੀ ਗੱਲ ਨਹੀਂ ਹੈ। ਕਿਉਂਕਿ ਗੁਰੂ ਦਾ ਆਸ਼ਿਕ ਜਿਹੜਾ ਕੀ ਅਸੀਂ ਗੁਰੂ ਨੂੰ ਇੱਕ ਰੱਖਿਆ ਸਿਰਫ ਜਦੋਂ ਕੋਈ ਦੁੱਖ ਤਕਲੀਫ ਆਈ ਸਾਨੂੰ ਆ ਜਾਂਦਾ ਚੇਤਾ ਕਿ ਜਿਸ ਤਰ੍ਹਾਂ ਵੀ ਅਸੀਂ ਗੁਰੂ ਵੀ ਸਾਡਾ ਹੈਗਾ, ਕੋਈ ਅੱਗੋਂ ਪਿੱਛੋਂ ਤੇ ਕੋਈ ਗੁਰੂ ਦੇ ਬਚਨਾਂ ਦਾ ਸਾਨੂੰ ਹੈ ਹੀ ਨਹੀਂ। ਪਰ ਜਿਹੜਾ ਆਸ਼ਿਕ, ਉਹ ਆਸ਼ਿਕ ਜਿਹੜਾ ਹੈ ਉਹ ਜਿੱਥੇ ਮਰਜ਼ੀ ਹੋਵੇ, ਜਿਹੜਾ ਮਰਜ਼ੀ ਕੰਮ ਕਰਦਾ ਹੋਵੇ, ਉਹਦੇ ਅੱਖਾਂ ਦੇ ਸਾਹਮਣੇ ਆਪਣੇ ਯਾਰ ਦੀ ਤਸਵੀਰ ਹਮੇਸ਼ਾ ਘੁੰਮਦੀ ਰਹਿੰਦੀ ਹੈ, ਉਹਦੇ ਹੀ ਖਿਆਲਾਂ ਦੇ ਵਿੱਚ ਹਰ ਵੇਲੇ ਰਹਿੰਦਾ ਹੈ। ਉਹਨੂੰ ਨਹੀਂ ਕੋਈ ਦੁਨੀਆ ਦੀ ਕੋਈ ਉਹ ਹੈਗੀ, ਕੰਮ ਜਿਹੜਾ ਮਰਜ਼ੀ ਕਰੀ ਜਾਂਦਾ ਹੈ, ਪਰ ਉਹਦੇ ਖਿਆਲਾਂ ਦੇ ਵਿੱਚ ਜਿਹੜੀ ਆਪਣੇ ਤਾਣੇ ਬਾਣੇ ਬੁਣੀ ਜਾਂਦਾ ਹੈ। ਇਸ ਕਰਕੇ ਹੁੰਦੇ ਗੁਰੂ ਚਰਨਨ ਆਸ਼ਿਕ ਹੋਣਾ ਜੇ ਬਾਤ ਬੜੀ ਕਿਆ ਕਹਿਣਾ। ਕਹਿੰਦੇ ਔਖੀ ਗੱਲ ਹੈ, ਜੇ ਬਣ ਜਾਵੇ ਤੇ ਫਿਰ ਕਿਆ ਕਹਿਣੇ ਨੇ ਉਹਦੇ। ਅੱਗੇ ਫਰਮਾਇਆ ਗੁਰ ਲਗੇ ਜਿਸੇ ਅਤ ਪਿਆਰੇ ਤਿਨ ਕੁੱਲ ਕਟੰਬ ਸਭ ਤਾਰੇ। ਹੁਣ ਦੱਸ ਵੀ ਦਿੱਤਾ ਕਿ ਜਿਹਨੂੰ ਉਹ ਪਿਆਰੇ ਲੱਗ ਗਏ, ਜਿਹੜਾ ਉਹਨਾਂ ਦਾ ਕੋਈ ਆਸ਼ਿਕ ਹੋ ਗਿਆ, ਫਿਰ ਉਹ ਆਪ ਹੀ ਨਹੀਂ ਇਕੱਲਾ ਤਰਦਾ। ਕਹਿੰਦੇ ਕਿ ਜਿਨ ਗੁਰੂ ਲਗੇ ਜਿਸ ਅਤ ਪਿਆਰੇ ਤਿਨ ਕੁੱਲ ਕਟੰਬ ਸਭ ਤਾਰੇ, ਆਪਣੀ ਕੁੱਲ ਨੂੰ ਆਪਣੇ ਕਟੰਬ ਨੂੰ ਵੀ ਤਾਰ ਦਿੰਦਾ ਹੈ। ਜਿਸ ਤਰ੍ਹਾਂ ਪਿੱਛੇ ਸੁਣਾਇਆ ਸੀ ਉਹਨਾਂ ਦਾ ਪ੍ਰਹਲਾਦ ਜੀ ਦਾ, ਜਦੋਂ ਨਰਸਿੰਘ ਰੂਪ ਧਾਰ ਕੇ ਆਇਆ, ਜਦੋਂ ਹਰਨਾਕਸ਼ ਦਾ ਵੱਧ ਕੀਤਾ ਹੈ, ਤੇ ਉਹਨੇ ਜਦੋਂ ਬੇਨਤੀ ਕੀਤੀ ਕਿ ਹੇ ਭਗਵਾਨ ਜੀ, ਪਿਤਾ ਜੀ ਤੁਸੀਂ ਠੀਕ ਹੈ ਸਭ ਕੁਝ ਕੀਤਾ, ਪਰ ਤੁਸੀਂ ਦਿਆਲੂ ਹੋ, ਕਿਰਪਾ ਕਰੋ ਮੇਰੇ ਪਿਤਾ ਨੂੰ, ਬਾਹਰੋਂ ਚਲੋ ਇਹ ਦੇਹ ਤੋਂ ਮੁਕਤੀ ਦਿੱਤੀ ਹੈ ਉਹਨਾਂ ਦੇ ਪਾਪ ਤੋਂ, ਪਰ ਇਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੋ, ਇਹਨਾਂ ਦੀ ਵੀ ਮੁਕਤੀ ਕਰ ਦਿਓ। ਤੇ ਉਹ ਨਰਸਿੰਘ ਰੂਪ ਧਾਰਿਆ ਸੀ ਉਹਨਾਂ ਨੇ। ਉਹ ਕਹਿਣ ਲੱਗੇ ਬੇਟਾ ਇਹਦਾ ਤੇ ਕੀ, ਮੈਂ ਤੇਰੀਆਂ 21 ਕੁੱਲਾਂ ਜਿਹੜੀਆਂ ਤਾਰ ਦਿੱਤੀਆਂ ਨੇ ਤੇਰੀਆਂ। ਸਿਰਫ ਕੀ ਸੀ ਕਿ ਸਿਰਫ ਇੱਕ ਪ੍ਰਹਲਾਦ ਜੀ ਨੇ ਉਹ 'ਚ ਜਨਮ ਲਿਆ, ਉਹਨਾਂ ਨੇ ਸਿਰਫ ਭਗਤੀ ਕੀਤੀ ਉਸ ਦੀ, ਉਹਨਾਂ ਬਣ ਗਿਆ। ਤੇ ਐਡਾ ਜਿਹੜਾ ਸਤਿਗੁਰਾਂ ਦੀ ਜਿਹੜੀ ਬਖਸ਼ਿਸ਼, ਇਹ ਕਹਿੰਦੇ ਕਿ ਮੈਂ ਤੇਰੀਆਂ 21 ਕੁੱਲਾਂ ਦਾ ਜਿਹੜੀਆਂ ਤਾਰ ਦਿੱਤੀਆਂ ਨੇ, ਇਹਨੂੰ ਇਕੱਲੇ ਨੂੰ ਕੀ ਤਾਰਨਾ ਹੈ। ਇਸੇ ਤਰ੍ਹਾਂ ਨੇ ਫਰਮਾਇਆ ਗੁਰੂ ਲਗੇ ਜਿਸੇ ਅਤ ਪਿਆਰੇ ਤਿਨ ਕੁੱਲ ਕਟੰਬ ਸਭ ਤਾਰੇ, ਧੰਨ ਮਾਤ ਪਿਤਾ ਉਸ ਜਨ ਉਨ ਜਨ ਕੇ ਜਿਨ ਭਗਤੀ ਕਰੀ ਕੁੱਲ ਤਜ ਕੇ। ਬਈ ਉਸ ਮਾਤਾ ਪਿਤਾ ਵੀ ਧੰਨ ਨੇ। ਮੈਂ ਕਈ ਵਾਰੀ ਦੱਸਦਾ ਹੈ ਕਿ ਬੱਚੇ ਗਲਤ ਰਸਤਿਆਂ ਤੇ ਚੱਲ ਪੈਂਦੇ ਨੇ, ਬੱਚੇ ਕਹਿਣੇ 'ਚ ਨਹੀਂ ਰਹਿੰਦੇ, ਬੱਚੇ ਮਾਤਾ ਪਿਤਾ ਦਾ ਆਦਰ ਨਹੀਂ ਕਰਦੇ, ਬੱਚੇ ਸਮਾਜ ਦੇ ਵਿੱਚ ਆਪਣਾ ਜੋ ਉਹਨਾਂ ਦਾ ਕਰੈਕਟਰ ਉਹਨੂੰ ਸਹੀ ਨਹੀਂ ਰੱਖਦੇ, ਆਪਣਾ ਕੰਮ ਕਰੀ ਜਾਂਦੇ ਨੇ। ਪਰ ਉਹ ਕਾਹਦੇ ਵਾਸਤੇ? ਕਿਉਂਕਿ ਮਾਤਾ ਪਿਤਾ ਨੇ ਕਦੀ ਟਾਈਮ ਨਹੀਂ ਦਿੱਤਾ, ਮਾਤਾ ਪਿਤਾ ਨੂੰ ਆਪ ਹੀ ਸਮਝ ਨਹੀਂ ਲੱਗੀ, ਬੱਚਿਆਂ ਨੂੰ ਕੀ ਸਮਝਾਉਣਾ ਸੀ ਉਹਨੇ। ਰੋਂਦੇ ਨੇ ਧੰਨ ਮਾਤ ਪਿਤਾ ਉਨ ਜਨ ਕੇ। ਉਹ ਬਈ ਮਾਤਾ ਪਿਤਾ ਵੀ ਜਿਹੜੇ ਆ ਧੰਨ ਨੇ, ਜਿਨ੍ਹਾਂ ਦੇ ਬੱਚੇ ਸਰ, ਕਿਉਂਕਿ ਸਭ ਤੋਂ ਪਹਿਲਾਂ ਜਿਹੜਾ ਗੁਰੂ ਆ ਮਾਤਾ ਪਿਤਾ ਹੈ, ਕਿਉਂਕਿ ਘਰ ਤੋਂ ਹੀ ਉਹਨੂੰ ਸਿੱਖਿਆ ਮਿਲਣੀ ਹੈ ਬੱਚੇ ਨੂੰ। ਜੇ ਕਦੀ ਮਾਂ ਨੇ ਕਦੀ ਉਹਨੂੰ ਪਿਤਾ ਨੇ ਕਦੀ ਬਿਠਾ ਕੇ ਕਦੀ ਕੋਈ ਗੱਲ ਹੀ ਨਹੀਂ ਕੀਤੀ, ਕੋਈ ਭਗਤੀ, ਉਹ ਠੀਕ ਹੈ ਸੰਸਾਰ ਦੇ ਵਿੱਚ ਹੀ ਉਹਨੂੰ ਹਰ ਵੇਲੇ ਰੱਖਿਆ ਉਹਨਾਂ ਚੀਜ਼ਾਂ 'ਚ, ਉਹਨੂੰ ਸਿੱਖਿਆ ਮਿਲੀ ਨਾ, ਜਿਹੜਾ ਉਹਦਾ ਬੇਸ ਹੀ ਕਮਜ਼ੋਰ ਹੋਇਆ, ਤੇ ਅੱਗੇ ਕੀ ਕਰੇਗਾ ਉਹ?
ਮੈਂ ਕਈ ਵਾਰੀ ਦੱਸਿਆ ਕਿ ਪੁਰਾਣੇ ਪਿਛਲੇ ਇਤਿਹਾਸ ਦੇ ਵਿੱਚ ਦੇਖੀਏ ਕਿ ਘਰਾਂ ਦੇ ਵਿੱਚ ਕੁਛ ਨਾ ਕੁਛ, ਕੋਈ ਰਾਮਾਇਣ ਗੀਤਾ, ਕੋਈ ਆਪਣਾ ਪਾਠ, ਕੋਈ ਕਿਸੇ ਨਾ ਕਿਸੇ ਚੀਜ਼ ਦਾ ਕੀਤਾ ਜਾਂਦਾ ਸੀ, ਬਾਣੀ ਪੜ੍ਹੀ ਜਾਂਦੀ ਸੀ। ਵੱਡੇ ਬਜ਼ੁਰਗ ਮਾਤਾ ਪਿਤਾ ਜਾਂ ਜਿਨ੍ਹਾਂ ਨੇ ਵੀ, ਉਹ ਕੋਈ ਇੱਕ ਐਸਾ ਨਿਯਮ ਹੁੰਦਾ ਸੀ ਕਿ ਚਲੋ ਸਾਰਾ ਦਿਨ ਕੰਮ ਕਰਕੇ ਫਿਰ ਬਹਾਨੇ ਨਾਲ ਕਹਿਣਾ ਕਿ ਵੀ ਆਹ ਪੜ੍ਹ ਕੇ ਸੁਣਾਓ, ਇਹਦਾ ਪਾਠ ਕਰੋ, ਕੁਛ ਨਾ ਕੁਛ ਭਜਨ ਜੋ ਬੰਦਗੀ ਜੋ ਵੀ ਆਪਣੀ ਕਰਦੇ ਸੀ। ਬੱਚਿਆਂ ਨੂੰ ਸਵੇਰੇ ਉੱਠ ਕੇ ਮੰਦਰ, ਗੁਰਦੁਆਰੇ, ਜਿੱਥੇ ਵੀ ਕਿਤੇ ਆਪਣੇ ਆਪਣੇ ਉਸ ਸਥਾਨ ਤੇ ਨਾਲ ਉਂਗਲ ਫੜ ਕੇ ਲੈ ਕੇ ਜਾਣਾ, ਬੱਚਿਆਂ ਨੂੰ ਪਤਾ ਲੱਗਦਾ ਸੀ। ਜਦੋਂ ਅਸੀਂ ਅੱਜ ਕੱਲ੍ਹ ਜੰਮਦੇ ਬੱਚੇ ਦੇ ਘਰ ਦੇ ਹੱਥ 'ਚ ਤੇ ਮੋਬਾਇਲ ਆ ਗਏ, ਜੋ ਦੇਖਣਾ ਉਹਨੇ ਉੱਤੇ ਜੋ ਆਪਣੀ ਮਰਜ਼ੀ ਦੇ ਨਾਲ ਲਾ ਦੇਣਾ। ਅਸੀਂ ਕਹਿੰਦੇ ਕਿ ਠੀਕ ਹੈ ਜੀ ਯਾਰ, ਇਹ ਲੱਗੇ ਸਾਨੂੰ ਵੀ ਟਾਈਮ ਮਿਲਿਆ। ਕਦੀ ਜਿਹੜੀ ਉਹ ਟਾਈਮ ਹੀ ਨਹੀਂ ਉਹਨੂੰ ਦਿੱਤਾ, ਤੇ ਅਸੀਂ ਅੱਗੇ ਉਹਨਾਂ ਕੋਲ ਕੀ ਉਮੀਦ ਰੱਖਾਂਗੇ। ਹੁਣ ਕਈ ਵਾਰੀ ਜਦੋਂ ਬੱਚੇ ਆਉਂਦੇ, ਮੈਨੂੰ ਯਾਦ ਹੈ ਮੈਂ ਪਿੱਛੇ ਕਿਸੇ ਸੇਵਾ ਦੇ ਵਿੱਚ ਗਏ ਸੀ ਕਿ ਸ਼ਹਿਰ ਦੇ ਵਿੱਚ ਉਹ ਸਤਸੰਗ ਹੋ ਗਿਆ। ਉੱਥੇ ਸਤਸੰਗ ਤੋਂ ਬਾਅਦ ਕੋਈ ਗੁਰਮਾਰੀ ਦੇ ਬੱਚੇ ਬੈਠੇ ਉੱਥੇ, ਬਜ਼ੁਰਗ ਕਾਫੀ, ਮੈਂ ਜਾਣਦਾ ਕਾਫੀ ਦੇਰ ਤੋਂ, ਬਚਪਨ ਤੋਂ ਉਹਨਾਂ ਨੂੰ ਦੇਖਦੇ ਰਹੇ ਗੁਰਮਾਈ ਦੀ ਸੰਗਤ ਦੇ ਵਿੱਚ, ਬੜੇ ਪੜ੍ਹੇ ਲਿਖੇ, ਸਭ ਕੁਛ, ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਘਰ ਦੇ ਵਿੱਚ। ਜਦੋਂ ਸਤਸੰਗ ਦੀ ਸਮਾਪਤੀ ਤੋਂ ਬਾਅਦ ਮਿਲੇ ਤੇ ਥੋੜਾ ਜਿਹਾ ਮਨ ਜਿਹਾ ਭਰਨਾ ਸ਼ੁਰੂ ਕਰ ਦਿੱਤਾ। ਜਦੋਂ ਉਹਨੂੰ ਪੁੱਛਿਆ ਤੇ ਕਹਿਣ ਲੱਗੇ ਬੜੇ ਦੁਖੀ ਅਸੀਂ ਮਹਾਰਾਜ, ਬੜੀ ਦੁਖੀ ਅਸੀਂ, ਸਾਡੇ ਤੇ ਕਿਰਪਾ ਕਰੋ। ਜਦੋਂ ਪੁੱਛਿਆ ਕਿ ਮੈਨੂੰ ਪਤਾ, ਮੈਂ ਕਿਹਾ ਦੇਖ, ਪਤਾ ਤਾਂ ਸ਼ੁਰੂ ਤੋਂ ਹੈਗਾ ਸੀ ਉਹਨਾਂ ਦਾ ਕਿ ਕੋਈ ਐਸੀ ਗੱਲ ਨਹੀਂ ਹੈ, ਬੜੀ ਗੁਰਮਾਈ ਦੀ ਦਇਆ ਰਹੀ, ਘਰ 'ਚ ਕਿਸੇ ਚੀਜ਼ ਦੀ ਕਮੀ ਨਹੀਂ ਸ਼ੁਰੂ ਤੋਂ। ਜਦੋਂ ਉਹਨਾਂ ਨੇ ਗੱਲ ਦੱਸੀ ਆਪਣੇ ਬੱਚਿਆਂ ਬਾਰੇ, ਕੋਈ ਗੱਲ ਕੀਤੀ ਕਿ ਬੱਚੇ ਇਸ ਤਰ੍ਹਾਂ ਆ ਗਲਤ ਰਸਤਿਆਂ 'ਤੇ ਪੈ ਗਏ ਨੇ, ਬੱਚੇ ਇੱਦਾਂ ਕਰਦੇ ਨੇ, ਬੱਚੇ ਉੱਦਾਂ ਕਰਦੇ ਨੇ, ਕਿਰਪਾ ਕਰੋ, ਦਇਆ ਕਰੋ, ਇਸ ਤਰ੍ਹਾਂ ਕਰੋ। ਬਾਅਦ 'ਚ ਕਹਿਣ ਲੱਗੇ, ਮੈਂ ਕਿਹਾ ਬੱਚੇ ਕਦੀ ਆਏ ਤੇ ਕਦੀ ਦੇਖਿਆ ਨਹੀਂ, ਕਦੀ ਆਏ ਨਹੀਂ, ਆਏ ਕਦੀ ਆਪ ਹੀ ਨਹੀਂ, ਕਦੀ ਚਲੋ ਆਉਣ ਦੀ ਗੱਲ ਨਹੀਂ, ਕਦੀ ਘਰ ਵੀ ਬੈਠਿਆ ਉਹਨਾਂ ਨੂੰ ਕਦੀ ਉਸ ਚੀਜ਼ ਨਾਲ ਜੋੜਿਆ ਹੋਵੇ ਤੇ ਪਤਾ ਹੋਵੇ। ਫਿਰ ਕਹਿਣ ਲੱਗੇ ਕਿ ਕੋਈ ਪ੍ਰਸ਼ਾਦ ਦਿਓ ਉਹਨਾਂ ਵਾਸਤੇ, ਪ੍ਰਸ਼ਾਦ ਦਿਓ ਉਹਨਾਂ ਵਾਸਤੇ। ਮੈਂ ਹੱਥ ਜੋੜ ਕੇ ਬੇਨਤੀ ਕੀਤੀ, ਮੈਂ ਕਿਹਾ ਕੋਈ ਪ੍ਰਸ਼ਾਦ ਹੀ ਨਹੀਂ ਹੈਗਾ ਐਸਾ ਉਹਨਾਂ ਵਾਸਤੇ, ਕੋਈ ਪ੍ਰਸ਼ਾਦ ਨਹੀਂ ਉਹਨਾਂ ਨੂੰ ਠੀਕ ਕਰ ਸਕਦਾ, ਜਿੱਥੋਂ ਮਰਜ਼ੀ ਦਵਾਓ ਤੁਸੀਂ। ਜਦੋਂ ਤੁਸੀਂ ਟਾਈਮ ਸਿਰ ਉਹਨਾਂ ਨੂੰ ਜਿਹੜਾ ਪ੍ਰਸ਼ਾਦ ਦੇਣਾ ਚਾਹੀਦਾ ਸੀ ਤੁਹਾਨੂੰ ਉਹ ਨਹੀਂ ਦਿੱਤਾ, ਤੇ ਹੁਣ ਜਦੋਂ ਗੱਲ ਵਿਗੜ ਗਈ, ਹੁਣ ਜਿਹੜਾ ਮਰਜ਼ੀ ਪ੍ਰਸ਼ਾਦ ਖਵਾਓ, ਹੁਣ ਨਹੀਂ ਗੱਲ ਬਣਨੀ ਹੈ। ਮੈਂ ਕਿਹਾ ਉਹਨਾਂ ਨੂੰ ਪਤਾ ਹੀ ਨਹੀਂ ਹੈ ਉਸ ਚੀਜ਼ ਦਾ ਕਿ ਜਾਂ ਕੋਈ ਮਿਸ਼ਰੀ, ਕੋਈ ਕੇਲੇ, ਕੋਈ ਸੇਬ ਜਾਂ ਕੁਛ, ਉਹਨਾਂ ਨੂੰ ਉਹ ਪਤਾ ਹੀ ਨਹੀਂ ਉਸ ਚੀਜ਼ ਦਾ, ਪ੍ਰਸ਼ਾਦ ਦਾ ਮਹਿਮਾ ਕੀ, ਪ੍ਰਸ਼ਾਦ ਦਾ ਕਿਸ ਤਰ੍ਹਾਂ, ਤੇ ਉਹਨਾਂ ਨੂੰ ਕੀ ਇਸ ਚੀਜ਼ ਦਾ ਪਤਾ ਚੱਲੇਗਾ। ਮੈਂ ਕਿਹਾ ਕੋਈ ਪ੍ਰਸ਼ਾਦ ਨਹੀਂ ਐਸਾ ਹੈਗਾ ਜਿਹੜਾ ਉਹਨੂੰ ਠੀਕ ਕਰੇ। ਮੈਂ ਕਿਹਾ ਜਿਹੜਾ ਆਪਣਾ, ਜਦੋਂ ਅਸੀਂ ਫਰਜ਼ ਦੀ ਉਲੰਘਣਾ ਕਰ ਜਾਂਦੇ ਹਾਂ, ਜਦੋਂ ਅਸੀਂ ਆਪਣੇ ਫਰਜ਼ ਨਹੀਂ ਪੂਰਾ ਟਾਈਮ ਸਿਰ ਕਰਦੇ, ਤੇ ਮੈਂ ਕਿਹਾ ਫਿਰ ਉਹ ਜਿਹੜੀ ਚੀਜ਼ ਹੈ, ਜਿਹੜੀ ਬੂਟਾ ਲੱਗਾ ਹੈ ਬਈ, ਉਹੀ ਫਿਰ ਜਿਹੜੀ ਫਸਲ ਹੈ ਉਹ ਵੱਢਣੀ ਪੈਂਦੀ ਹੈ ਸਾਨੂੰ। ਫਿਰ ਉੱਥੇ ਮੈਂ ਦੱਸਿਆ, ਮੈਂ ਕਿਹਾ ਨਹੀਂ ਚਾਹੀਦਾ ਹੈ, ਕਿਉਂ ਸਾਨੂੰ ਸਤਿਗੁਰੂ ਹੁਕਮ ਕਰਦੇ ਨੇ। ਹੁਣ ਬੱਚੇ ਆਉਂਦੇ ਨੇ, ਕਈ ਛੋਟੇ ਛੋਟੇ ਬੱਚੇ ਆਉਂਦੇ ਨੇ, ਉਹਨਾਂ ਨੂੰ ਸਭ ਪਤਾ ਹੈ, ਕਿਤੇ ਵੀ ਜਾਂਦੇ ਨੇ, ਚਾਹੇ ਗੁਰਦੁਆਰੇ ਜਾਂਦੇ ਨੇ, ਮੰਦਿਰ ਜਾਂਦੇ ਨੇ, ਉਹਨੂੰ ਪਤਾ ਹੈ ਕਿ ਬਈ ਇੱਥੇ ਅਸੀਂ ਜੁੱਤੀ ਉਤਾਰਨੀ ਹੈ, ਇੱਥੇ ਅਸੀਂ ਸਿਰ ਤੇ ਰੁਮਾਲ ਰੱਖਣਾ, ਇੱਥੇ ਅਸੀਂ ਮੱਥਾ ਟੇਕਣਾ ਹੈ, ਆਹ ਚੀਜ਼ਾਂ ਅਸੀਂ ਨਹੀਂ ਕੰਮ ਇੱਥੇ ਕਰਨਾ। ਤੇ ਇੱਕ ਬਈ ਜਦੋਂ ਬਚਪਨ 'ਚੋਂ ਉਹ ਚੀਜ਼ਾਂ ਸਿੱਖਦੇ ਪਏ ਨੇ, ਤੇ ਅੱਗੇ ਆਪਣੇ ਆਪ ਉਸ ਚੀਜ਼ ਦਾ ਡਰ ਰਹਿੰਦਾ। ਕੋਈ ਨਾ ਕੋਈ ਜਦੋਂ ਕੰਨ 'ਚ ਵਚਨ ਪੈਂਦੇ ਨੇ, ਕੁਛ ਨਾ ਕੁਛ ਅਸੀਂ ਸੁਣਦੇ ਹਾਂ, ਕੋਈ ਕਿ ਕੀ ਸਾਖੀਆਂ ਕਿਸ ਤਰ੍ਹਾਂ ਵਾ, ਫਿਰ ਮਨ ਡਰਦਾ ਹੈ ਕਿ ਹਾਂ ਕੋਈ ਗਲਤ ਕੰਮ ਕਰਨ ਤੋਂ। ਜੇ ਇਹਨੂੰ ਪਤਾ ਹੀ ਨਹੀਂ ਲੱਗਾ ਕਿਸੇ ਚੀਜ਼ ਦਾ ਵੀ, ਤੇ ਫਿਰ ਇਹਨੂੰ ਕੀ ਪਤਾ ਕਿ ਪਾਪ ਕੀ ਹੈ ਤੇ ਪੁੰਨ ਕੀ ਹੈ। ਉਹ ਤਾਂ ਕਹਿੰਦਾ ਜੇ ਤੇ ਮੇਰੇ ਫਾਇਦੇ ਵਾਲੀ ਗੱਲ ਹੈ ਤੇ ਭਾਵੇਂ ਪਾਪ ਆ, ਮੈਨੂੰ ਵਾਸਤੇ ਵਧੀਆ, ਮੈਂ ਕੀ ਲੈਣਾ ਉੱਤੋਂ। ਇਸ ਕਰਕੇ ਬੱਚਿਆਂ ਨੂੰ ਹੁਣ ਕਿਹਾ ਕਿ ਧੰਨ ਮਾਤ ਪਿਤਾ ਉਨ ਜਨ ਕੇ, ਜਿਨ ਭਗਤੀ ਕਰੀ ਕੁਲ ਤਜ ਕੇ। ਜਿਹੜੇ ਕੋਈ ਭਗਤੀ ਦੇ ਵਿੱਚ ਜਿਹੜੇ ਅੱਗੇ ਵੱਧਦੇ ਨੇ, ਜਿਹੜੇ ਵੀ ਉਹਨਾਂ ਦਾ ਤੇ ਜਿਹੜਾ ਕਰਮ ਹੈਗਾ, ਉਹਨਾਂ ਦੇ ਮਾਤਾ ਪਿਤਾ ਦੇ ਵੀ ਉਹਨਾਂ ਦੀ ਸ਼ਾਬਾਸ਼ ਹੈ, ਕਿ ਵੀ ਉਹਨਾਂ ਨੇ ਐਸੀ ਉਹਨਾਂ ਨੂੰ ਮੱਤ ਦਿੱਤੀ, ਐਸੀ ਉਹਨਾਂ ਨੂੰ ਇੱਕ ਸੇਧ ਦਿੱਤੀ। ਨਹੀਂ ਤੇ ਉਸ ਟਾਈਮ ਦੇ, ਜਿਸ ਤਰ੍ਹਾਂ ਮੈਂ ਕਈ ਵਾਰੀ ਦੱਸਦਾ, ਅਜੇ ਵੀ ਕਈ ਐਸੇ ਬੱਚੇ ਜਦੋਂ ਮੈਂ ਦੇਖਦਾ ਕਿ ਜਦੋਂ ਆਉਂਦੇ ਜਾਂਦੇ ਨੇ, ਕਈ ਵਾਰ ਆਉਣਗੇ, ਮਾਂ ਪਿਓ ਆਉਣਗੇ, ਉਹ ਆਣ ਕੇ ਕਹਿਣਗੇ ਵੀ ਬੱਚਿਆਂ ਦੇ ਪੇਪਰ ਆ, ਉਹਨਾਂ ਵਾਸਤੇ ਪ੍ਰਸ਼ਾਦ ਦੇ ਦਿਓ। ਹੁਣ ਫਲਾਣਾ ਐਗਜ਼ਾਮ ਆ, ਉਹਦੇ ਵਾਸਤੇ ਆਊਗਾ, ਮੱਥਾ ਟੇਕਣ ਵਾਸਤੇ ਆਉਣਗੇ, ਮੱਥਾ ਟੇਕਣ ਵਾਸਤੇ ਆਉਣਗੇ। ਬਈ ਮੱਥਾ ਤੇ ਘਰ ਵੀ ਟੇਕਿਆ ਮਨਜ਼ੂਰ ਹੈ, ਮੱਥਾ ਤੇ ਉਹ ਕੋਈ ਜਿਹਨੂੰ ਅਸੀਂ ਗੁਰੂ ਕਹਿੰਦੇ ਹਾਂ, ਜਿਹੜੀ ਉਹ ਤਾਕਤ ਜਿਹੜੀ ਆ, ਉਹ ਤੇ ਬਈ ਹਮੇਸ਼ਾ ਹੀ ਹਰ ਥਾਂ ਤੇ ਵਸ ਰਹੀ ਹੈ, ਉਹਨੂੰ ਕੋਈ ਗੱਲ ਨਹੀਂ ਹੈਗੀ। ਜਦੋਂ ਉਹਨਾਂ ਨੂੰ ਕਿਤੇ ਪੁੱਛੀਦਾ ਹੈ ਨਾ ਕਿ ਬੱਚੇ ਨਹੀਂ ਕਦੀ ਆਏ ਜਾਂ ਇਸ ਤਰ੍ਹਾਂ, ਉਹ ਜੀ ਅਜੇ ਨਾ ਬੱਚਿਆਂ ਦੀ ਪੜ੍ਹਾਈ ਦਾ ਟਾਈਮ ਹੈ ਨਾ, ਅਜੇ ਤੇ ਬੱਚਿਆਂ ਦਾ ਫਲਾਣਾ ਹੈ ਨਾ,
ਉਹ ਬਈ ਸਾਰਾ ਕੁਝ ਠੀਕ ਹੈ। ਮੈਂ ਬੜੇ ਬੜੇ ਪੜ੍ਹੇ ਲਿਖੇ ਬੱਚੇ ਦੇਖੇ ਨੇ, ਬੜੇ ਬੜੇ ਜਿਹੜੇ ਕਾਮਯਾਬ ਜਿਹੜੇ ਨੇ ਘਰਾਂ ਦੇ ਵਿੱਚ ਦੁਖੀ ਨੇ, ਆਪ ਵੀ ਦੁਖੀ ਨੇ, ਮਾਂ ਪਿਓ ਵੀ ਦੁਖੀ ਨੇ, ਸਾਰੇ ਪੂਰੇ ਦਾ ਪੂਰੇ ਟੱਬਰ ਦੁਖੀ ਨੇ। ਕਾਹਦੇ ਵਾਸਤੇ ਦੁਖੀ ਨੇ? ਕਿਉਂਕਿ ਉਹ ਚੀਜ਼ ਜਿਹੜੀ ਸੀ ਅਸਲੀ, ਉਹਦਾ ਪਤਾ ਨਹੀਂ ਲੱਗਾ, ਅਸਲ ਨਾਲੋਂ ਵਿਛੜੇ ਰਹੇ। ਬੜੇ ਬੜੇ ਪੜ੍ਹੇ ਲਿਖੇ ਜਿਹੜੇ ਆ ਡਿਪਰੈਸ਼ਨ ਦੇ ਵਿੱਚ ਚਲੇ ਗਏ। ਘਰਾਂ ਦੇ ਵਿੱਚ ਹਮੇਸ਼ਾ ਹੀ ਇਸ ਤਰ੍ਹਾਂ ਤਣਾਅ ਉਹ ਜਿਹੜਾ ਹੁੰਦਾ ਰਹਿੰਦਾ। ਫਿਰ ਜਦੋਂ ਇੱਕ ਹੱਥ ਚੋਂ ਡੋਰ ਨਿਕਲ ਜਾਂਦੀ ਹੈ, ਫਿਰ ਅਸੀਂ ਕਹਿੰਦੇ ਹਾਂ ਜੀ ਆਹ ਕਰੋ, ਆਹ ਕਰ ਦੋ, ਉਹ ਕਰ ਦੋ। ਫਿਰ ਬਈ ਕਿਹੜਾ ਮੰਤਰ ਇਹੋ ਜਿਹਾ ਹੈਗਾ ਜਿਹੜਾ? ਮੈਂ ਕਈ ਵਾਰੀ ਦੱਸਿਆ ਹੈ ਕਿ ਬਈ ਐਸਾ ਕੋਈ ਨਹੀਂ ਪਿੱਛੇ, ਚਾਹੇ ਕਿਸੇ ਵੀ ਟਾਈਮ ਦੀ ਸਾਖੀ ਕੋਈ ਲੈ ਲਓ, ਕੋਈ ਤੁਸੀਂ ਕੋਈ ਗ੍ਰੰਥ ਫੋਲ ਲਓ, ਕਿਸੇ ਸਮੇਂ ਦਾ ਇਤਿਹਾਸ ਲੈ ਲਓ, ਨਹੀਂ ਉਸ ਵੇਲੇ ਗੱਲ ਬਣਦੀ। ਠੀਕ ਹੈ, ਕਰਮਾਂ ਦਾ ਭੁਗਤਾਨ ਹੁੰਦਾ ਹੈ, ਕਰਮਾਂ ਦਾ ਸਾਰਾ ਲੇਖਾ ਜੋਖਾ ਹੁੰਦਾ ਹੈ। ਪਰ ਬਈ ਜੇ ਉਹਨਾਂ ਨੇ ਕਿਹਾ ਕਿ ਪਲਟੂ ਲਿਖੀ ਨਸੀਬ ਕੀ ਸੰਤ ਦੇਤ ਹੈ ਫੇਰ, ਨਸੀਬ ਦੀ ਲਿਖੀ ਵੀ ਜਿਹੜੀ ਹੈ ਸੰਤ ਫੇਰ ਦਿੰਦੇ ਨੇ। ਪਰ ਕਾਹਦੇ ਕਸ ਕੇ ਦੇਰ ਲੱਗਦੀ, ਕਾਹਦੇ ਕਰਕੇ ਉਹ ਰਹਿ ਜਾਂਦੀ ਹੈ? ਮਨ ਆਪਣਾ ਸਾਚਾ ਨਹੀਂ ਤਾਬ। ਕਿਉਂਕਿ ਜਦੋਂ ਸਾਨੂੰ ਵਿਸ਼ਵਾਸ ਨਹੀਂ ਹੁੰਦਾ, ਸਤਿਗੁਰਾਂ ਦਾ ਵਚਨ ਤੇ ਪੂਰਾ ਉਤਰਦੇ ਨਹੀਂ, ਉਹਨਾਂ ਤੇ ਕਦੀ ਵਿਸ਼ਵਾਸ ਆਪਣੇ ਵਚਨ ਮਨਾਈ ਜਾਂਦੇ ਆ, ਉਹਨਾਂ ਦਾ ਮੰਨਦੇ ਨਹੀਂ, ਫਿਰ ਜਿਹੜਾ ਕਰਮ ਹੈ ਉਹ ਆਪਣਾ ਜਿਹੜਾ ਪੂਰੇ ਦਾ ਪੂਰਾ ਉਹ ਰੱਖਦਾ ਹੈ। ਰੇਖ ਦੇ ਵਿੱਚ ਮੇਖ ਮਾਰ ਦਿੰਦੇ ਨੇ, ਪਰ ਜੇ ਬਈ ਸਤਿਗੁਰਾਂ ਦੇ ਵਚਨਾਂ ਦੇ ਵਿੱਚ ਉੱਤੇ ਚੱਲ ਪਈਏ ਤੇ ਫਿਰ ਜਦੋਂ ਕਈ ਵਾਰੀ ਇਸ ਤਰ੍ਹਾਂ ਬੱਚੇ ਜਦੋਂ ਅੱਗੇ ਜਾ ਕੇ ਫਿਰ ਅਰਜ਼ਾਂ ਬੇਨਤੀਆਂ ਹੁੰਦੀਆਂ ਨੇ, ਪਰ ਫਿਰ ਬੇਟੇ ਉਹ ਗੱਲ ਬਣਦੀ ਨਹੀਂ। ਇਸ ਕਰਕੇ ਚਾਹੀਦਾ ਕੀ ਹੈ, ਜਿਸ ਤਰ੍ਹਾਂ ਬਾਕੀ ਪੜ੍ਹਾਈਆਂ ਲਿਖਾਈਆਂ ਕਰਾਉਂਦੇ ਆ, ਬਾਕੀ ਸਭ ਕੁਝ ਕਰਦੇ ਆ, ਜਿਹੜਾ ਜੀਵਨ ਜੀਣ ਦੀ ਜਾਚ ਹੈ ਉਹ ਬੱਚਿਆਂ ਨੂੰ ਜ਼ਰੂਰ ਦੱਸੀਏ। ਆਪਣੀ ਉਹ ਚੀਜ਼ ਨਾ ਦੇਖੀਏ ਕਿ ਬਈ ਸਾਡੇ ਕੋਲ ਟਾਈਮ ਨਹੀਂ ਹੈਗਾ, ਸਾਡੇ ਕੋਲ ਟਾਈਮ ਨਹੀਂ ਹੈਗਾ। ਟਾਈਮ ਕਿਹਦੇ ਕੋਲ ਹੈਗਾ ਬਈ? ਟਾਈਮ ਅੱਜ ਤੁਸੀਂ ਟਾਈਮ ਦਿਓਗੇ ਤੇ ਕੱਲ ਉਹ ਤੁਹਾਨੂੰ ਟਾਈਮ ਦੇਣਗੇ। ਤੁਸੀਂ ਸਮਝੋਗੇ, ਗੁਰਮਤਿ ਦੇ ਬਚਨਾਂ ਦੇ ਉੱਤੇ ਚੱਲੋਗੇ, ਉਹਨਾਂ ਦੇ ਨਿਯਮਾਂ 'ਚ ਰਹੋਗੇ, ਤੇ ਉਹ ਵੀ ਅੱਗੇ ਨਿਯਮਾਂ 'ਚ ਰਹਿਣਗੇ। ਜਦੋਂ ਅਸੀਂ ਨਿਯਮ ਦੇ ਵਿੱਚ ਰਹੇ ਨਹੀਂ, ਅਸੀਂ ਉਹਨਾਂ ਨੂੰ ਉਹ ਚੀਜ਼ਾਂ ਨਹੀਂ ਦਿੱਤੀਆਂ, ਤੇ ਉਹ ਸਾਨੂੰ ਵਾਪਸ ਕਿੱਥੋਂ ਦੇਣਗੇ? ਦਿੱਤਾ ਹੀ ਉਹਨਾਂ ਨੂੰ ਕੁਝ ਹੋ ਰਿਹਾ, ਉਹ ਸਾਨੂੰ ਕਿੱਦਾਂ ਦੇ ਦੇਣ? ਮੋੜ ਜਿਹੜੀ ਚੀਜ਼ ਦਿੱਤੀ ਉਹੀ ਮੁੜੇਗੀ। ਇਸ ਕਰਕੇ ਕਹਿੰਦੇ ਆ ਕਿ ਬਈ ਉਹ ਧੰਨ ਮਾਤਾ ਪਿਤਾ ਵੀ ਧੰਨ ਨੇ, ਜਿਨ੍ਹਾਂ ਦੇ ਬੱਚੇ ਬਸ ਉਸ ਰਸਤੇ ਕਿ ਚੱਲ ਕੇ, ਜਿਸ ਤਰ੍ਹਾਂ ਨੇ ਕਿਹਾ ਕਿ ਜਿੱਦਾਂ ਪ੍ਰਹਲਾਦ ਜੀ ਨੇ ਉਹ ਜਿਹੜੇ ਸੀ, ਭਾਵੇਂ ਉਹਦੀ ਮਾਂ ਦੀ ਸਿੱਖਿਆ ਤੇ ਭਾਵੇਂ ਉਹਨਾਂ ਨੇ ਜਿਸ ਤਰ੍ਹਾਂ ਉਹਨੇ ਚਲਾਇਆ, ਪਰ ਉਹ ਇੱਕ ਵੀ ਉਹਦੇ ਵਿੱਚ ਚੱਲ ਪਿਆ ਤੇ ਬਈ ਉਹਨੇ ਆਪਣੀਆਂ ਇੰਨੀਆਂ ਜਿਹੜੀਆਂ ਕੁਲਾਂ ਤਾਰ ਕੇ ਰੱਖ ਦਿੱਤੀਆਂ। ਕਿ ਉਹਨੂੰ ਫਰਮਾਇਆ, ਗੁਰੂ ਲਗੇ ਜਿਸੇ ਅਤ ਪਿਆਰੇ, ਤਿੰਨ ਕੁਲ ਕਟੰਬ ਸਭ ਤਾਰੇ। ਜਿਸ ਤਰ੍ਹਾਂ ਇੱਕ ਘਰ ਦੇ ਵਿੱਚ ਕੋਈ ਇੱਕ ਹੀ ਲਾਇਕ ਬੱਚਾ ਨਿਕਲ ਆਉਂਦਾ ਆ, ਉਹ ਪੂਰੀ ਗਰੀਬੀ ਖਤਮ ਕਰ ਦਿੰਦਾ ਹੈ, ਪੂਰਾ ਘਰ ਦਾ ਨਕਸ਼ਾ ਬਦਲ ਦਿੰਦਾ ਹੈ। ਇਸੇ ਤਰ੍ਹਾਂ ਹੀ ਇੱਕ ਬਈ ਘਰ ਵਿੱਚ ਜਿਸ ਤਰ੍ਹਾਂ ਠੀਕ ਹੈ, ਬਾਕੀ ਇੰਜੀਨੀਅਰ, ਡਾਕਟਰ ਸਭ ਕੁਝ ਸਾਨੂੰ ਚਾਹੀਦੇ ਨੇ, ਪਰ ਸਤਿਗੁਰਾਂ ਅੱਗੇ ਬੇਨਤੀ ਵੀ ਇਹ ਹੋਵੇ ਕਿ ਸਤਿਗੁਰਾਂ ਦਾ ਇੱਕ ਸੇਵਾਦਾਰ ਵੀ ਹੋਵੇ, ਉਹਨਾਂ ਦਾ ਬੱਚਾ ਉਹਨਾਂ ਦਾ ਡਰ ਭੈ ਵਾਲਾ ਵੀ ਹੋਵੇ। ਜੇ ਉਹ ਚੀਜ਼ ਆ ਗਈ ਵਿੱਚ, ਤੇ ਸਾਰੀਆਂ ਚੀਜ਼ਾਂ ਬਾਕੀ ਵੀ ਇਹਦੀਆਂ ਲਿਖੇ ਲੱਗ ਜਾਣਗੀਆਂ। ਹਾਂਜੀ ਅੱਗੇ। ਜਿਨ ਸਹੀ ਮਲਾਮਤ ਜਗ ਕੀ, ਤਿਨ ਮਿਲੀ ਰਾਸ ਸੁਖ ਘਰ ਕੀ। ਜੋ ਕੁਲ ਲਾਜ ਜਗਤ ਸੇ ਡਰੇ, ਗੁਰ ਭਗਤੀ ਸੇਵੈ ਪੁਨ ਗਿਰੇ। ਸੂਰਾ ਰਣ ਸੇ ਕਬੀ ਨਾ ਟਰੇ, ਸਤੀ ਸਦਾ ਮੁਰਦੇ ਸੰਗ ਜਰੇ। ਰਣ ਛੋੜੇ ਕਾਇਰ ਕਹਿਲਾਏ, ਸਤੀ ਫਿਰੇ ਭੰਗੀ ਕਰ ਜਾਏ। ਪਪੀਹਾ ਆਪਣਾ ਪਨ ਨਹੀਂ ਤਿਆਗੇ, ਜਲੇ ਪਤੰਗਾ ਜੋਤੀ ਆਗੇ।
मछली को जैसे जल तारा, गुरमुख को सत गुर अस प्यारा। ਹੁਣ ਫਰਮਾਉਂਦੇ ਨੇ ਜਿਨ ਸਹੀ ਮਲਾਮਤ ਜਗ ਕੀ ਤਿਨ ਮਿਲੀ ਰਾਸ ਸੁਖ ਕਰ ਕੀ। ਇਹ ਦੁਨੀਆ ਵਾਸਤੇ ਤੇ ਅਸੀਂ ਸਭ ਕੁਝ ਸਹਿ ਜਾਂਦੇ ਆ, ਆਪਣੇ ਰਿਸ਼ਤੇ ਨਾਤਿਆਂ ਵਾਸਤੇ ਸਭ ਸਹਿ ਜਾਂਦੇ ਆ, ਉਹਨਾਂ ਵਾਸਤੇ ਜੋ ਮਰਜ਼ੀ ਅਸੀਂ ਕਰਨ ਨੂੰ ਤਿਆਰ ਰਹਿੰਦੇ ਆ, ਪਰ ਗੁਰੂ ਦੇ ਬਚਨ ਮੰਨਣ ਵਾਸਤੇ ਸਾਨੂੰ ਹਰ ਬੰਨੇ ਕੋਈ ਨਾ ਕੋਈ ਬੰਧਨ ਨਹੀਂ ਲੱਗਦਾ ਹੈ। ਸਾਨੂੰ ਫਲਾਣੇ ਨੇ ਆ ਕਹਿ ਦਿੱਤਾ, ਸਾਨੂੰ ਉਹਨੇ ਰੋਕ ਦਿੱਤਾ, ਸਾਨੂੰ ਇਹਨੇ ਇਦਾਂ ਕਹਿ ਦਿੱਤਾ, ਬਈ ਇਹਨਾਂ ਚੀਜ਼ਾਂ ਕਰਕੇ ਹੀ ਅਸੀਂ ਭਗਤੀ ਛੱਡ ਦਿੰਦੇ ਹਾਂ। ਸਤਿਗੁਰਾਂ ਦੇ ਬਚਨ ਮੰਨਣ ਵਾਲੇ ਪਾਸੇ ਜਿਸ ਬਾਕੀ ਚੀਜ਼ਾਂ ਅਸੀਂ ਆਪਣੇ ਹੱਥ ਨਾਲ ਵੀ ਕਰ ਲੈਂਦੇ ਹਾਂ, ਇੱਕ ਸਤਿਗੁਰਾਂ ਦੇ ਬਚਨ ਦੇ ਵਿੱਚ ਹੀ ਕੋਈ ਨਾ ਕੋਈ ਅਸੀਂ ਜਿਸ ਤਰ੍ਹਾਂ ਬੰਧਨ ਪਾਉਣ ਨੂੰ ਰਹਿੰਦੇ ਹਾਂ। ਘਰ ਦੇ ਵਿੱਚ ਚੰਗਾ ਭਲਾ ਕੋਈ ਰੂਟੀਨ ਚੱਲ ਰਹੀ ਹੋਏਗੀ, ਲੜਨਗੇ ਘਰ ਦੇ ਵਿੱਚ ਤੇ ਬਈ ਸਿਮਰਨ ਕਰਨਾ ਛੱਡ ਦੇਣਗੇ। ਚੰਗਾ ਭਲਾ ਬਾਕੀ ਕੰਮ ਚੱਲ ਰਿਹਾ ਹੋਏਗਾ, ਸੇਵਾ ਦਾ ਆਪਣੇ ਸਾਰੀ ਰੂਟੀਨ ਸਭ ਕੁਝ ਹੋਏਗੀ, ਘਰ 'ਚ ਕੋਈ ਗੱਲ ਹੋਏਗੀ ਤੇ ਹੋਰ ਬਾਕੀ ਰੋਟੀ ਪਾਣੀ ਖਾਣਾ ਨਹੀਂ ਛੱਡਣਾ, ਬਾਕੀ ਕੰਮ ਨਹੀਂ ਸਾਰੇ ਛੱਡਣੇ, ਛੱਡ ਕੇ ਦੇਣਾ ਕਿ ਬਸ ਜੀ ਉਹ ਗੁਰੂ ਵਾਲਾ ਕੰਮ ਹੈ। ਆ ਜਾ ਕੇ ਉਹ ਉਧਰੋਂ ਹੀ ਇਹਨੇ ਛਡਾਉਣਾ ਹੈ, ਕੋਈ ਇਹਦਾ ਹੋਰ ਕੋਈ ਕੰਮ ਹੀ ਨਹੀਂ ਹੈਗਾ। ਇਸ ਕਰਕੇ ਉਹਨਾਂ ਨੇ ਫਰਮਾਇਆ ਕਿ ਜਿਨ ਸਹੀ ਮਲਾਮਤ ਜਗ ਕੀ ਤਿਨ ਮਿਲੀ ਰਾਜ ਰਾਸ ਸੁਖ ਕਰ ਕੀ, ਜੋ ਕੁਲ ਲਾਜ ਜਗਤ ਸੇ ਡਰੇ ਗੁਰ ਭਗਤੀ ਸੇਵੈ ਪੁਨ ਗਿਰੇ। ਜੇ ਦੁਨੀਆਦਾਰ ਇਹੋ ਲੋਕ ਲਾਜ ਦੀ ਧਿਆਨ ਰੱਖਾਂਗੇ ਤੇ ਫਿਰ ਭਗਤੀ ਸਾਡੇ ਵਾਸਤੇ ਨਹੀਂ। ਕਹਿੰਦਾ ਭਗਤੀ ਕਰੇ ਕੋਈ ਸੂਰਮਾ ਜਾਤ ਵਰਨ ਕੁਲ ਖੋਏ। ਭਗਤੀ ਸੂਰਮੇ ਬਣ ਕੇ, ਜਿਸ ਤਰ੍ਹਾਂ ਬਾਕੀ ਕੰਮਾਂ ਵਾਸਤੇ ਅਸੀਂ ਕਹਿ ਦਿੰਦੇ ਹਾਂ ਹੁਣ ਨਹੀਂ ਮੈਂ ਪਿਛਾਂਹ ਹਟਦਾ, ਹੁਣ ਤੈਨੂੰ ਮੈਂ ਕਰਕੇ ਦਿਖਾਵਾਂਗਾ, ਹੁਣ ਤੇ ਮੈਂ ਇਸ ਤਰ੍ਹਾਂ ਕਰਾਂਗਾ, ਇੱਧਰ ਵੀ ਇਸ ਪਾਸੇ ਵੀ ਸੂਰਮੇ ਬਣ ਕੇ ਹੀ ਭਗਤੀ ਹੋਣੀ ਹੈ। ਕਿ ਮੈਂ ਸੂਰਾ ਰਣ ਸੇ ਕਭੀ ਨਾ ਡਰੇ ਸਤੀ ਸਦਾ ਮੁਰਦੇ ਸੰਗ ਜਰੇ, ਰਣ ਛੋੜੇ ਕਾਇਰ ਕਹਿਲਾਏ ਸਤੀ ਫਿਰੇ ਭੰਗੀ ਕਰ ਜਾਏ। ਸੂਰਮਾ ਕਹਿੰਦੇ ਜਦੋਂ ਰਣ ਦੇ ਵਿੱਚ ਇੱਕ ਵਾਰੀ ਪੈਰ ਅੱਗੇ ਵਧਾ ਲੈਂਦਾ ਏ, ਫਿਰ ਨਹੀਂ ਉਹ ਦੇਖਦਾ ਕਿ ਬਈ ਮੈਂ ਮਰ ਜਾਊਂਗਾ ਜਾਂ ਮੇਰਾ ਸਤਾਉਣ ਗਰਦਨ ਵੱਢੀ ਜਾਏਗੀ ਜਾਂ ਮੈਨੂੰ ਕੋਈ ਜ਼ਖਮ ਹੋਣਗੇ ਕੁਝ, ਜਿਹੜਾ ਅੱਗੇ ਪੈਰ ਵਧਾਇਆ ਫਿਰ ਅੱਗੇ ਹੀ ਜਾਂਦਾ। ਮੈਂ ਕਿ ਸੂਰਾ ਰਣ ਸੇ ਕਭੀ ਨਾ ਡਰੇ ਸਤੀ ਸਦਾ ਮੁਰਦੇ ਸੰਗ ਜਾਰੇ। ਜੇ ਪਿਆਰ ਉਸ ਚੀਜ਼ ਦਾ, ਜਦੋਂ ਸਾਨੂੰ ਪਤਾ ਹੋਵੇ ਕਿ ਗੁਰੂ ਦੇ ਬਚਨਾਂ ਤੋਂ ਬਗੈਰ ਸਾਡੀ ਕੋਈ ਜਗ੍ਹਾ ਹੀ ਨਹੀਂ ਹੈਗੀ, ਹੋਰ ਉੱਦਾਂ ਵੀ ਖਤਮ ਹੈ ਉੱਦਾਂ ਵੀ ਖਤਮ ਹੈ, ਤੇ ਫਿਰ ਅਸੀਂ ਗੁਰੂ ਦੇ ਬਚਨਾਂ ਨੂੰ ਕਦੇ ਲੰਘਾਂਗੇ ਨਹੀਂ ਕਦੇ। ਜੋ ਹੋਰ ਭਾਵੇਂ ਦੁਨੀਆ ਰੁੱਸ ਜੇ, ਦੁਨੀਆ ਮੰਨ ਜਾਏ, ਅਸੀਂ ਕਿਸੇ ਕੋ ਕੀ ਲੈਣਾ ਹੈ। ਪਰ ਜਦੋਂ ਸਾਨੂੰ ਪਤਾ ਹੀ ਨਾ ਲੱਗਾ, ਜੇ ਗੁਰੂ ਦਾ ਪਤਾ ਨਹੀਂ ਲੱਗਾ, ਗੁਰੂ ਦੇ ਰਿਸ਼ਤੇ ਦਾ ਪਤਾ ਨਹੀਂ ਲੱਗਾ, ਤੇ ਫਿਰ ਅਸੀਂ ਗੁਰੂ ਦੇ ਬਚਨਾਂ ਦਾ ਕੀ ਪਤਾ ਲੱਗੇਗਾ। ਅਸੀਂ ਉਹੀ ਚੀਜ਼ਾਂ 'ਚ ਭਟਕੀ ਫਿਰਦੇ ਹਾਂ। ਅੱਗੇ ਹਮਾਇਆ ਪਪੀਹਾ ਆਪਣਾ ਪੰਨ ਨਹੀਂ ਤਿਆਗੇ ਜਲੇ ਪਤੰਗਾ ਜੋਤੀ ਆਗੇ। ਛੋਟੇ ਛੋਟੀਆਂ ਮਿਸਾਲਾਂ ਦੇ ਕੇ ਦੱਸ ਰਹੇ ਨੇ, ਕਹਿੰਦੇ ਪਪੀਹਾ ਆਪਣਾ ਪੰਨ ਨਹੀਂ ਤਿਆਗੇ। ਪਪੀਹਾ ਜਿਹੜਾ ਆ ਬਈ ਉਹ ਜਿਸ ਤਰ੍ਹਾਂ ਮਰਜ਼ੀ ਭਾਵੇਂ ਦੁਨੀਆ ਦੇ ਉੱਤੇ ਸਮੁੰਦਰ ਨਹਿਰਾਂ ਪਾਣੀ ਨਾਲ ਭਰੀਆਂ ਪਈਆਂ ਨੇ, ਪਰ ਉਹ ਸਵਾਦ ਬੂੰਦ ਲਈ ਤਰਸਦਾ ਹੈ। ਜਦੋਂ ਤੱਕ ਉਹ ਬੂੰਦ ਉਹਦੇ ਮੂੰਹ 'ਚ ਨਹੀਂ ਪੈਂਦੀ, ਉਹ ਇਸ ਪਾਣੀ ਨੂੰ ਪੀਂਦਾ ਨਹੀਂ, ਮਰ ਜਾਂਦਾ ਹੈ। ਭਾਵੇਂ ਉਸੇ ਤਰ੍ਹਾਂ ਹੀ ਪ੍ਰਾਣ ਤਿਆਗ ਦਿੰਦਾ ਆ, ਪਰ ਆਪਣਾ ਪੰਨ ਜਿਹੜਾ ਉਹ ਨਹੀਂ ਹੱਥ ਨਹੀਂ ਛੱਡਦਾ ਉਸੇ ਨੂੰ। ਕਹਿੰਦੇ ਪਪੀਹਾ ਆਪਣਾ ਪੰਨ ਨਹੀਂ ਤਿਆਗੇ ਜਲੇ ਪਤੰਗਾ ਜੋਤੀ ਆਗੇ। ਪਤੰਗੇ ਨੂੰ ਭਾਵੇਂ ਪਤਾ ਹੈ, ਪਰ ਉਹਦੇ ਨਾਲ ਪਿਆਰ ਇਸ਼ਕ ਹੈ, ਉਹ ਬਾਰ-ਬਾਰ ਚ ਕਰਕੇ ਆਪਣਾ ਆਪ ਸਾੜ ਲੈਂਦਾ ਹੈ, ਪਰ ਉਹ ਤੋਂ ਪਛਾਣ ਨਹੀਂ ਹਟਦਾ। ਕਹਿੰਦਾ ਮਛਲੀ ਕੋ ਜੈਸੇ ਜਲਧਾਰਾ ਗੁਰਮੁਖ ਕੋ ਸਤਿਗੁਰ ਪਿਆਰਾ। ਜਿਸ ਤਰ੍ਹਾਂ ਮਛਲੀ ਨੂੰ ਪਾਣੀ ਦੇ ਨਾਲ ਪਿਆਰ ਹੈ, ਮਛਲੀ ਕੋ ਜੈਸੇ ਜਲਧਾਰਾ ਗੁਰਮੁਖ ਕੋ ਸਤਿਗੁਰ। ਜਿਸ ਤਰ੍ਹਾਂ ਮੱਛੀ ਦਾ ਪਾਣੀ ਤੋਂ ਬਗੈਰ ਗੁਜ਼ਾਰਾ ਨਹੀਂ ਹੈਗਾ, ਬਈ ਜਿਹੜਾ ਗੁਰਮੁਖ ਹੈ ਉਹਦੇ ਗੁਰੂ ਦੇ ਬਚਨ ਤੋਂ ਬਗੈਰ ਉਹਦਾ ਕੋਈ ਪਿਆਰ। ਜਿਹੜਾ ਉਹਨੂੰ ਗੁਰੂ ਦੇ ਬਚਨਾਂ ਤੋਂ ਪਿੱਛੇ ਲੈਂਦਾ ਹੈ, ਪਿੱਛੇ ਕਰਦਾ ਆ, ਉਹਦੇ ਵਾਸਤੇ ਉਹ ਬਈ ਦੁਸ਼ਮਣ, ਉਹਦੇ ਵਾਸਤੇ ਉਹ ਜ਼ਹਿਰ ਹੈ। ਜੇ ਇਹਨੂੰ ਇੰਨਾ ਗੁਰੂ ਦੇ ਬਚਨਾਂ ਨਾਲ ਪਿਆਰ ਹੋ ਜਾਵੇ ਤੇ ਫਿਰ ਬਈ ਕਿਹੜਾ ਕੋਈ ਜੰਮਿਆ ਇਹਨੂੰ ਕੋਈ ਗੁਰੂ ਤੋਂ ਦੂਰ ਕਰਨ ਵਾਲਾ। ਅਜੇ ਪਿਆਰ ਹੀ ਨਹੀਂ ਬਣਿਆ, ਅਜੇ ਉਹ ਗੱਲ ਨਹੀਂ ਬਣੀ, ਫਿਰ ਤੇ ਨਿੱਕੀ ਨਿੱਕੀ ਗੱਲ ਤੇ ਮਾੜੀ ਜੀ ਗੱਲ ਹੋ ਜਾਂਦਾ, ਉਹ ਮੈਨੂੰ ਤੇ ਆਹ ਪਤਾ ਲੱਗਾ, ਮੈਂ ਉਹ ਹੋਇਆ, ਮੈਂ ਤਾਂ ਛੱਡ ਦਿੱਤਾ, ਮੈਂ ਉਹ ਕੀਤਾ ਤਾਂ ਕਰ ਦਿੱਤਾ। ਮਨ ਜਿਹੜਾ ਹਮੇਸ਼ਾ ਹੀ ਇਸੇ ਚੀਜ਼ 'ਚ ਹੀ ਫਸਿਆ ਰਹਿੰਦਾ। ਬੜੇ ਦੁਨੀਆ ਤੇ ਮਹਾਤਮਾ, ਬੜੇ ਦੁਨੀਆ ਦੇ ਉੱਤੇ ਪੀਰ ਪੈਗੰਬਰ, ਕੁਛ ਵੀ ਸਾਰਿਆਂ ਨੂੰ ਨਮਸਕਾਰ। ਮੈਂ ਕਿ ਸਭ ਕੋ ਕਰੂ ਪ੍ਰਣਾਮ ਜੋੜ ਕਰ, ਨਾ ਹੀ ਕੋਈ ਸਤਿਗੁਰੂ ਸੰਸਾਰ। ਸਤਿਗੁਰਾਂ ਤੋਂ ਵੱਡਾ ਕੋਈ ਨਹੀਂ। ਜੇ ਇੰਨਾ ਪਿਆਰ ਇਹਦਾ ਬਣ ਗਿਆ, ਇਹਨੂੰ ਸਤਿਗੁਰਾਂ ਤੋਂ ਇਲਾਵਾ ਕੋਈ ਨਾ ਦਿਸੇਗਾ, ਤੇ ਫਿਰ ਬਈ ਸਤਿਗੁਰ ਵੀ ਇਹਨੂੰ ਉਸੇ ਚੀਜ਼ ਤੇ ਰੱਖਦੇ ਆ।
ਫਿਰ ਨਹੀਂ ਇਹ ਕੋਈ ਇਹਦੀ ਹਵਾ ਵੱਲ ਵੇਖ ਸਕਦਾ, ਕੋਈ ਵੀ ਹੋਵੇ ਕਿਸੇ ਤਰ੍ਹਾਂ ਦਾ ਵੀ। ਫਰਮਾਇਆ ਮਛਲੀ ਕੋ ਜੈਸੇ ਦਿਲਦਾਰਾ ਗੁਰਮੁਖ ਕੋ ਸਤਿਗੁਰ ਪਿਆਰਾ। ਜੇ ਗੁਰਮੁਖ ਹੋਏਗਾ ਤੇ ਫਿਰ ਇਹਦਾ ਸਤਿਗੁਰਾਂ ਦੇ ਨਾਲ ਐਸਾ ਪਿਆਰ ਹੋਏਗਾ। ਹਾਂਜੀ ਅੱਗੇ। ਜਿਨ ਪਰ ਬਖਸ਼ਿਸ਼ ਗੁਰ ਕੀ ਹੋਈ, ਗੁਰਮੁਖ ਐਸਾ ਵਿਰਲਾ ਕੋਈ, ਰਾਧਾ ਸੁਆਮੀ ਕਹੀ ਬਣਾਏ, ਸੇਵਕ ਕੋ ਗੁਰ ਦਿਆ ਜਗਾਏ। ਰਾਧਾ ਸੁਆਮੀ ਜੀ, ਰਾਧਾ ਸੁਆਮੀ ਜੀ। ਸਤਿਗੁਰ ਫਰਮਾ ਰਹੇ ਨੇ ਰਾਧਾ ਸੁਆਮੀ ਕਹੀ ਬਣਾਏ, ਸੇਵਕ ਕੋ ਗੁਰੂ ਦਿਆ ਜਗਾਏ। ਸਤਿਗੁਰ ਕਹਿੰਦੇ ਕਿ ਮੈਂ ਹਿਲਾਉਣਾ ਦੇ ਦਿੱਤਾ, ਜਗਾ ਦਿੱਤਾ ਹੈ, ਦੱਸ ਦਿੱਤਾ ਹੈ, ਸਾਰੀਆਂ ਚੀਜ਼ਾਂ ਦੱਸ ਦਿੱਤੀਆਂ ਨੇ ਕਿ ਕੀ ਸਿੱਖ ਦੀ ਰਹਿਣੀ ਹੈ, ਕੀ ਸਿੱਖ ਨੇ ਕਰਨਾ ਹੈ, ਕਦੇ ਤੇ ਮਾਣ ਕਰਨਾ ਹੈ, ਕਿਹਦੇ ਤੋਂ ਬਚਣਾ ਹੈ, ਸਾਰਾ ਕੁਝ ਦੱਸ ਦਿੱਤਾ ਹੈ। ਕੋਈ ਰੱਖਿਆ ਨਹੀਂ, ਉਹਲਾ ਨਹੀਂ ਰੱਖਿਆ ਕਿਸੇ ਚੀਜ਼ ਦਾ, ਖੋਲ ਕੇ ਸਾਰੀ ਚੀਜ਼ ਨੂੰ ਸਮਝਾ ਦਿੱਤਾ ਹੈ। ਪਰ ਉਹਨਾਂ ਨੇ ਫਰਮਾ ਦਿੱਤਾ ਕਿ ਜਿਨ ਪਰ ਬਖਸ਼ਿਸ਼ ਗੁਰੂ ਕੀ ਹੋਈ, ਗੁਰਮੁਖ ਐਸਾ ਵਿਰਲਾ ਕੋਈ। ਗੁਰੂ ਦੀ ਬਖਸ਼ਿਸ਼ ਲੈਣ ਵਾਲਾ ਕੋਈ ਵਿਰਲਾ ਹੀ ਹੁੰਦਾ ਹੈ। ਕੋਈ ਸਾਰੇ ਜਿਸ ਤਰ੍ਹਾਂ ਕਲਾਸ ਦੇ ਵਿੱਚ ਸਾਰੇ ਫਸਟ ਨਹੀਂ ਆ ਜਾਂਦੇ, ਸਾਰੇ ਨਹੀਂ ਉਹ ਕਰ ਲੈਂਦੇ, ਕਿਉਂਕਿ ਕਾਲ ਦਾ ਐਸਾ ਉਹ ਹੈਗਾ ਹੈ, ਕਿਉਂਕਿ ਉਸ ਪਾਸੇ ਧਿਆਨ ਨਹੀਂ ਜਾਣ ਦਿੰਦਾ। ਪਰ ਜਿਹੜਾ ਸੂਰਮਾ ਹੋਏਗਾ, ਜਿਹਦੇ ਮਨ ਦੇ ਅੰਦਰ ਚਾਹ ਹੋਏਗੀ ਉਸ ਚੀਜ਼ ਦੀ, ਬਈ ਸਤਿਗੁਰੂ ਵੀ ਉਹਦੀ ਮਦਦ ਕਰਦੇ ਨੇ। ਜਿਸ ਤਰ੍ਹਾਂ ਅਸੀਂ ਬਚਪਨ ਤੋਂ ਪੜ੍ਹਦੇ ਆਏ ਕਿ ਪਰਮਾਤਮਾ ਵੀ ਉਹਨਾਂ ਦੀ ਮਦਦ ਕਰਦਾ ਜਿਹੜਾ ਆਪਣੀ ਮਦਦ ਆਪ ਕਰਦਾ ਹੈ। ਜੇ ਅਸੀਂ ਚੱਲਣਾ ਚਾਹੁੰਦੇ ਨਹੀਂ, ਜੇ ਅਸੀਂ ਉਸ ਚੀਜ਼ ਨਾਲ ਸਾਡਾ ਪਿਆਰ ਹੀ ਨਹੀਂ, ਉਧਰ ਨੂੰ ਕੋਈ ਸਾਡੀ ਖਿੱਚ ਹੀ ਨਹੀਂ ਹੈ, ਤੇ ਫਿਰ ਸਤਿਗੁਰ ਕੀ ਕਰਨਗੇ। ਇਸ ਕਰਕੇ ਮੈਂ ਕਿ ਗੁਰਮੁਖ ਐਸਾ ਵਿਰਲਾ ਕੋਈ ਐਸਾ ਵੱਖਰਾ ਹੀ ਗੁਰਮੁਖ ਜਿਹੜਾ ਕਿ ਜਿਹਨੂੰ ਗੁਰੂ ਦੇ ਨਾਲ ਪਿਆਰ ਹੋਏਗਾ, ਗੁਰੂ ਵਾਸਤੇ ਖਿੱਚ ਹੋਏਗੀ, ਉਹ ਬਾਕੀ ਸਾਰੀਆਂ ਚੀਜ਼ਾਂ ਨੂੰ ਐ ਪਰੇ ਕਰਕੇ ਰੱਖ ਦੇਗਾ। ਕੋਈ ਚੀਜ਼ ਉਹਦੇ ਰਸਤੇ ਦੀ ਰੁਕਾਵਟ ਨਹੀਂ ਬਣ ਸਕਦੀ, ਕੋਈ ਉਹਨੂੰ ਦੁਨੀਆ ਦੀ ਤਾਕਤ ਉਹਨੂੰ ਰੋਕ ਨਹੀਂ ਸਕਦੀ ਕਿਸੇ ਪਾਸੇ ਵੀ। ਉਹ ਹਮੇਸ਼ਾ ਹੀ ਐ ਗੁਰੂ ਦੇ ਐ ਮਸਤਾਨਾ ਵਾਰ ਉਸ ਮਾਣ ਦੇ ਉੱਤੇ ਚੱਲਦਾ ਰਹੇਗਾ। ਦੁਨੀਆ ਭਾਵੇਂ ਉਹਦੇ ਸਾਹਮਣੇ ਪਹਾੜ ਵੀ ਖੜਾ ਕਰ ਦੇ, ਉਹਦੇ ਅੱਗੇ ਟਿਕੇਗਾ ਨਹੀਂ, ਉਹਦੇ ਅੱਗੇ ਕੋਈ ਵੀ। ਪਰ ਇਹਦੇ ਮਨ 'ਚ ਸਤਿਗੁਰਾਂ ਦਾ ਮਾਣ ਜਿਹੜਾ ਬਣਿਆ ਰਹੇ, ਭਰੋਸਾ ਬਣਿਆ ਰਹੇ, ਉਹ 'ਚ ਡਾਵਾਂ ਡੋਲੀ ਨਾ ਆਵੇ। ਤੇ ਬਈ ਕੋਈ ਵੀ ਚੀਜ਼ ਇਹਦੇ ਨਾਲ, ਜਿਹੜਾ ਵੀ ਇਹਦੇ ਨਾਲ ਜਿਸ ਤਰ੍ਹਾਂ ਉਹ ਮੱਥਾ ਲਾਏਗਾ, ਟਕਰਾਏਗਾ, ਉਹ ਕੁਛ ਨਹੀਂ ਇਹਦਾ ਵਿਗਾੜ ਸਕੇਗਾ। ਇਸ ਲਈ ਸਤਿਗੁਰਾਂ ਨੇ ਜਿਸ ਤਰ੍ਹਾਂ ਪਿੱਛੇ ਪਾਇਆ ਕਿ ਸਤਿਗੁਰ ਕਾ ਨਾਮ ਪੁਕਾਰੋ, ਸਤਿਗੁਰ ਕੋ ਹੀਰੇ ਧਾਰੋ, ਸਤਿਗੁਰ ਕਾ ਕਰੋ ਭਰੋਸਾ, ਫਿਰ ਨਾ ਕਰੋ ਕੁਛ ਅਫਸੋਸਾ। ਜੇ ਸਤਿਗੁਰਾਂ ਦੀ ਰਾਹ ਪਕੜ ਲਈਏ, ਜੇ ਵਾਕਈ ਹੀ ਇੱਕ ਇਸ ਜ਼ੁਬਾਨ ਨਾਲ ਉਹਨਾਂ ਦਾ ਨਾਮ ਉਚਾਰਦਿਆਂ ਕਹਿੰਦੇ ਆ ਕਿ ਬਈ ਸਤਿਗੁਰ ਹੀ ਸਭ ਕੁਛ ਨੇ ਉਹਨਾਂ ਦਿੱਤਾ ਹੈ, ਤੇ ਫਿਰ ਕਹਿੰਦੇ ਭਰੋਸਾ ਰੱਖੋ। ਜੋ ਮਰਜ਼ੀ ਦੁਨੀਆ 'ਚ ਇਹ ਚੀਜ਼ਾਂ ਆਉਂਦੀਆਂ ਨੇ, ਬਈ ਇਹ ਜਿਸ ਤਰ੍ਹਾਂ ਪਪੋਲੀ ਹਵਾ ਦੇ ਅੱਗੇ ਉੱਡਦੀ ਫਿਰਦੀ ਹੈ, ਇਸੇ ਤਰ੍ਹਾਂ ਹੀ ਇਹ ਸਾਰੀਆਂ ਚੀਜ਼ਾਂ ਉੱਡ ਜਾਣਗੀਆਂ। ਕੋਈ ਅੱਗੇ ਠਹਿਰ ਨਹੀਂ ਸਕਦੀ ਗੁਰੂ ਦੇ ਬਚਨ ਦੇ ਅੱਗੇ। ਪਰ ਭਰੋਸਾ ਸਤਿਗੁਰਾਂ ਦਾ ਬਣਿਆ ਰਵੇ। ਜੋ ਮਰਜ਼ੀ ਦੁਨੀਆ 'ਚ, ਇਹ ਨਹੀਂ ਕਿ ਜਿਸ ਤਰ੍ਹਾਂ ਬਈ ਇੱਕ ਹਰ ਚੀਜ਼ ਦੇ ਨਾਲ ਹੀ ਗੁਰੂ ਗੁਰੂ ਹੀ ਹੈ ਬਸ। ਮੈਂ ਕਿਹਾ ਗੁਰੂ ਜਿਹਾ ਨਾ ਹੀ ਕੋਈ ਦੇਵ। ਜਦੋਂ ਸਾਡੀ ਡਾਵਾਂ ਡੋਲੀ ਹੁੰਦੀ ਏ, ਅਸੀਂ ਉਹ ਹਰ ਚੀਜ਼ ਤੇ ਉਹ ਕਰ ਦਿੰਦੇ ਆ ਵੀ ਇਸ ਤਰ੍ਹਾਂ, ਆ ਵੀ ਇਸ ਤਰ੍ਹਾਂ, ਉਹ ਵੀ ਉਸ ਤਰ੍ਹਾਂ, ਫਿਰ ਨਹੀਂ। ਮੈਂ ਪਿੱਛੇ ਵੀ ਦੱਸਿਆ ਸੀ, ਪਿਛਲੇ ਸ਼ਾਸਤਰ ਵਿੱਚ ਦੱਸਿਆ, ਸਤਿਗੁਰਾਂ ਨੇ ਕਿਹਾ ਕਿ ਸਭ ਕੋ ਕਰੂ ਪ੍ਰਣਾਮ ਜੋੜ ਕਰ। ਕੋਈ ਰਿਸ਼ਤੇ ਨਾਤੇ ਦੀ ਕੋਈ ਨਹੀਂ, ਕੋਈ ਕਿਸੇ ਤਰ੍ਹਾਂ ਦੀ ਕੋਈ ਉਹਨਾਂ ਨੇ ਕਿਹਾ ਕਿ ਕੋਈ ਆਦਰ ਨਾ ਕਰੋ, ਮਾਣ ਨਾ ਕਰੋ, ਜਾਂ ਆਪਣੀ ਡਿਊਟੀ ਪੂਰੀ ਨਾ ਕਰੋ। ਭੈਣ ਭਰਾਵਾਂ ਦੇ ਨਾਤੇ, ਮਾਤਾ ਪਿਤਾ ਦੇ ਨਾਤੇ, ਦੁਨੀਆ ਦੇ ਜਿਹੜੇ ਆ ਰਿਸ਼ਤੇ ਨਾਤੇ, ਸਾਰੇ ਹੀ ਸਭ ਕੁਝ ਉਹਦਾ ਵੀ ਜੋ ਉਹਨਾਂ ਦਾ ਬਣਿਆ ਇੱਕ ਨਿਯਮ ਬਣਿਆ ਹੈ, ਪੂਰੇ ਉਤਰੋ ਉਹਦੇ ਵਿੱਚ। ਪਰ ਜਿੱਥੇ ਸਤਿਗੁਰਾਂ ਦਾ ਬਚਨ ਆ ਜਾਂਦਾ, ਜਿੱਥੇ ਗੁਰੂ ਦੀ ਗੱਲ ਆ ਜਾਂਦੀ ਹੈ, ਉੱਥੇ ਨਹੀਂ ਕੋਈ ਵੀ ਕਿਸੇ ਤਰ੍ਹਾਂ। ਉੱਥੇ ਉਹ ਜਿਹੜੀ ਚੀਜ਼ ਹੈ ਉਹਦਾ ਇੱਕ ਅਲੱਗ ਹੀ ਸਥਾਨ। ਮੈਂ ਕਿਹਾ ਕਿ ਸਭ ਕੋ ਕਰੂ ਪ੍ਰਣਾਮ ਜੋੜ ਕਰ, ਨਾ ਹੀ ਕੋਈ ਸਤਿਗੁਰੂ ਸਮਝਾ। ਸਤਿਗੁਰਾਂ ਦੇ ਕਹਿੰਦੇ ਬਰਾਬਰ ਕੋਈ ਨਹੀਂ। ਜਦੋਂ ਸਾਡੇ ਅੰਦਰ ਇੰਨਾ ਮਾਣ ਆਏਗਾ, ਇੰਨਾ ਭਰੋਸਾ ਆ ਜਾਏਗਾ, ਤੇ ਫਿਰ ਬਈ ਕੋਈ ਚੀਜ਼ ਇਹਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦੀ। ਸਤਿਗੁਰ ਦਇਆ ਕਿਰਪਾ ਕਰਨ, ਐਸਾ ਭਰੋਸਾ ਆਪਣੇ ਬੱਚਿਆਂ ਨੂੰ, ਸਾਰਿਆਂ ਨੂੰ ਸਾਨੂੰ ਬਖਸ਼ਣ ਕਿ ਕਦੀ ਵੀ ਮਨ ਡੋਲੇ ਨਾ। ਜਿਸ ਤਰ੍ਹਾਂ ਸ਼ਬਦ ਬੋਲਦੇ ਆ ਕਿ ਐਸੀ ਕਰ ਕਿਰਪਾ ਗੁਰੂਦੇਵ, ਮੇਰਾ ਮਨ ਕਦੀ ਵੀ ਡੋਲੇ ਨਾ। ਕਦੀ ਵੀ ਕਿਸੇ, ਕਿਉਂਕਿ ਇਹ ਉਤਾਰ ਚੜਾਵ ਤੇ ਆਉਂਦੇ ਰਹਿੰਦੇ ਆ ਦੁਨੀਆ ਦੇ ਵਿੱਚ, ਪਰ ਕਦੀ ਵੀ ਮਨ ਡੋਲੇ ਨਾ, ਆਪਣੇ ਸਤਿਗੁਰਾਂ ਦੇ ਡੇਢ ਰਵੇ, ਤੇ ਬਈ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਇਹਨੂੰ ਕਿਸੇ ਕੋਈ ਚੀਜ਼ ਦੀ ਕਮੀ ਨਹੀਂ।
ਸਤਿਗੁਰ ਕਿਰਪਾ ਕਰਨ, ਸਭ ਤੇ ਕਿਰਪਾ ਕਰਨ, ਆਪਣਾ ਪਿਆਰ ਭਰੋਸਾ ਭਾਵ ਬਖਸ਼ਣ। ਰਾਧਾ ਸੁਆਮੀ ਜੀ, ਰਾਧਾ।